ਵਾਹਿਗੁਰੂ ਸਾਹਿਬ ਜੀਓ ਦੋਹਰਾ। ਸ੍ਰੀ ਗੁਰ ਚਰਨਨ ਧਿਆਨ ਧਰ, ਪ੍ਰੇਮ ਨੀਰ ਤਹਿ ਪਾਇ। ਕਵਿਤਾ ਕੁਸਮ ਪਰ ਫੁੱਲਹਿ, ਸਫਲ ਅਰਥ ਸਮੁਦਾਇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਪਾਵਨ ਪਵਿੱਤਰ ਚੱਲ ਰਹੇ ਲੜੀਵਾਰ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗੁਰਬਰਦ ਅਧਿਆਇ 45ਵਾਂ ਸਮਾਪਤ ਹੋਇਆ। 506 ਅੰਗ ਤੇ 507 ਅੰਗ ਤੇ 46ਵਾਂ ਅਧਿਆਇ ਪ੍ਰਾਰੰਭ ਹੋ ਰਿਹਾ ਹੈ। ਸਤਿਗੁਰੂ ਨਾਨਕ ਦੇਵ ਮਹਾਰਾਜ ਨੂੰ ਸੰਗਲਾਦੀਪ ਦੇ ਵਿੱਚ ਰਾਜਾ ਸ਼ਿਵਨਾਭ ਬੜੀ ਭਾਵਨਾ ਨਾਲ ਯਾਦ ਕਰ ਰਿਹਾ ਹੈ। ਮਹਾਰਾਜ ਸੱਚੇ ਪਾਤਸ਼ਾਹ ਨੂੰ ਜਿੱਥੇ ਕੋਈ ਯਾਦ ਕਰੇ, ਸਤਿਗੁਰੂ ਜਾਣੀ ਜਾਣ ਅੰਤਰਜਾਮੀ ਸਰਬ ਵਿਆਪਕ ਪਰਿਪੂਰਨ ਜੋਤ ਰੂਪ, ਜੋ ਸਾਰਿਆਂ ਦੇ ਅੰਦਰ ਜੋਤ ਬਿਰਾਜਮਾਨ ਹੋਣ ਕਰਕੇ ਪਰਮਾਤਮਾ ਨੂੰ, ਵਾਹਿਗੁਰੂ ਨੂੰ, ਗੁਰੂ ਨਾਨਕ ਦੇਵ ਜੀ ਨੂੰ ਉੱਥੇ ਹੀ ਪਤਾ ਲੱਗ ਜਾਂਦਾ ਹੈ ਕਿ ਸਾਨੂੰ ਕਿੱਥੇ ਕੌਣ ਯਾਦ ਕਰ ਰਿਹਾ। ਬੜੀ ਭਾਵਨਾ ਨਾਲ ਸਤਿਗੁਰੂ ਜੀ ਨੇ ਰਾਏ ਭੋਏ ਦੀ ਤਲਵੰਡੀ ਉਪਦੇਸ਼ ਦੇ ਕੇ ਰਾਏ ਬੁਲਾਰ ਜੀ ਨੂੰ ਨਿਹਾਲ ਕੀਤਾ ਹੈ। ਉਸ ਤੋਂ ਬਾਅਦ ਮਹਾਰਾਜ ਨੇ ਆਪਣੇ ਮਾਤਾ ਪਿਤਾ ਦੇ ਵਿਰਾਗ ਨੂੰ ਦੇਖਦਿਆਂ ਹੋਇਆਂ ਅਤੇ ਉਹਨਾਂ ਨੇ ਜੋ ਬਚਨ ਕੀਤੇ ਸੀ ਕਿ ਅੱਛਾ ਮਹਾਰਾਜ, ਸਾਡਾ ਕੋਈ ਜ਼ੋਰ ਤਾਂ ਨਹੀਂ ਤੁਹਾਡੇ ਅੱਗੇ, ਅਸੀਂ ਤਾਂ ਬੇਨਤੀਆਂ ਹੀ ਕਰ ਸਕਦੇ ਹਾਂ। ਜਦੋਂ ਗੁਰਾਂ ਨੇ ਦੇਖਿਆ ਕਿ ਇਹ ਆਪਣੀ ਸਾਰੀ ਹਉਮੈ ਦਾ ਤਿਆਗ ਕਰ ਚੁੱਕੇ ਨੇ ਅਤੇ ਬਿਲਕੁਲ ਸਾਰਾ ਆਪਣਾ ਆਪ ਛੱਡ ਦਿੱਤਾ ਹੈ, ਉਦੋਂ ਗੁਰਾਂ ਨੇ ਕਿਰਪਾ ਦ੍ਰਿਸ਼ਟੀ ਨਾਲ ਤੱਕ ਕੇ ਮਨ ਦੇ ਅੰਦਰ ਮੋਹ ਭਰਮ ਜਿਹੜਾ ਸੀ ਉਹਨੂੰ ਵੀ ਦੂਰ ਕਰ ਦਿੱਤਾ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਉਪਦੇਸ਼ ਦੇਣ ਤੋਂ ਬਾਅਦ ਜਿੱਧਰ ਨੂੰ ਹੁਣ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਹੈ, ਬਹੁਤ ਤਕੜੇ ਤਕੜੇ ਆਕੀ ਲੋਕ, ਜਾਦੂ ਟੂਣੇ ਟਾਮਣ ਦਾ ਪਸਾਰ ਸੰਸਾਰ ਦੇ ਅੰਦਰ ਫੈਲਿਆ ਹੋਇਆ ਸੀ। ਕਿਉਂਕਿ ਲੰਕਾ ਦੇ ਵਿੱਚ ਜਾਫਨਾ ਸ਼ਹਿਰ ਸੰਗਲਾਦੀਪ, ਇੱਥੋਂ ਸਤਿਗੁਰੂ ਮਹਾਰਾਜ ਨੇ ਪੰਜਾਬ ਦੇਸ਼ ਤੋਂ ਚੱਲਣਾ ਹੈ। ਰਸਤੇ ਦੇ ਵਿੱਚ ਕਈ ਥਾਈਂ ਜੀਵਾਂ ਨੂੰ ਤਾਰਦੇ ਹੋਏ, ਭਲਾ ਕਰਦੇ ਹੋਏ ਸਤਿਗੁਰੂ ਮਹਾਰਾਜ ਅੱਗੇ ਅੱਗੇ ਜਾ ਰਹੇ ਨੇ। ਗੁਰੂ ਸਾਹਿਬ ਜੀ ਨੇ ਭਗਤੀ ਰੂਪ ਨਦੀ ਸੰਸਾਰ ਦੇ ਅੰਦਰ ਵਿਸਥਾਰੀ ਹੈ ਔਰ ਜਿਨ੍ਹਾਂ ਦਾ ਮਨ ਨੀਵਾਂ ਹੈ, ਸੋ ਜਿੱਥੇ ਕੀਰਤਨ ਰੂਪੀ ਜਲ ਹਮੇਸ਼ਾ ਵਹਿੰਦਾ, ਜਿਸ ਨਦੀ ਦੇ ਵਿੱਚ ਨਿਮਰਤਾ ਵਾਲਿਆਂ ਦੇ ਹਿਰਦੇ ਵਿੱਚ ਉਹਦਾ ਜਲ ਪ੍ਰਵੇਸ਼ ਕਰ ਜਾਂਦਾ ਹੈ। ਨਾਮ ਦੀਆਂ ਸਿਫਤ ਰੂਪ ਸੋਹਣੀਆਂ ਤਰੰਗਾਂ ਜਿੱਥੇ ਉੱਠਦੀਆਂ ਨੇ, ਇਹ ਨਦੀ ਜਿਹੜੀ ਨਿਕਲਦੀ ਹੈ ਭਗਤੀ ਦੀ, ਕਵੀ ਜੀ ਨੇ ਬੜਾ ਸੋਹਣਾ ਅਲੰਕਾਰ ਬਣਾਇਆ ਸੀ। ਸਤਸੰਗਤ ਰੂਪੀ ਸਥਾਨ ਜੋ ਇਹ ਨਦੀ ਨਿਕਲਦੀ ਹੈ, ਭਰਮ ਅਤੇ ਅਗਿਆਨ ਦੇ ਦੋ ਦ੍ਰਿੜ ਕਿਨਾਰੇ ਨੇ ਔਰ ਪਾਣੀ ਇੰਨਾ ਤੇਜ਼ ਹੈ ਇਸ ਨਦੀ ਦਾ, ਇਹਨੇ ਭਰਮ ਅਤੇ ਅਗਿਆਨ ਦੇ ਹਨੇਰੇ ਨੂੰ ਜਾਂ ਕਿਨਾਰਿਆਂ ਨੂੰ ਢਾਹ ਦਿੱਤਾ। ਔਰ ਜੇ ਦੋਨਾਂ ਪਾਸੇ ਕਿਨਾਰਿਆਂ ਤੇ ਪਾਪਾਂ ਰੂਪੀ ਦਰਖਤ ਖੜੇ ਨੇ, ਪਾਣੀ ਦਾ ਜਿਵੇਂ ਤੇਜ਼ ਵਹਿਣ ਆਵੇ, ਦਰਖਤਾਂ ਨੂੰ ਵੀ ਨਾਲ ਪੱਟ ਕੇ ਲੈ ਜਾਵੇ ਅਤੇ ਭਰਮ ਅਗਿਆਨ ਦੇ ਕਿਨਾਰੇ ਵੀ ਢਾਹ ਦੇਵੇ, ਇਸ ਤਰ੍ਹਾਂ ਗੁਰਾਂ ਦੀ ਇਹ ਭਗਤੀ ਦੀ ਨਦੀ ਵਹਿ ਚੱਲੀ ਸਤਸੰਗਤ ਵਿੱਚੋਂ। ਜਿਹੜੇ ਗੁਰੂ ਜੀ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਗੁਰਸਿੱਖ ਨੇ, ਉਹ ਜਲ ਜੰਤੂ ਇਹਦੇ ਵਿੱਚ ਆਨੰਦ ਮਾਣਦੇ ਨੇ ਸਤਸੰਗਤ ਦੇ ਵਿੱਚ ਔਰ ਭਗਤੀ ਦੀ ਨਦੀ ਦੇ ਵਿੱਚ ਵਿਛੜਦੇ ਨਹੀਂ ਹਨ, ਕਦੇ ਬਹੁਤ ਭਾਰੀ ਸੁੱਖ ਲੈਂਦੇ ਨੇ।
ਪ੍ਰੇਮ ਦੀ ਜਿਹੜੀ ਤੀਬਰਤਾ ਰੂਪੀ ਪ੍ਰਵਾਹ ਹੈ ਇਹਦਾ, ਉਹਨੇ ਮਾਇਆ ਮੈਲ ਤੋਂ ਬਿਨਾਂ ਕਰ ਦਿੱਤੇ ਗੁਰਸਿੱਖਾਂ ਦੇ ਹਿਰਦੇ। ਚਰਨ ਕਮਲ ਜਿਹੜਾ ਧਿਆਨ ਕਰਨਾ ਹੈ, ਇਹਦੀ ਸੀਤਲਤਾ ਦਾ ਸੁੱਖ ਗੁਰਸਿੱਖ ਲੈ ਰਹੇ ਨੇ। ਇਸ ਤਰ੍ਹਾਂ ਸਹਿਜ ਸਰੂਪ ਜਿਹੜਾ ਹੈ ਸਾਹਮਣੇ, ਉਹ ਨਦੀ ਤੇ ਸਾਗਰ ਦੇ ਸੰਗਮ ਦੀ ਥਾਂ ਦੇ ਕੋਲ, ਜਿਵੇਂ ਸਮੁੰਦਰ ਵਿੱਚ ਨਦੀ ਪ੍ਰਵੇਸ਼ ਜਿੱਥੇ ਕਰਦੀ ਉਹਨੂੰ ਮੁਹਾਣਾ ਕਹਿੰਦੇ ਨੇ, ਕਿਉਂ ਇਹ ਨਦੀ ਸਮੁੰਦਰ ਦੇ ਵਿੱਚ ਮਿਲਣ ਲਈ ਅੱਗੇ ਵੱਧ ਰਹੀ ਹੈ ਸਹਿਜ ਸਰੂਪ ਪਰਮਾਤਮਾ ਦੇ ਵਿੱਚ। ਜਦੋਂ ਨਦੀ ਸਮੁੰਦਰ ਵਿੱਚ ਜਾਂਦੀ ਹੈ ਸਾਰੇ ਸਫ਼ਰ ਮੁੱਕ ਜਾਂਦੇ ਨੇ ਇਹਦੇ। ਉਸ ਵਕਤ ਨਦੀ ਸਥਿਰਤਾ ਪਾ ਲੈਂਦੀ, ਮੁੜ ਕੇ ਜਨਮ ਤੇ ਮਰਨ ਦਾ ਗੇੜਾ ਨਹੀਂ ਹੁੰਦਾ, ਅਡੋਲ ਹੋ ਕੇ ਬਹੁਤ ਸੁੱਖ ਪ੍ਰਾਪਤ ਕਰਦਾ ਹੈ। ਮੌਤ ਰੂਪੀ ਧੁੱਪ ਤੋਂ ਹੁਣ ਜਿੱਥੇ ਡਰ ਨਹੀਂ, ਉੱਥੇ ਇਸ ਭਗਤੀ ਰੂਪ ਨਦੀ ਦੇ ਵਿੱਚ ਗੁਰਸਿੱਖ ਜਲ ਜੰਤੂ ਬਣ ਕੇ ਸਮੁੰਦਰ ਤੱਕ ਪਹੁੰਚਦੇ ਨੇ। ਪਰ ਕਹਿੰਦੇ ਨੇ ਜਿਨ੍ਹਾਂ ਨੇ ਇਹੀ ਜਿਹੀ ਸਰਤਾ ਤੋਂ ਭਾਵ ਨਦੀ ਦਾ ਤਿਆਗ ਕਰ ਦਿੱਤਾ ਨਾ, ਉਹ ਫਿਰ ਇੰਨੇ ਵੱਡੇ ਸਤਸੰਗਤ ਨੂੰ, ਗੁਰਸਿੱਖੀ ਦੀ ਭਗਤੀ ਦੀ ਨਦੀ ਨੂੰ, ਪਰਮਾਤਮਾ ਰੂਪ ਸਹਿਜ ਦੇ ਸਮੁੰਦਰ ਨੂੰ ਛੱਡ ਕੇ ਮ੍ਰਿਗ ਤ੍ਰਿਸ਼ਨਾ ਦੇ ਵਿੱਚ ਭਟਕਦੇ ਰਹਿੰਦੇ ਸੰਸਾਰ ਦੇ ਅੰਦਰ। ਗੁਰੂ ਨਾਨਕ ਦੇਵ ਜੀ ਨੇ ਭਗਤੀ ਦੀ ਨਦੀ ਦਾ ਵਿਸਤਾਰ ਕੀਤਾ ਹੈ। ਜਿੱਥੇ ਕਿੱਥੇ ਸ੍ਰੇਸ਼ਟ ਜਲ ਵਾਲੀ ਨਦੀ ਫੈਲੀ ਹੈ, ਵੱਡਿਆਂ ਭਾਗਾਂ ਨਾਲੇ ਪ੍ਰਾਪਤ ਹੁੰਦੀ ਹੈ। ਕਵੀ ਜੀ ਕਹਿੰਦੇ ਨੇ ਮੈਂ ਤਾਂ ਉਹਨਾਂ ਗੁਰੂ ਨਾਨਕ ਦੇਵ ਜੀ ਨੂੰ ਯਾਦ ਕਰਦਾ ਕਿ ਮੈਨੂੰ ਵੀ ਆਪਣੀ ਭਗਤੀ ਰੂਪ ਨਦੀ ਦਾ ਜਲ ਜੰਤੂ ਬਣਾ ਲਓ, ਮੈਨੂੰ ਵੀ ਸਤਸੰਗਤ ਵਿੱਚ ਮਿਲਾ ਦਿਓ, ਅਖੀਰ ਮੈਂ ਵੀ ਪਰਮਾਤਮਾ ਰੂਪ ਸਮੁੰਦਰ ਵਿੱਚ ਮਿਲ ਕੇ ਸਦਾ ਵਾਸਤੇ ਲੀਨ ਹੋ ਕੇ ਆਨੰਦ ਮਾਣਾ। ਇੱਥੇ ਜਾ ਕੇ ਆਪਾਂ ਸਮਾਪਤੀ ਕੀਤੀ ਸ਼ੁੱਕਰਵਾਰ ਨੂੰ। ਆਓ ਸਤਿਗੁਰੂ ਮਹਾਰਾਜ 46ਵਾਂ ਪ੍ਰਸੰਗ ਬਖਸ਼ਿਸ਼ ਕਰਦੇ ਨੇ। ਇਸ ਪ੍ਰਕਾਰ ਆਨੰਦ ਮਾਣਦੇ ਹਾਂ, ਸ਼ਰਵਣ ਦਰਸ਼ਨ ਕਰਦੇ ਗੁਰਾਂ ਦੇ, ਬੈਠਿਆਂ ਹੀ ਗੁਰਾਂ ਦੇ ਨਾਲ ਯਾਤਰਾ ਕਰਾਂਗੇ ਆਪਾਂ ਵੀ। ਪਿਆਰ ਸਤਿਕਾਰ ਨਾਲ ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ੍ਰੀ ਗੁਰ ਚਰਨਨ ਧਿਆਨ ਧਰ, ਪ੍ਰੇਮ ਨੀਰ ਤਹਿ ਪਾਇ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦਾ ਧਿਆਨ ਜਿਹੜਾ ਹੈ ਨਾ, ਇਹ ਜਿਵੇਂ ਬ੍ਰਿਕਸ਼ ਹੁੰਦਾ, ਦਰਖਤ ਹੁੰਦਾ, ਇਹਦੇ ਸਮਾਨ ਹੈ। ਉਹਨੂੰ ਮੈਂ ਪ੍ਰੇਮ ਰੂਪੀ ਪਾਣੀ ਪਾਉਂਦਾ। ਤੁਸੀਂ ਵੀ ਕਹਿੰਦੇ ਗੁਰੂ ਨਾਨਕ ਦੇਵ ਦੇ ਚਰਨਾਂ ਰੂਪੀ ਦਰਖਤ ਦਾ ਧਿਆਨ ਧਰ ਕੇ ਉਹਦੇ ਵਿੱਚ ਪ੍ਰੇਮ ਰੂਪੀ ਜਲ ਪਾ ਲਓ ਜੀ। ਕਵਿਤਾ ਕੁਸਮ ਪਰ ਫੁੱਲਹੀ, ਸੁਫਲ ਅਰਥ ਸਮੁਦਾਇ। ਕਹਿੰਦੇ ਮੈਂ ਫਿਰ ਉਹਨੂੰ ਪਾਣੀ ਤਾਂ ਪਾਉਣਾ ਤਾਂ ਕਿ ਮੈਂ ਤਾਂ ਗੁਰੂ ਨਾਨਕ ਦੇਵ ਜੀ ਤੋਂ ਮੰਗਦਾ, ਮੈਨੂੰ ਸੋਹਣੀ ਕਵਿਤਾ ਦੇ ਦਿਓ, ਸੋਹਣੀ ਕਾਵ ਰਚਨਾ ਦੇ ਦਿਓ। ਤਾਂ ਕਵਿਤਾ ਰੂਪੀ ਫੁੱਲ ਪ੍ਰਫੁੱਲਤ ਹੁੰਦੇ ਨੇ ਅਤੇ ਸਾਰੇ ਅਰਥਾਂ ਦੇ ਸ੍ਰੇਸ਼ਟ ਫਲ ਪੈ ਜਾਂਦੇ ਨੇ ਮੇਰੀ ਕਵਿਤਾ ਨੂੰ, ਜਦੋਂ ਮੈਂ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦਾ ਪ੍ਰੇਮਮਈ ਧਿਆਨ ਕਰਦਾ ਹਾਂ। ਭੁਜੰਗ ਪ੍ਰਿਆਤ ਛੰਦ, ਚਲੇ ਪੰਥ ਨਾਥੰ ਭਏ ਦੋਨ ਸਾਥਾ। ਹੁਣ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੋ ਪੰਥ ਦੇ ਨਾਥੰ ਮਾਲਕ ਨੇ, ਭਏ ਦੋਨ ਸਾਥਾ, ਦੋਨੋਂ ਜਾਣੇ ਨਾਲ ਚੱਲੇ ਨੇ, ਭਾਈ ਬਾਲਾ ਜੀ, ਭਾਈ ਮਰਦਾਨਾ ਜੀ। ਦਇਆ ਸਿੰਧ ਰੂਰੀ ਭਨੈ ਗਿਆਨ ਗਾਥਾ। ਹੁਣ ਦਇਆ ਦੇ ਸਮੁੰਦਰ ਗੁਰੂ ਨਾਨਕ ਦੇਵ ਜੀ ਬੜੀਆਂ ਸੁੰਦਰ ਸੁੰਦਰ ਗਿਆਨ ਦੀਆਂ ਗਾਥਾ, ਗਿਆਨ ਦੇ ਬਚਨ ਸੁਣਾਉਂਦੇ ਜਾ ਰਹੇ ਨੇ ਦੋਨਾਂ ਨੂੰ, ਕਿਉਂਕਿ ਮਹਾਰਾਜ ਕਦੇ ਪਾਠ ਕਰਾਉਂਦੇ ਨੇ, ਕਦੇ ਉਹਨਾਂ ਨੂੰ ਗਿਆਨ ਦੇ ਬਚਨ ਸੁਣਾਉਂਦੇ ਹਨ। ਗਏ ਧਾਮ ਲਾਲੋ ਗੋਬਿੰਦੰ ਮੁਕੰਦਾ। ਗੋਬਿੰਦੇ ਮੁਕੰਦੇ ਦਾਤਾ ਜੀ, ਗੋਬਿੰਦ ਜੋ ਪ੍ਰਕਾਸ਼ਕ ਨੇ ਇੰਦਰੀਆਂ ਦੇ, ਉਹ ਮੁਕੰਦ ਮੁਕਤੀ ਦੇ ਦਾਤੇ, ਵਾਅਦਾ ਕਰਕੇ ਆਏ ਸੀ ਭਾਈ ਲਾਲੋ ਨਾਲ। 1 ਮਹੀਨਾ ਰਹਿਣ ਦਾ ਵਾਅਦਾ ਸੀ, ਪਰ 25 ਦਿਨ ਰਹੇ ਸਨ।
ਰਾਏ ਬਲਾਰ ਜੀ ਦੇ ਬੇਨਤੀ ਕਰਨ ਤੇ ਫਿਰ ਵਾਪਸ ਮੁੜੇ। ਜਦੋਂ ਭਾਈ ਲਾਲੋ ਜੀ ਨੇ ਬੇਨਤੀ ਕੀਤੀ ਸੀ, ਮਹਾਰਾਜ 5 ਦਿਨ ਮੇਰੇ ਬਾਕੀ, ਫਿਰ ਜਿਹੜੇ ਸਤਿਗੁਰੂ ਵਾਅਦਾ ਕਰਕੇ ਆਏ ਸੀ ਕਿ ਕੋਈ ਨਹੀਂ ਭਾਈ ਲਾਲੋ, ਤੇਰੇ ਵਰਗਾ ਪ੍ਰੇਮੀ ਰਾਏ ਬਲਾਰ ਯਾਦ ਕਰ ਰਿਹਾ, ਅਸੀਂ ਉਹਨੂੰ ਮਿਲ ਆਈਏ ਜਰਾ। ਫਿਰ ਅਸੀਂ ਵਾਪਸ ਆ ਕੇ ਜਿੰਨੇ ਤੇਰੇ ਦਿਨ ਬਚਦੇ ਨੇ ਤੇਰੇ ਪਾਸ ਹੀ ਰਹਾਂਗਾ। ਕਿਉਂ ਸਤਿਗੁਰੂ ਜੀ ਉੱਥੇ ਪਹੁੰਚੇ ਹਨ। ਕਰੀ ਬੰਦਨਾ ਹੀਰ ਵਾਡਿਓ ਆਨੰਦਾ। ਜਦੋਂ ਭਾਈ ਲਾਲੋ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕੀਤੇ, ਉਸ ਵਕਤ ਬਹੁਤ ਉਤਸ਼ਾਹ ਨਾਲ ਜਾ ਕੇ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕਿਆ, ਔਰ ਜਿਹੜਾ ਮਨ ਦਾ ਆਨੰਦ ਸੀ ਉਹ ਦਰਸ਼ਨ ਕਰਨ ਨਾਲ ਹੋਰ ਜ਼ਿਆਦਾ ਵੱਧ ਗਿਆ ਜੀ। ਦਸਾਇੰ ਪਰਯੰਕੰ ਵਸਾਏ ਹੁਲਾਸੰ। ਦਸਾਇੰ ਤੋਂ ਭਾਵ ਮੰਜਾ ਜਿਹੜਾ ਸੀ, ਪਲੰਘ ਮੰਜੀ ਜੋ ਆਪਾਂ ਦੇਖੀ ਦੱਸੀ ਸੀ, ਕਿੱਥੇ ਦੇਖੀ ਆ, ਸੋ ਮੰਜਾ ਸੀ ਉਹ ਬਾਣ ਦਾ। ਵਸਾਏ ਹੁਲਾਸੰ, ਬਹੁਤ ਹੁਲਾਸ ਨਾਲ, ਪਿਆਰ ਨਾਲ, ਚਾਅ ਨਾਲ ਉਹਦੇ ਤੇ ਬਿਸਤਰਾ ਵਿਛਾ ਕੇ ਸੋਹਣਾ ਗੁਰੂ ਨਾਨਕ ਦੇਵ ਮਹਾਰਾਜ ਨੂੰ ਬੈਠਣ ਲਈ ਬੇਨਤੀ ਕੀਤੀ। ਸਤਿਗੁਰੂ ਸੱਜ ਗਏ। ਮਨੋ ਭਾਨ ਕੀਨੰ ਆਮੀ ਭੂਰ ਪਿਆਸੰ। ਸੋ ਮਾਨੋ ਕਹਿੰਦੇ ਨੇ ਪਾਨ ਕੀਨੰ ਅਮੀ, ਅੰਮ੍ਰਿਤ ਜਿਹੜਾ ਸੀ ਉਹ ਛਕਣਾ ਕੀਤਾ। ਭੂਰ ਪਿਆਸੰ, ਬਹੁਤੇ ਤਿਹਾਏ ਬੰਦੇ ਨੇ, ਕਿਉਂਕਿ ਦਰਸ਼ਨ ਪਿਆਸੀ ਦਿਨ ਸਰਾਤ, ਚਿਤਵੋਂ ਅੰਦਿਨ ਨੀਤ, ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ। ਜਦੋਂ ਦਰਸ਼ਨਾਂ ਦੀ ਪਿਆਸ ਲੱਗਦੀ ਹੈ ਮਨ ਦੇ ਅੰਦਰ, ਤਾਂ ਗੁਰਸਿੱਖ ਦਾ ਹਿਰਦਾ ਤੜਫਦਾ, ਕਿਉਂਕਿ ਉਹਨੂੰ ਸਮਝ ਲੱਗ ਗਈ ਕਿ ਜਿਤ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀਏ। ਮਨ ਕੀ ਦੁਬਿਧਾ ਬਿਨ ਸਜਾਏ, ਹਰ ਪਰਮ ਪਦ ਲਈਐ। ਕਿਉਂ ਗੁਰਸਿੱਖ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨਾਂ ਨੂੰ ਤਰਸਦਾ ਸੀ। ਗੁਰਾਂ ਨੇ ਜਾ ਕੇ ਦਰਸ਼ਨ ਦੇ ਕੇ ਮਨ ਉਹਦੀ ਅੱਖੀਆਂ ਦੀ ਪਿਆਸ ਬੁਝਾ ਦਿੱਤੀ। ਰਹੇ ਪੰਚ ਰਹਿਣਾ ਚਲੇ ਫੇਰ ਆਗੈ। ਪੰਚ ਰਹਿਣਾ, ਪੂਰੇ 5 ਰਾਤ ਕੱਟੇ ਮਹਾਰਾਜ ਨੇ ਉੱਥੇ। ਪਹਿਲਾ ਦਿਨ ਇਸ ਤਰੀਕੇ ਨਾਲ, ਫਿਰ ਰਾਤ, ਫਿਰ ਦਿਨ, ਫਿਰ ਰਾਤ, 5 ਰਾਤਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਉੱਥੇ ਕੱਟੀਆਂ। ਗੁਰੂ ਨਾਨਕ ਦੇਵ ਜੀ ਮਹਾਰਾਜ ਅੱਗੇ ਚੱਲ ਪਏ। ਲਏ ਨਾਮ ਜਾਂ ਕੈ ਵੱਡੇ ਪਾਪ ਭਾਗੈ। ਕਵੀ ਜੀ ਕਹਿੰਦੇ, ਜਿਨ੍ਹਾਂ ਗੁਰੂ ਨਾਨਕ ਦੇਵ ਜੀ ਦੇ ਨਾਮ ਲਿਆਈ, ਵੱਡੇ ਜਿਹੜੇ ਵੱਡੇ ਵੱਡੇ ਕੀਤੇ ਹੋਏ ਪਾਪ ਨੇ ਇਨਸਾਨ ਦੇ, ਭੱਜ ਜਾਂਦੇ ਨੇ। ਜੇ ਗੁਰੂ ਨਾਨਕ ਦੇਵ ਮਹਾਰਾਜ ਦੇ ਨਾਮ ਦਾ ਹੀ ਜਾਪ ਕਰੀ ਜਾਓ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ। ਬਾਣੀ ਅੰਦਰ ਕਥਨ ਆਉਂਦਾ ਹੈ, ਗੁਰੂ ਨਾਨਕ ਦੇਵ ਗੋਬਿੰਦ ਰੂਪ। ਗੋਬਿੰਦ ਪਰਮੇਸ਼ਰ ਦਾ ਆਪਣਾ ਰੂਪ, ਆਪ ਨਰਾਇਣ ਕਲਾ ਧਾਰ ਜਗ ਮੈਂ ਪਰਵਰਿਆਓ। ਇਸ ਤਰ੍ਹਾਂ ਅਕਾਲ ਪੁਰਖ ਜੀ ਆਪ ਆਏ ਨੇ। ਜਿਨ੍ਹਾਂ ਚੀਜ਼ਾਂ ਲਈ ਆਪਾਂ ਭੱਜੇ ਫਿਰਦੇ ਹਾਂ ਰਾਤ ਦਿਨ, ਉਹਨਾਂ ਲਈ ਭੱਜਣ ਦੀ ਲੋੜ ਨਹੀਂ ਬਹੁਤਾ। ਧੰਨ ਗੁਰੂ ਨਾਨਕ ਸਾਹਿਬ ਆਪੇ ਹੀ ਕਿਰਪਾ ਕਰਦੇ ਨੇ। ਨਾਮ ਦੇ ਦਾਤੇ, ਅੰਮ੍ਰਿਤ ਕੇ ਦਾਤੇ, ਮੁਕਤੀ ਦੇ ਦਾਤੇ, 4 ਪਦਾਰਥਾਂ ਦੇ ਦਾਤੇ, ਸਭ ਚੀਜ਼ਾਂ ਦੇ ਦਾਤੇ। ਜਦੋਂ ਦਾਤਾ ਆਪਣੇ ਕੋਲ ਹੈ, ਫਿਰ ਹੋਰ ਕਿਸੇ ਥਾਂ ਜਾਣ ਦੀ ਲੋੜ ਨਹੀਂ। ਦਾਤੇ ਨੇ ਸਭ ਕਿਰਪਾ ਕਰ ਦੇਣੀ ਆਪੇ ਹੀ। ਪਦੰਗ ਬੰਦ ਲਾਲੋ ਗਇਓ ਦੂਰ ਸੰਗੰ। ਹੁਣ 5 ਦਿਨਾਂ ਤੋਂ ਬਾਅਦ ਅੱਗੇ ਚੱਲੇ ਨੇ। ਭਾਈ ਲਾਲੋ ਨੇ ਮੱਥਾ ਟੇਕਿਆ, ਨਾਲ ਦੂਰ ਤੱਕ ਛੱਡਣ ਗਿਆ। ਕਿੰਨੇ ਮੀਲ ਤੱਕ ਤੁਰਿਆ ਗਿਆ, ਜੀ ਨਹੀਂ ਕਰਦਾ ਵਿਛੜਨ ਨੂੰ। ਮੁਰੇ ਨਾ ਘਰੰ ਪ੍ਰੇਮ ਭੂਰੰ ਓ ਮੰਗੰ। ਘਰ ਨਹੀਂ ਮੁੜਦਾ ਹੈ, ਬਹੁਤਾ ਜ਼ਿਆਦਾ ਪ੍ਰੇਮ ਹੈ, ਉਤਸ਼ਾਹ ਹੈ, ਵਾਪਸ ਨਹੀਂ ਮੁੜਦੇ। ਭਨਿਓ ਵਾਰ ਵਾਰੰ ਮੂਰੋ ਧਾਮ ਆਇੰ। ਵਾਰ ਵਾਰ ਗੁਰੂ ਨਾਨਕ ਦੇਵ ਜੀ ਕਹਿੰਦੇ, ਭਾਈ ਲਾਲੋ ਵਾਪਸ ਮੁੜ ਜਾ, ਹੁਣ ਤਾਂ ਬਹੁਤ ਦੂਰ ਆ ਗਿਆ ਘਰ ਤੋਂ। ਨਹੀਂ ਮਹਾਰਾਜ, ਥੋੜਾ ਜਿਹਾ ਸਮਾਂ ਹੋਰ ਬਖਸ਼ੋ, ਹੋਰ ਵਿਚਾਰ, ਹੋਰ ਕਿਰਪਾ ਕਰੋ। ਫਿਰ ਹੋਰ ਚੱਲਦੇ ਨੇ। ਅਖੀਰ ਮਹਾਰਾਜ ਨੇ ਬਾਰ-ਬਾਰ ਕਿਹਾ, ਨਹੀਂ ਭਾਈ ਹੁਣ ਬਹੁਤ ਦੂਰ ਆ ਗਿਆ, ਸੋ ਇਸ ਕਰਕੇ ਤੈਨੂੰ ਚਾਹੀਦਾ ਕਿ ਤੂੰ ਆਪਣੇ ਘਰ ਵਾਪਸ ਮੁੜ ਜਾ। ਜਿਦਾ ਮੈਂ ਗੁਰੂ ਰੂਪ ਤੈ ਸੰਗ ਵਸਾਇੰ। ਅੱਛਾ ਮਹਾਰਾਜ, ਫਿਰ ਹੁਣ ਕਿਰਪਾ ਕਰ ਦਿਓ, ਫਿਰ ਮੇਰੇ ਹਿਰਦੇ 'ਚ ਬੈਠ ਜਾਓ। ਮੈਂ ਫਿਰ ਦਰਸ਼ਨ ਨਾ ਕਰਾਂਗਾ ਤਾਂ ਮੈਂ ਕਿੱਦਾਂ ਫਿਰ ਜੀਵਾਂਗਾ।
ਤਾਂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਫੇਰ ਕਿਰਪਾ ਕੀਤੀ। ਅੱਛਾ ਬਈ ਸੋ ਭਾਈ ਲਾਲੋ, ਇਉਂ ਫਿਰ ਦੇਖ ਧਿਆਨ ਨਾਲ, ਔਰ ਆਪਣੇ ਹਿਰਦੇ ਅੰਦਰ ਦੇਖ। ਹਿਰਦੇ ਅੰਦਰ ਵੀ ਉਹੀ ਸਰੂਪ ਹੈ, ਮੇਰੀ ਜੋਤ ਹੀ ਸਾਰਿਆਂ ਵਿੱਚ ਹੈ। ਤੇਰੇ ਅੰਦਰ ਵੀ ਮੈਂ ਹੀ ਬੈਠਾ, ਸਭ ਅੰਦਰ ਮੈਂ ਆਪ ਬੈਠਾ, ਕਿਉਂਕਿ ਮੈਂ ਹੀ ਵਿਆਪਕ ਹਾਂ ਸਾਰੇ ਕਿਤੇ। ਕਿਉਂ ਮਹਾਰਾਜ ਨੇ ਆਪਣਾ ਸਰੂਪ ਭਾਈ ਲਾਲੋ ਨੂੰ ਅੰਦਰ ਦਿਖਾ ਦਿੱਤਾ। ਜਹਾਂ ਦੇਸ ਮੰਤਰਣ ਢਾਕਾ ਬੰਗਾਲਾ। ਚੱਲ ਪਏ ਮਹਾਰਾਜ ਸੱਚੇ ਪਾਤਸ਼ਾਹ, ਚਲੇ ਗਏ। ਬੜੇ ਮਹੀਨੇ ਲਾਗੇ। ਜਿੱਥੇ ਸੀਗੇ ਮੰਤਰ ਜੰਤਰ ਤੰਤਰਾਂ ਦਾ ਦੇਸ਼, ਢਾਕਾ ਬੰਗਾਲਾ ਜਦੋਂ ਕਹਿੰਦੇ ਸੀ, ਬੰਗਾਲ ਦਾ ਇਲਾਕਾ ਪਹਿਲਾਂ ਬੰਗਾਲ ਦੇ ਨਾਲ ਹੀ ਜੁੜਿਆ ਸੀ ਢਾਕਾ। ਇਹਨਾਂ ਇਲਾਕਿਆਂ ਦੇ ਵਿੱਚ ਲੋਕ ਬਹੁਤ ਜ਼ਿਆਦਾ ਜੰਤਰ ਮੰਤਰ ਤੰਤਰ ਪਤਾ ਨਹੀਂ ਕਿੰਨਾ ਕੁਛ ਕਰਦੇ, ਜਾਦੂ ਟੂਣੇ ਕਰਦੇ। ਉੱਥੇ ਗੜ੍ਹ ਤੋੜਨ ਜਾਣਾ ਸੀ ਨੂਰ ਸ਼ਾਹ ਦਾ, ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਇਸੇ ਕਾਰਜ ਲਈ ਸ੍ਰਿਸ਼ਟੀ ਤੇ ਆਏ। ਤਾਹਾਂ ਕੋ ਚੱਲੇ ਪ੍ਰਯਾਗ ਦੀਨੰ ਦਿਆਲਾ। ਪਹਿਲਾਂ ਮਹਾਰਾਜ ਕਹਿੰਦੇ ਜਿੱਥੇ ਕਿ ਅਕਾਲ ਪੁਰਖ ਦਾ ਹੁਕਮ ਹੁੰਦਾ, ਇੱਥੇ ਜ਼ਰੂਰਤ ਪਹਿਲਾਂ ਹੈ, ਉੱਥੇ ਜਾਓ। ਉੱਥੇ ਨੂਰ ਸ਼ਾਹ ਨਾਮੇ ਇਸਤਰੀ ਹੈ ਜਿਹੜੀ ਬਹੁਤ ਵੱਡੀ ਜਾਦੂਗਰਨੀ ਹੈ। ਬੜੇ ਹਜ਼ਾਰਾਂ ਬੰਦੇ ਉਹਨੇ ਆਪਣੇ ਕਾਬੂ 'ਚ ਕੀਤੇ ਹੋਏ ਨੇ, ਉਹਨਾਂ ਨੂੰ ਨੌਕਰ ਬਣਾ ਕੇ ਉੱਥੇ ਰੱਖਿਆ। ਉਹ ਮਨੁੱਖਾਂ ਨੂੰ ਗੁਲਾਮ ਬਣਾ ਕੇ ਰੱਖਦੀ, ਆਪਣੇ ਕੰਮ ਕਰਵਾਉਂਦੀ ਹੈ। ਉਹ ਕਿਸੇ ਨੂੰ ਉੱਥੋਂ ਲੰਘਣ ਹੀ ਨਹੀਂ ਦਿੰਦੇ। ਉਹਨਾਂ ਇਸਤਰੀਆਂ ਨੇ ਕੀ ਆਪਣਾ ਹੀ ਰਾਜ ਕਾਇਮ ਕੀਤਾ ਹੋਇਆ। ਇਸ ਤਰ੍ਹਾਂ ਹਨ ਸਾਰੀਆਂ। ਗਤੀ ਮਦ ਮੰਦੰ ਪਦੰ ਪੰਥ ਭਾਵੈ। ਹੁਣ ਇਸ ਤਰ੍ਹਾਂ ਕਹਿੰਦੇ ਨੇ ਹੌਲੀ ਹੌਲੀ ਸਤਿਗੁਰੂ ਨਾਨਕ ਦੇਵ ਜੀ, ਬਹੁਤ ਤੇਰੀ ਚਾਲ ਸੁਹਾਵੀ ਮਧੁਰਾੜੀ ਬਾਣੀ। ਕਿਉਂ ਰਸਤੇ ਵਿੱਚ ਚਰਨ ਪਾਉਂਦੇ ਅੱਗੇ ਅੱਗੇ ਧਰਤੀ ਨੂੰ ਧੀਰਜ ਦੇਣ ਹਾਰੇ, ਪਵਿੱਤਰ ਕਰਨ ਵਾਲੇ ਧਰਤੀ ਨੂੰ। ਧਰਤੀ ਬਹੁਤ ਖੁਸ਼ ਹੈ ਕਿ ਮੇਰੇ ਤੇ ਪਰਮੇਸ਼ਰ ਨੇ ਚਰਨ ਪਾਏ ਹਨ। ਬਸੈ ਰਹਿਨ ਮਾਹੀ ਚਲੇ ਦਿਓ ਸਜਾਵਾ। ਰਾਤ ਨੂੰ ਬਸ ਜਾਂਦੇ ਨੇ ਜਿੱਥੇ ਕਿ ਦੇਖਦੇ ਰਾਤ, ਤੇ ਦਿਨੇ ਫੇਰ ਜਦੋਂ ਸੂਰਜ ਚੜ੍ਹਦਾ ਫੇਰ ਚੱਲ ਪੈਂਦੇ ਨੇ। ਇਸੀ ਭਾਂਤ ਬੀਤੇ ਜਵੈ ਦਿਵਸ ਤੀਨੰ। ਇਸੇ ਤਰ੍ਹਾਂ ਹੀ ਜਦੋਂ 3 ਦਿਨ ਤੱਕ ਤੁਰਦੇ ਰਹੇ 3 ਦਿਨ ਬਤੀਤ ਹੋ ਗਏ। ਆਹਾਰੰ ਕਿਸੋ ਥਾਨ ਲੀਨੰ ਨਾ ਕੀਨੰ। ਨਾ ਕਿਸੇ ਥਾਂ ਤੋਂ ਆਹਾਰ ਲਿਆ, ਭੋਜਨ ਕੀਤਾ, ਨਾ ਲਿਆ ਨਾ ਛਕਿਆ। ਸ਼ੁਦਾ ਹੈ ਨ ਮੋਕੋ ਗੁਰੂ ਧੀਰ ਦੀਨੰ। ਉਸ ਵਕਤ ਭਾਈ ਬਾਲਾ ਜੀ ਕਹਿੰਦੇ, ਸ਼ੁਦਾ ਹੈ ਨਾ ਮੋਕੋ, ਮੈਨੂੰ ਕੋਈ ਭੁੱਖ ਨਹੀਂ ਸੀ। ਗੁਰੂ ਸਾਹਿਬ ਨੇ ਮੇਰੇ ਤੇ ਕਿਰਪਾ ਕੀਤੀ ਹੋਈ ਸੀ, ਧੀਰਜ ਦਿੱਤਾ ਹੋਇਆ ਸੀ ਮੈਨੂੰ। ਆਨੰਦੰ ਦਿਨੰ ਰਹਿਨ ਸੋਕੰ ਬਹੀਨੰ। ਕਿਉਂਕਿ ਮੈਂ ਦਿਨ ਰਾਤ ਆਨੰਦ ਵਿੱਚ ਰਹਿੰਦਾ ਸੀ, ਸੋਗ ਤੋਂ ਬਿਨਾਂ। ਦੋਹਰਾ ਸ਼ੁਦਾ ਲੱਗੀ ਵਿਆਕੁਲ ਭਇਓ ਮਰਦਾਨਾ ਅਕਲਾਇ। ਬਹੁਤ ਜ਼ਿਆਦਾ ਭੁੱਖ ਲੱਗੀ, ਭਾਈ ਮਰਦਾਨਾ ਬਹੁਤਾ ਜ਼ਿਆਦਾ ਵਿਆਕੁਲ ਹੋ ਗਿਆ, ਬਹੁਤਾ ਜ਼ਿਆਦਾ ਉਕਲਾ ਗਿਆ ਵੀ ਕਿੱਥੇ ਨਾਲ ਆ ਗਏ। ਸਮਿਤ ਹੇਤ ਕਾਰਨ ਕਰਨ ਤੇ ਉਰ ਭੁੱਖ ਲਗਾਏ। ਮਹਾਰਾਜ ਸੱਚੇ ਪਾਤਸ਼ਾਹ ਨੇ ਕਿਉਂਕਿ ਬਿਲਾਸ ਕਰਨ ਲਈ ਸਤਿਗੁਰੂ ਜੀ ਨੇ ਕੋਈ ਕਾਰਨ ਬਣਾਉਣਾ ਕੌਤਕ ਕਰਨ ਵਾਸਤੇ, ਫਿਰ ਉਹਦੇ ਅੰਦਰ ਭੁੱਖ ਹੋਰ ਜ਼ਿਆਦਾ ਪੈਦਾ ਕਰ ਦਿੱਤੀ ਤਾਂ ਕਿ ਹੁਣ ਇਹ ਕਿਤੇ ਜਾਵੇ, ਕੋਈ ਕੌਤਕ ਕਰੀਏ। ਸਵਈਆ ਭੂਰ ਸੁਦਾ ਖਿਜਹਿ ਮਨ ਮੈਂ ਕੁਸ ਭਗਤ ਨ ਮੁਖ ਤੇ ਮਰਦਾਨਾ। ਬਹੁਤਾ ਜ਼ਿਆਦਾ ਹੁਣ ਭੁੱਖ ਲੱਗੀ ਆਈ, ਮਨ ਦੇ ਅੰਦਰ ਖਿਜ ਰਿਹਾ, ਤੁਰਿਆ ਵੀ ਜਾਂਦਾ ਹੈ ਪਰ ਮਹਾਰਾਜ ਤੋਂ ਡਰਦਾ, ਕੁਛ ਬੋਲਦਾ ਵੀ ਨਹੀਂ ਹੈ। ਓਜ ਵਿਹੀਨ ਸਰੀਰ ਅਧੀਰ ਭਇਓ ਸਿਥਲੰ ਹਿਰਦਾ ਦੁਖ ਮਾਨਾ। ਸਰੀਰ ਜਿਹੜਾ ਸੀ ਉਹ ਬਲ ਤੋਂ ਹੀਣਾ ਹੋ ਗਿਆ, ਭੁੱਖੇ ਬੰਦੇ ਤੋਂ ਨਹੀਂ ਤੁਰਿਆ ਜਾਂਦਾ। ਸਰੀਰ ਧੀਰਜ ਤੋਂ ਬਿਨਾਂ ਹੋ ਗਿਆ, ਕਮਜ਼ੋਰ ਹੋ ਗਿਆ। ਇਹਦੇ ਕਰਕੇ ਹੀ ਨਾਲ ਨਾਲ ਹਿਰਦੇ ਵਿੱਚ ਬੜਾ ਦੁੱਖ ਮੰਨ ਰਿਹਾ ਹੈ। ਸੰਗਤ ਕਿਉ ਨਿਭੈ ਇਨਕੇ ਮੁਖ ਖਾਤ ਆਹਾਰ ਨਾ ਪਾਨ ਨਾ ਪਾਨਾ। ਇਹਨਾਂ ਦੀ ਵੈਸੇ ਸੰਗਤ ਔਖੀ ਹੋਈ ਨਿਭਣੀ ਹੈ, ਨਾ ਕੁਛ ਮੁਖ ਨਾਲ ਛਕਦੇ ਨੇ ਕੋਈ ਭੋਜਨ, ਨਾ ਕੋਈ ਜਲ ਪਾਣੀ ਛਕਦੇ ਨੇ, ਕਿਤੇ ਨਾ ਦੁੱਧ ਲੱਸੀ।
ਕਿਤੇ ਵੀ ਨਹੀਂ ਛਕਦੇ ਹਨ, ਤੁਰੇ ਹੀ ਜਾ ਰਹੇ ਨੇ। ਹਉ ਇਹ ਭਾਤ ਮਰੋ ਕਿਹ ਥਾਨ ਵਿਹੀਨ ਆਹਾਰ ਰਹਿ ਉਦਿਆਨਾ। ਮੈਨੂੰ ਲੱਗਦਾ ਮੈਂ ਕਿਸੇ ਉਦਿਆਨ 'ਚ ਬੀਆਬਾਨ 'ਚ ਭੁੱਖਾ ਮਰ ਜਾਵਾਂਗਾ, ਉੱਥੇ ਹੀ ਮਰ ਕੇ ਡਿੱਗ ਪੈਣਾ ਮੈਂ। ਇਹਨਾਂ ਨੇ ਮੈਨੂੰ ਇਸ ਤਰ੍ਹਾਂ ਹੀ ਮਾਰਨਾ, ਰੋਲ ਕੇ ਜੰਗਲ ਦੇ ਵਿੱਚ ਮਾਰ ਦੇਣਗੇ। ਸ੍ਰੀ ਗੁਰੂ ਜੀ ਤਹਿ ਅੰਤਰ ਕੀ ਗਤ ਜਾਣਨ ਹਾਰ ਸਭੈ ਵਿਦ ਜਾਨਾ। ਅੰਤਰਜਾਮੀ ਸਤਿਗੁਰੂ ਦੇ ਅੰਦਰ ਦੀ ਹਾਲਤ ਸਾਰੇ ਜਾਣਦੇ ਨੇ ਕਿ ਭਾਈ ਮਰਦਾਨਾ ਕੀ ਸੋਚਦਾ ਆ ਰਿਹਾ ਹੈ। ਆਨੰਦ ਸੋ ਮੁਸਕਾਵਤ ਮੰਦ ਬਿਲੋਕਤ ਦੇਤ ਆਨੰਦ ਕੋ ਦਾਨਾ। ਮੁੱਖ ਚੋਂ ਮਹਾਰਾਜ ਸੱਚੇ ਪਾਤਸ਼ਾਹ ਮੰਦ ਮੰਦ ਮੁਸਕਰਾਉਂਦੇ ਨੇ ਹੌਲੀ ਹੌਲੀ, ਔਰ ਦੇਖਦੇ ਉਧਰ ਨੂੰ। ਫਿਰ ਮਹਾਰਾਜ ਸੱਚੇ ਪਾਤਸ਼ਾਹ ਉਹਨੂੰ ਆਨੰਦ ਵੀ ਦੇ ਰਹੇ ਹਨ। ਬੈਨ ਭੈਣੇ ਰਾਸ ਆਸ ਵੇਖੈ ਤੁਮਰੀ ਸੁਧ ਕਿਆ ਕਹੇ ਮਰਦਾਨਾ। ਮਹਾਰਾਜ ਹਾਸ ਰਸ ਵੀ ਕਰਦੇ ਨੇ, ਉਹਦੇ ਨਾਲ ਹੱਸਦੇ ਵੀ ਨੇ। ਸੋ ਹਾਸੇ ਦੇ ਵਿੱਚ ਕਹਿੰਦੇ ਨੇ, ਕਿਉਂ ਮਰਦਾਨਿਆ, ਕੀ ਹਾਲ ਹੈ? ਨਾਲ ਸਾਡੇ ਆ ਗਿਆ, ਠੀਕ ਠਾਕ ਤਾਂ ਹੈ, ਕੋਈ ਭੁੱਖ ਭਗਤ ਨਹੀਂ ਲੱਗੀ ਹੋਈ। ਦੁਸਨ ਕੀਨ ਚਲੇਗਾ ਤਦੀਨ ਹੋ ਤੋ ਕੰਮ ਲਾਨਨ ਸੋ ਕੁਮ ਲਾਨਾ। ਇਉਂ ਚੁੱਪ ਧਾਰੀ ਹੈ, ਉਸ ਵਕਤ ਚੁੱਪ ਕਰਕੇ ਜਾ ਰਹੇ ਨੇ, ਪਰ ਬੋਲਦੇ ਨਹੀਂ ਹਨ। ਜੇ ਬੋਲਿਆ ਕਿਤੇ ਝਿੜਕ ਕੇ ਨਾ ਕਹਿ ਦੇਣ, ਜਾ ਵਾਪਸ ਚਲੇ ਤਲਵੰਡੀ ਨੂੰ, ਤਾਂ ਸੈਰ ਕਰਨ ਦੀ ਵੀ ਇੱਛਾ, ਦੂਰ ਦਰਾਡੇ ਦੇਸ਼ਾਂ ਜਾਵਾਂਗੇ। ਇਸ ਤਰ੍ਹਾਂ ਸਤਿਗੁਰੂ ਜੀ ਚੁੱਪ ਕਰਕੇ ਹੁਤੋ ਕਮਲਾਨਨ ਸੋ ਕੁਮਲਾਨਾ। ਇਉਂ ਚੁੱਪ ਧਾਰੀ ਹੈ, ਆਜ਼ਾਂ ਵਾਲੀ ਟੋਰ ਟੁਰਦਾ, ਕਮਲ ਵਰਗਾ ਤੇਰਾ ਮੂੰਹ ਸੀ ਜੋ ਕੁਮਲਾ ਗਿਆ। ਤੂੰ ਜਗਤ ਈਸ਼ਵਰੰ ਸ੍ਰੀ ਪਰਮੇਸ਼ਵਰ ਵਿਆਪਹਿ ਭੂਖ ਪਿਆਸ ਨਾ ਥੋਰੀ। ਉਸ ਵਕਤ ਕਹਿਣ ਲੱਗੇ, ਤੁਸੀਂ ਤਾਂ ਰੱਬ ਹੋ ਜੀ, ਜਗਤੇਸ਼ਵਰ ਜੀ, ਪਰਮੇਸ਼ਵਰ ਜੀ। ਇਹ ਭੁੱਖ ਤਾਂ ਸਾਨੂੰ ਹੀ ਲੱਗਦੀ ਹੈ, ਇਹ ਪਿਆਸ ਤਾਂ ਸਾਨੂੰ ਹੀ ਲੱਗਦੀ, ਸਾਡੇ ਵਰਗੇ ਮਨੁੱਖਾਂ ਨੂੰ ਜੀ। ਭੋਜਨ ਕੀ ਨਹਿ ਚਾਹੇ ਕਬੈ ਮੰਗ ਸੰਗਤ ਕਯੋ ਨਿਭੈ ਅਬ ਤੋਰੀ। ਹੁਣ ਭੋਜਨ ਦੀ ਕੋਈ ਚਾਹ ਹੀ ਨਹੀਂ ਹੈ ਮਨ ਦੇ ਅੰਦਰ, ਪਰ ਮਗ ਸੰਗਤ ਕਿਉਂ ਨਿਭੈ ਅਬ ਤੋਰੀ। ਪਰ ਸੰਗਤ ਜਿਹੜੀ ਤੁਹਾਡੇ ਰਸਤੇ ਦੀ ਹੈ, ਇਹ ਕਿਵੇਂ ਨਿਭੇਗੀ? ਤੁਰ ਤੁਰ ਕੇ ਜਾਣਾ ਬਹੁਤ ਔਖਾ ਹੈ। ਬਸਰ ਤੀਨ ਬਤੀਤ ਭਏ ਬਿਨ ਅੰਨ ਵਿਆਕੁਲ ਹੈ ਗਤ ਮੋਰੀ। ਇਹ ਹੁਣ ਜਿਹੜੇ 3 ਦਿਨ ਬਤੀਤ ਹੋ ਗਏ ਨੇ ਅੰਨ ਤੋਂ ਬਿਨਾਂ, ਇਹਦੇ ਨਾਲ ਮੇਰੀ ਹਾਲਤ ਜਿਹੜੀ ਆ ਉਹ ਬਹੁਤ ਮਾੜੀ ਹੋ ਚੁੱਕੀ ਹੈ ਜੀ। ਅੰਤਕ ਓਕਸ ਸੁਖ ਅਰੋਗ ਹੀ ਜਾਵੇਂਗੇ ਮਮ ਪ੍ਰਾਨ ਅਚੋਰੀ। ਇਹ ਤਾਂ ਮੈਨੂੰ ਐ ਲੱਗਦਾ ਕਿ ਅੰਤਕ ਓਕ ਸ਼ੋਕ ਅਰੋਗ ਹੀ ਜਾਵਾਂਗੇ ਮਮ ਪ੍ਰਾਨ ਅਚੋਰੀ। ਕਹਿੰਦੇ ਮੈਨੂੰ ਲੱਗਦਾ ਮੇਰੇ ਪ੍ਰਾਣ ਬਿਨਾਂ ਹੀ ਕਿਸੇ ਰੋਗ ਤੋਂ ਰਸਤੇ 'ਚ ਹੀ ਨਿਕਲ ਜਾਣੇ, ਔਰ ਜਮਾਂ ਦੇ ਘਰ ਮੈਂ ਚਲੇ ਜਾਣਾ। ਇਹ ਗੱਲ ਪ੍ਰਤੱਖ ਹੀ ਆ ਵੀ ਹੁਣ ਮੈਂ ਬੋਲਦਾ ਤਾਂ ਨਹੀਂ ਚਲੋ ਤੁਹਾਡੇ ਅੱਗੇ ਕੁਛ, ਪਰ ਮੈਨੂੰ ਲੱਗਦਾ ਮੈਂ ਰਾਹ 'ਚ ਹੁਣ ਭੁੱਖਾ ਮਰ ਜਾਣਾ, ਔਰ ਜਮਦੂਤ ਮੈਨੂੰ ਲੈ ਜਾਣਗੇ। ਵਿਕਸੇ ਸੁਨ ਬੈਨ ਗੁਰੂ ਗੁਣ ਐਨ ਦਇਆ ਜਿਹੇ ਨੈਣ ਰਹੀ ਛਬ ਛਾਈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਹੁਤ ਹੱਸੇ, ਔਰ ਬਚਨ ਉਹਦੇ ਸੁਣੇ, ਦਇਆ ਦੇ ਘਰ 'ਚ ਆ ਗਏ, ਜਿਨ੍ਹਾਂ ਦੇ ਨੈਣਾਂ ਵਿੱਚ ਹਮੇਸ਼ਾ ਹੀ ਦਇਆ ਛਾ ਰਹੀ ਹੈ। ਤੁਝ ਕੋ ਮਿਰਤ ਹੋਵਨ ਦੇ ਨਹੀਂ ਮਰ ਜਾਵੇਂ ਜੇ ਤਬ ਲਹਿ ਜਵਾਈ। ਮਰਦਾਨਿਆ ਤੈਨੂੰ ਮਰਨ ਨਹੀਂ ਦਿੰਦੇ, ਚਿੰਤਾ ਨਾ ਕਰ, ਇਹ ਛੱਡ ਦੇ, ਮਨ 'ਚੋਂ ਗੱਲ ਕੱਢ ਦੇ। ਜੇ ਤੂੰ ਮਰ ਵੀ ਗਿਆ ਨਾ, ਤੈਨੂੰ ਮੈਂ ਫੇਰ ਜਿਉਂਦਾ ਕਰ ਨੂੰ, ਤੇਰੇ ਨਾਲ ਕੰਮ ਹੈ ਮੈਨੂੰ। ਤੂੰ ਕਿਤੇ ਐਵੇਂ ਸਮਝਦਾ ਗੁਰੂ ਨਾਨਕ ਸਾਹਿਬ ਦੇ ਨਾਲ ਆ ਭਾਈ ਮਰਦਾਨਾ ਤੂੰ। ਮਹਾਰਾਜ ਕਹਿੰਦੇ ਜੇ ਤੂੰ ਮਰ ਗਿਆ, ਮੈਂ ਤੈਨੂੰ ਉੱਥੋਂ ਫੇਰ ਮੋੜ ਲਿਆਉਣਾ। ਕਿੱਥੇ ਜਾਏਗਾ ਤੂੰ ਮਰ ਕੇ? ਤੈਨੂੰ ਮਰਨ ਨਹੀਂ ਦੇਣਾ। ਤਹੈ ਆਖ ਕੋ ਬੂਟ ਬਿਲੋਕ ਬਡੋਂ ਤਹਿ ਕਾਲ ਵੇਖੈ ਮੁਖ ਬਾਨੀ ਆਲਾਈ। ਉੱਥੇ ਇੱਕ ਅੱਕ ਦਾ ਬੂਟਾ ਖੜਾ ਸੀ, ਉਹਨੂੰ ਦੇਖ ਕਰਕੇ ਗੁਰੂ ਨਾਨਕ ਦੇਵ ਜੀ ਨੇ ਕਾਫੀ ਦੇਖਿਆ, ਬੂਟਾ ਵੱਡਾ ਹੈ, ਉਹਨੂੰ ਦੇਖ ਕੇ ਬਚਨ ਕਿਹਾ, ਹਾਲ ਲਿਓ ਬਸਾਲ ਅਚੋਂ ਤਤ ਕਾਲ ਅਗਾਵ ਹੋ ਪੋਟ ਸੁਦਾ ਮਿਟ ਜਾਈ। ਮਹਾਰਾਜ ਕਹਿੰਦੇ ਆ ਫਲ ਲੈ ਲਾ, ਆ ਬੂਟੇ ਨੂੰ ਲੱਗੇ ਹੋਏ ਨੇ, ਛਕ ਲੈ। ਇਹ ਕੁੱਕੜੀਆਂ ਲੱਗੀਆਂ ਹੋਈਆਂ ਸੀ ਅੱਕ ਨੂੰ, ਉਹ ਤੇ ਜ਼ਹਿਰ ਵਰਗੀਆਂ ਕੌੜੀਆਂ, ਤੇ ਬੰਦਾ ਮਰ ਜਾਂਦਾ ਜੇ ਖਾਵੇ। ਤਤਕਾਲ ਕਹਿੰਦੇ ਖਾ ਲੈ, ਰੱਜ ਜਾਏਗਾ, ਤੇਰੀ ਭੁੱਖ ਮਿਟ ਜਾਏਗੀ। ਸੋਰਠਾ ਹਸੀ ਕਰਤ ਮਮ ਸਾਥ ਮਾਰੋ ਇਹ ਖਵਾਏ ਕੈ। ਕਹਿੰਦਾ ਮਖੌਲ ਕਰਦੇ ਹੋ ਭੁੱਖੇ ਨੂੰ, ਮੈਨੂੰ ਖਵਾ ਕੇ ਮਾਰਨਾ ਮੈਨੂੰ। ਇਹ ਤੁਸੀਂ ਕੁੱਕੜੀ ਖਾ ਕੇ ਤੇ ਬੰਦਾ ਰਾਜਦਾ, ਇਹ ਤਾਂ ਜ਼ਹਿਰ ਹੁੰਦੀ ਨਿਰੀ, ਇਹ ਮੈਂ ਨਹੀਂ ਖਾਂਦਾ। ਇਹ ਐਸੇ ਖਾਬੂ ਨਾਥ ਅਰਕ ਫਲਣਾ ਮਿਰਤ ਕੋ ਕਰੈ। ਮਹਾਰਾਜ ਸੱਚੇ ਪਾਤਸ਼ਾਹ ਇਹ ਮੈਂ ਕਿਵੇਂ ਖਾਊਂਗਾ? ਇਹ ਜਿਹੜਾ ਤੁਸੀਂ ਕਹਿੰਦੇ ਹੋ ਅੱਕ ਦਾ ਫਲ ਹੈ ਇਹ, ਔਰ ਇਹ ਖਾਂਦਿਆਂ ਸਾਰ ਬੰਦਾ ਮਰ ਜਾਂਦਾ ਹੈ। ਸਵਈਆ
ਕਮਲਾਨਨ ਵਾਖ ਕਹੇ ਸੁਮਿਤੰ ਤੁਮ ਖਾਵੋ ਖਾਏ ਸੋ ਜਾਏ ਜਿੱਤੇ। ਉਸ ਵਕਤ ਮਹਾਰਾਜ ਨੇ ਹੱਸ ਕੇ ਕਿਹਾ, ਸੋਹਣੇ ਮੁਖ ਚੋਂ ਮਰਦਾਨਾ ਕੁਝ ਨਹੀਂ ਹੁੰਦਾ, ਤੁਮ ਖਾਓ, ਖਾ ਲੈ ਰੱਜ ਕੇ, ਜਿੰਨੇ ਖਾ ਹੁੰਦੇ ਤੋੜ ਤੋੜ ਖਾ ਲਾ, ਅਸੀਂ ਆ ਬੈਠੇ ਆ, ਲੈ ਤੂੰ ਖਾ, ਤੈਨੂੰ ਮਰਨ ਨਹੀਂ ਦਿੰਦੇ, ਰਜਾ ਕੇ ਤੋਰਾਂਗੇ ਤੈਨੂੰ। ਪੁਨ ਲਾਲਚ ਫੇਰ ਕਰੋ ਨਾ ਰਿਦੇ ਨਿਜ ਰਾਖ ਨਾ ਪਾਸ ਸੁਨੋ ਸੁਮਤੇ। ਪਰ ਇਹ ਸਿਆਣਿਆ ਇੱਕ ਗੱਲ ਸੁਣ ਲਾ, ਰੱਜ ਕੇ ਜਿੰਨੀਆਂ ਮਰਜ਼ੀ ਖਾ ਲਾ, ਜੇਬ 'ਚ ਨਾ ਪਾਈ, ਪਰ ਇਹ ਧਿਆਨ ਰੱਖੀ ਤੇ ਫਿਰ ਲਾਲਚ ਨਾ ਕਰੀ ਇਹਨਾਂ ਚੀਜ਼ਾਂ ਦਾ ਕਿ ਚਲੋ ਵੀ ਨਾਲ ਜੇਬ 'ਚ ਪਾ ਲੈਨੇ ਆਪਾਂ। ਤਬ ਪੇਟ ਸ਼ੁੱਧਾ ਜਿਤਨੀ ਕੋ ਆਹੈ ਭਾਰ ਲਿਹੋ ਤਿਤੀ ਧਨ ਹੋਏ ਹਿਤੇ। ਜਿੰਨੀ ਤੇਰੇ ਪੇਟ ਅੰਦਰ ਭੁੱਖ ਹੈ ਨਾ, ਜਿਹਦੇ ਨਾਲ ਸਰੀਰ ਸੁਖੀ ਵੀ ਰਹੇ, ਇਹ ਨਾ ਹੋਵੇ ਫਿਰ ਤੈਨੂੰ ਸਾਹ ਹੀ ਨਾ ਆਵੇ ਖਾ ਕੇ, ਕਿਉਂਕਿ ਜਦ ਤੂੰ ਖਾਂਦਾ ਫਿਰ ਗਲ ਤੱਕ ਭਰ ਲੈਣਾ ਪੇਟ, ਫਿਰ ਕਹੂਗਾ ਸਾਹ ਨਹੀਂ ਆਉਂਦਾ, ਪੇਟ ਦੁਖਦਾ, ਫਿਰ ਮਹਾਰਾਜ ਨੂੰ ਦਵਾਈ ਦੇਣੀ ਪੈਂਦੀ। ਇਸ ਕਰਕੇ ਸਤਿਗੁਰੂ ਪਹਿਲੇ ਕਹਿੰਦੇ ਲਾਲਚ ਨਾ ਕਰੀ ਖਾਣ ਦਾ, ਇੱਕ ਜੇਬ 'ਚ ਨਾ ਪਾਈ। ਇਹ ਤਾਂ ਗੁਰੂ ਘਰ ਦੀ ਗੱਲ ਦੱਸ ਰਹੇ ਨੇ, ਗੁਰੂ ਘਰੋਂ ਖਾਓ ਮਨ ਭਾਉਂਦਾ, ਲਾਲਚ ਨਾਲ ਨਾ ਖਾਓ, ਜੇਬ 'ਚ ਨਾ ਪਾਓ, ਲੈ ਕੇ ਨਾ ਜਾਓ। ਨੈ ਹੋਵੰਗ ਦੋਖਾ ਪ੍ਰਾਨਨ ਕੋ ਹੱਥ ਮਾਨੋ ਵਾਕ ਅਚੇਹੋ ਇਤੇ। ਸੋ ਇੰਨਾ ਕੁ ਖਾਈ ਜਿੰਨਾ ਕੁ ਔਖਾ ਨਾ ਹੋਵੇ, ਸਰੀਰ ਨਾ ਛੱਡਦੀ। ਦੇਖ ਲੈ ਤੂੰ ਭੁੱਖਾ ਕਹਿਣਾ ਨਾ ਕਿ ਭੁੱਖਾ ਨਾ ਮਰ ਜਾ, ਇਹ ਨਾ ਤੂੰ ਇੰਨਾ ਜ਼ਿਆਦਾ ਖਾ ਲਵੇਂ ਤੇ ਖਾ ਕੇ ਹੀ ਮਰ ਜਾਵੇਂ ਕਿਤੇ ਰੱਜ ਰੱਜ ਕੇ। ਐ ਧਿਆਨ ਰੱਖੀ ਆਪਣਾ। ਜਉ ਸੁਨ ਬੈਨ ਮਨੇ ਮਨ ਮੈਂ ਪੁਨ ਆਨਨ ਖਾਤ ਆਨੰਦ ਚਿਤੇ। ਕਿਉਂ ਜਦੋਂ ਬਚਨ ਮੰਨੇ ਮਹਾਰਾਜ ਸੱਚੇ ਪਾਤਸ਼ਾਹ ਦੇ, ਤੋੜ ਕੇ ਹੌਲੀ ਹੌਲੀ ਪਹਿਲਾਂ ਇੱਕ ਮੂੰਹ 'ਚ ਪਾਈ, ਉਹ ਕੁੱਕੜੀਆਂ ਦੇ ਮਹਾਰਾਜ ਨੇ ਅਸਲ 'ਚ ਅੰਬ ਬਣਾਤੇ ਸੀ ਨਿਗਾਹ ਨਾਲ ਹੀ, ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਦੇ ਬਚਨਾਂ ਨਾਲ ਹੀ। ਸੋ ਜਦੋਂ ਕਿਰਪਾ ਕਰਦੇ ਨੇ ਉਸ ਵਕਤ ਸਤਿਗੁਰੂ ਜੋ ਚਾਹਣ, ਉਹ ਤਾਂ ਤਿੰਨਾਂ ਲੋਕਾਂ ਦੇ ਮਾਲਕ ਆ, ਸ੍ਰਿਸ਼ਟੀ ਉਹਨਾਂ ਨੇ ਹੀ ਬਣਾਈ ਹੈ, ਜੋ ਚਾਹਣ ਕਰ ਸਕਦੇ ਨੇ। ਇਸ ਤਰ੍ਹਾਂ ਮਹਾਰਾਜ ਜੀ ਨੇ ਉਹ ਜਦੋਂ ਅੰਬ ਬਣਾਏ, ਛਕਾਏ, ਭਾਈ ਮਰਦਾਨਾ ਇੱਕ ਇੱਕ ਤੋੜਦਾ, ਛਕਦਾ, ਫਿਰ ਤੋੜਦਾ, ਫਿਰ ਛਕਦਾ ਹੈ। ਤੋਰਤ ਤੂਨ ਪਾਵਤ ਹੈ ਮੁਖ ਖਾਵਤ ਸਾਧ ਸੁਧਾ ਤੇ ਅਤੇ। ਜਦੋਂ ਤੋੜ ਕੇ ਮੁਖ ਵਿੱਚ ਪਾਉਂਦਾ ਹੈ, ਬਹੁਤ ਸਵਾਦ ਹੈ, ਅੰਮ੍ਰਿਤ ਵਰਗਾ ਸਵਾਦ ਹੈ, ਬੜਾ ਸਵਾਦ ਹੈ, ਐਂ ਕਹਿ ਕੇ ਖਾਂਦਾ ਹੈ। ਛੋਰ ਛਕੈ ਨਹਿ ਪੇਟ ਭਰਾ ਬਹੁ ਥਾਵ ਰਹਾ ਨਹਿ ਪਾਏ ਕਿਤੇ। ਛੱਡ ਨਹੀਂ ਸਕਦਾ, ਬਹੁਤਾ ਪੇਟ ਭਰ ਗਿਆ, ਵਿੱਚ ਕਿਤੇ ਥਾਂ ਹੀ ਨਹੀਂ ਰਹੀ ਹੁਣ। ਪੂਰ ਲਿਓ ਘਰ ਲਉ ਉਦਰੰ ਤ੍ਰਿਸ਼ਨਾ ਨਾ ਹਟੈ ਬਹੁ ਤੋਰ ਲਿਤੇ। ਫਿਰ ਪੂਰ ਲਿਆ ਪੇਟ, ਫਿਰ ਗਲ ਤੱਕ। ਮਹਾਰਾਜ ਨੂੰ ਤਾਂ ਪਤਾ ਹੀ ਸੀ ਵੀ ਇਹਨੇ ਇਹੀ ਕਰਨਾ, ਅੱਗੇ ਵੀ ਨਹੀਂ ਹਟਦਾ ਹੁੰਦਾ। ਐਨ ਗਲ ਤੱਕ ਭਰ ਲਿਆ, ਖਾ ਖਾ ਕੇ ਉਹੋ ਜਿਹੇ ਕੋਈ ਫਲ ਬਣਾ ਤੇ ਮਹਾਰਾਜ ਨੇ, ਤ੍ਰਿਸ਼ਨਾ ਨਹੀਂ ਹਟਦੀ, ਬਹੁਤ ਸਾਰੇ ਹੋਰ ਵੀ ਤੋੜ ਲਏ। ਲਾਲਚ ਕੋ ਘਰ ਕੈ ਢਾਲ ਤੋੜ ਕੇ ਬੰਦ ਸੋ ਪੱਲੇ ਕੇ ਸੰਗ ਲੀਏ। ਲਾਲਚ ਕਰਕੇ ਆਪਣਾ ਗਲ ਵਾਲਾ ਜਿਹੜਾ ਪਰਨਾ ਸੀ ਖਿਲਾਰ ਕੇ ਚੰਗੀ ਤਰ੍ਹਾਂ ਉਹਦੇ ਨਾਲ ਬੰਨ੍ਹ ਕੇ ਪਿਛਲੇ ਪਾਸੇ ਨੂੰ ਸੁੱਟ ਲਏ। ਆਹ ਤੀਜੇ ਨੰਬਰ ਤੇ ਤੁਰਦਾ ਸੀ ਨਾ, ਪਹਿਲੇ ਤੇ ਮਹਾਰਾਜ, ਦੂਜੇ ਤੇ ਭਾਈ ਬਾਲਾ, ਤੀਜੇ ਤੇ ਭਾਈ ਮਰਦਾਨਾ, ਰਬਾਬ ਵੀ ਟੰਗੀ ਹੋਈ ਹੈ, ਪੱਲੇ ਤੇ ਪਿਛਲੇ ਪਾਸੇ ਕਰਕੇ ਸਿੱਟ ਲਏ। ਮਹਾਰਾਜ ਨੇ ਕਿਹੜਾ ਦੇਖਣੇ ਆ, ਫਿਰ ਮੈਂ ਕਿਤੇ ਜਾ ਕੇ ਫੇਰ ਖਾਊਂਗਾ। ਵਸਰ ਇੱਕ ਆਹਾਰ ਰੱਖਾ ਤਿੰਨ ਸ੍ਰੀ ਗੁਰ ਤੇ ਚਖ ਚੋਰ ਕੀਏ। ਹੁਣ ਇੱਕ ਦਿਨ ਤੱਕ ਉਹ ਰੱਖੇ, ਤੁਰੇ ਗਏ, ਫਿਰ ਭੁੱਖ ਲੱਗੀ ਆਈ, ਫਿਰ ਮਹਾਰਾਜ ਸੱਚੇ ਪਾਤਸ਼ਾਹ ਤੋਂ ਚੋਰੀ। ਫਿਰ ਕੀ ਕੀਤਾ, ਉਹ ਕੱਢ ਕੇ ਹੌਲੀ ਕਿਤੇ ਤੁਰੇ ਤੁਰੇ ਜਾਂਦੇ ਨੇ, ਫਿਰ ਦੰਦੀ ਵੱਢ ਲਈ। ਹੁਣ ਤੇ ਕੁੱਕੜੀ ਸੀ ਇਹ, ਕੋਈ ਫਲ ਥੋੜੀ ਸੀ। ਹੁਣ ਉਹ ਤਾਂ ਉਹ ਮੌਕੇ ਤੇ ਮਹਾਰਾਜ ਨੇ ਕਰਨਾ ਸੀ, ਸਾਰਾ ਕੁਝ ਕਰ ਦਿੱਤਾ ਗੁਰੂ ਸਾਹਿਬ ਜੀ ਨੇ। ਇਹਨੇ ਮਹਾਰਾਜ ਤੋਂ ਚੋਰੀ ਦੰਦੀ ਵੱਢ ਲਈ। ਭੂਖ ਲੱਗ ਜਾਵੇ ਅਗਲੇ ਦਿਨ ਤੂੰ ਨਹੀਂ ਤਬ ਕਾਢ ਖਾਏ। ਇਸ ਤਰ੍ਹਾਂ ਇਹਨੇ ਸੋਚਿਆ ਸੀ ਰਸਤੇ 'ਚ ਕੱਢ ਕੇ ਖਾਊਂਗਾ, ਚੋਰੀ ਰੱਖੇ ਸੀ ਮਹਾਰਾਜ ਤੋਂ। ਜਦੋਂ ਭੁੱਖ ਫਿਰ ਅਗਲੇ ਦਿਨ ਲੱਗੀ ਤਾਂ ਕੱਢ ਕੇ ਉਸ ਵਕਤ ਖਾਣ ਲੱਗਾ। ਖਾਵਤ ਵਿਆਕੁਲ ਹੋਏ ਗਇਓ ਮੁਖ ਹਾਏ ਪੁਕਾਰਤ ਹਾਏ ਕੀਏ। ਖਾਂਦਿਆਂ ਸਾਰੀ ਮੂੰਹ ਵਿਆਕਲ, ਕਿਉਂ ਤਾਂ ਨੀਰੀ ਜ਼ਹਿਰ ਕੜੱਤਣ ਉਹਦੇ 'ਚ ਐ, ਮੂੰਹ ਉਸੇ ਟਾਈਮ ਫਟ ਜਾਂਦਾ ਉਹਨੂੰ ਖਾਂਦਿਆਂ ਹੀ। ਹਾਏ ਹਾਏ ਕਰੇ ਫਿਰ ਉੱਚੀ ਉੱਚੀ, ਬਚਾਓ ਮਰ ਗਿਆ ਮੈਂ ਤਾਂ।
ਇਉਂ ਮਹਾਰਾਜ ਸੱਚੇ ਪਾਤਸ਼ਾਹ ਨੇ ਹੁਣ ਆਵਾਜ਼ ਸੁਣੀ। ਪਰ ਕੇ ਧਰਤੀ ਪਰ ਪਾਏ ਪਸਾਰ ਪੁਕਾਰਤ ਆਰਤ ਭਾ ਮਰਦਾਨਾ। ਬਹੁਤ ਦੁਖੀ ਹੋ ਕੇ ਧਰਤੀ ਤੇ ਲੰਮਾ ਪੈ ਕੇ ਲੱਤਾਂ ਮਾਰਦਾ ਜ਼ੋਰ ਜ਼ੋਰ ਦੀ, ਮੈਨੂੰ ਬਚਾਓ ਮੈਂ ਮਰ ਚੱਲਿਆ। ਕਬ ਪੜਤ ਦਾਵਤ ਹੈ ਉਦਰੰ ਕਬ ਬੈਠਤ ਐਠ ਅਮੈਡਤ ਘਰਾਨਾ। ਸੁਣ ਕੇ ਲੰਮਾ ਪੈਂਦਾ, ਕਦੇ ਢਿੱਡ ਦਬਦਾ ਆਪਣਾ, ਮੇਰੇ ਪੇਟ 'ਚ ਫਟ ਗਿਆ, ਉਹ ਦਰਦ ਹੋ ਗਿਆ। ਉਹ ਤਾਂ ਸਿੱਧੀ ਪੁਆਇਜ਼ਨ ਹੁੰਦੀ ਨਿਰੀ ਹੋਈ, ਉਹ ਖਾ ਲਿਆ। ਫਿਰ ਕਦੇ ਆਕੜਦਾ, ਕਦੇ ਨੱਕ ਚੜਾਉਂਦਾ, ਮਹਾਰਾਜ ਸੱਚੇ ਪਾਤਸ਼ਾਹ ਮੈਨੂੰ ਬਚਾ ਲਓ ਜੀ। ਨਿਜਕਾਰ ਕਰੀ ਤਰਪਾ ਕਰ ਕੇ ਉਚਰੈ ਨਾ ਗੁਰੂ ਢਿਗ ਬੈਨ ਇਆਨਾ। ਉਸ ਵਕਤ ਆਪਣੀ ਚੋਰੀ ਵਾਲੀ ਇਹ ਕਾਰ ਕਰ ਹੀ ਗਿਆ। ਕਹਿੰਦੇ ਫਿਰ ਸ਼ਰਮ ਦੇ ਮਾਰੇ ਨੇ ਉਸ ਵਕਤ ਇਹ ਤਰਪਾ ਕਰਕੇ ਉਚਰੈ ਨਾ ਗੁਰੂ ਢਿਗ ਬੈਨ ਇਆਨਾ। ਨਿਆਣਿਆਂ ਨੂੰ ਬਚਨ ਨਹੀਂ ਉਚਾਰਦਾ, ਦੱਸਦਾ ਨਹੀਂ ਵੀ ਹੋ ਕੀ ਗਿਆ ਮੈਨੂੰ। ਪੂਰ ਭੂਰ ਬਿਸੂਰਤ ਵਿਆਕੁਲ ਹੋਵਤ ਜਾਉ ਦੁਖ ਪਾਏ ਪਰਿਓ ਤਹਿ ਥਾਨਾ। ਮਨ ਦੇ ਅੰਦਰ ਬਹੁਤਾ ਬਸੂਰਦਾ, ਝੂਰਦਾ, ਕਾਹਲਾ ਪੈਂਦਾ, ਇਉਂ ਦੁੱਖ ਪਾ ਕੇ ਉਹ ਥਾਂ ਦੇ ਉੱਤੇ ਲੰਮਾ ਪੈ ਗਿਆ। ਸਿੱਖਨ ਕੇ ਸੁਖ ਦਾ ਚੱਖ ਦੇਖ ਦੁਖਾਤਰ ਹੈ ਬਪਖੰ ਮਰਦਾਨਾ। ਗੁਰਸਿੱਖਾਂ ਦੇ ਸੁਖ ਦੇ ਦੇਣ ਵਾਲੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਨੇਤਰੀ ਜੋ ਦੇਖਿਆ, ਉਸ ਵਕਤ ਦੁਖਾਤਰ ਹੈ ਬਪੁਖੰ ਮਰਦਾਨਾ। ਸਰੀਰ ਕਰਕੇ ਦੁਖੀ ਹੈ, ਲਿਟੀ ਜਾਂਦਾ, ਅੱਖਾਂ ਤਾਹਾਂ ਨੂੰ ਚੜਾਈ ਫਿਰਦਾ। ਆਨੰਦ ਤੇ ਸਮੇਤਾ ਕਰੁ ਨਾ ਨਿਦ ਤਾਹੇ ਕੇ ਸੰਗ ਸੋਵਾ ਕੁਬਖਾਨਾ। ਉਸ ਵਕਤ ਮੁਸਕਰਾ ਕੇ ਕਿਰਪਾ ਦੇ ਖਜ਼ਾਨੇ ਗੁਰੂ ਨਾਨਕ ਦੇਵ ਮਹਾਰਾਜ ਨੇ ਮੁਖ ਚੋਂ ਬਚਨ ਕਿਹਾ। ਲਾਲਚ ਕੋ ਕਰ ਪਾਸ ਰੱਖੇ ਤੋਹੇ ਬੂਝ ਨਾ ਮੋਹਿ ਲਿਓ ਤੇਹ ਥਾਨਾ। ਲਾਲਚ ਕਰਕੇ ਤੂੰ ਆਪਣੇ ਕੋਲ ਰੱਖ ਲਏ ਸੀ, ਮੈਨੂੰ ਪੁੱਛਿਆ ਨਹੀਂ ਉਹ ਥਾਂ ਦੇ ਉੱਤੇ। ਖਾਣ ਵੇਲੇ ਹੀ ਪੁੱਛ ਲੈਂਦਾ, ਚੱਲ ਜਦ ਹੀ ਠੀਕ ਕਰ ਦਿੰਦੇ, ਫਲ ਦੂਜੇ ਬਣਾ ਦਿੰਦੇ ਉਹਨਾਂ ਦੇ। ਤੂੰ ਦੇਖ ਲੈ, ਮੰਨਿਆ ਨਹੀਂ ਸਾਡੀ ਗੱਲ। ਤੂੰ ਦੁਖ ਪਾਵਤ ਹੋ ਇਤਨਾ ਮੁਝ ਬੁਝ ਹੈ ਜੇ ਨਹਿ ਦੁਖ ਸੁਜਾਨਾ। ਹੁਣ ਤੂੰ ਇਹਨਾਂ ਦੁੱਖ ਪਾ ਰਿਹਾ, ਇਹਨਾਂ ਨੂੰ ਖਾ ਕੇ। ਭਾਈ ਮਰਦਾਨਾ ਜੇ ਮੈਨੂੰ ਪੁੱਛ ਹੀ ਲੈਂਦਾ ਮਾੜਾ ਜਿਹਾ ਕਿ ਮਹਾਰਾਜ ਮੈਂ ਨਾਲ ਲਿਆਂਦੇ ਆ ਸ਼ਕਲਾਂ, ਤੇ ਦੁੱਖ ਤਾਂ ਨਾ ਹੁੰਦਾ ਸਿਆਣਿਆ ਤੈਨੂੰ। ਜਾਨਸ ਤੇ ਲਈ ਮਮ ਜੋ ਕਰ ਜੋ ਹਿਰਦੇ ਰੱਖ ਲੱਖ ਬੈਨ ਉਚਾਰੇ। ਇਸ ਕਰਕੇ ਮਾਨੋ ਤੂੰ ਤੇ ਆਇਆ ਜਾਣ ਲਈ ਮਰਦਾਨੇ ਨੇ ਲੱਖ ਕੇ ਕਿ ਜੋ ਚੋਰੀ ਮੈਂ ਕੀਤੀ ਇਹਨਾਂ ਨੇ ਜਾਣ ਲਈ। ਮਹਾਰਾਜ ਨੇ ਕਿਹਾ ਜੋ ਕਿ ਤੂੰ ਉੱਥੇ ਲੁਕੋ ਕੇ ਹੁਣ ਖਾਧੀ ਚੋਰੀ, ਉਹਨੇ ਵੀ ਜਾਣ ਲਿਆ ਭਾਈ ਮਰਦਾਨੇ ਨੇ ਕਿ ਸਤਿਗੁਰੂ ਜਾਣ ਗਏ ਹੁਣ ਮੇਰੀ ਗੱਲ। ਹਾਂ ਅਨ ਜਾਣ ਪਾਣਾ ਮਨ ਮਾਨ ਨਾ ਚੀਨਤ ਭੇਜ ਚਰਿੱਤਰ ਤੁਮਾਰੇ। ਮਹਾਰਾਜ ਸੱਚੇ ਪਾਤਸ਼ਾਹ ਜੀ ਮੈਂ ਅਣਜਾਣ ਹਾਂ ਜੀ, ਮੈਂ ਮਨ ਚ ਮੰਨਿਆ ਕਿ ਪਤਾ ਨਹੀਂ ਹੁਣ ਤੁਹਾਨੂੰ ਪਤਾ ਹੀ ਨਹੀਂ ਲੱਗੇਗਾ, ਤੇ ਮੈਂ ਚੁੱਪ ਕਰਕੇ ਸਾਰਾ ਕੁਝ ਅਣਜਾਣ ਪੁਣੇ 'ਚ ਇਹ ਗੱਲ ਕੀਤੀ ਹੈ, ਤੁਹਾਡੇ ਕੌਤਕ ਨਹੀਂ ਜਾਣਦਾ। ਇਹ ਗੱਲਾਂ ਤਾਂ ਇਹ ਨੋਟ ਕਰਨ ਵਾਲੀਆਂ ਹੁੰਦੀਆਂ। ਆਪਾਂ ਹੁਣ ਵੀ ਇਹੀ ਸਮਝਦੇ ਹਾਂ ਵੀ ਗੁਰੂ ਗ੍ਰੰਥ ਸਾਹਿਬ ਕਿਹੜਾ ਦੇਖਦੇ ਆ, ਉਹ ਮਹਾਰਾਜ ਦਾ ਅੰਦਰ ਪ੍ਰਕਾਸ਼ ਹੈ। ਇਹ ਨਹੀਂ ਪਤਾ ਵੀ ਸਾਰਿਆਂ ਦਾ ਪਿਓ ਹੈ, ਇਹ ਤਿੰਨਾਂ ਲੋਕਾਂ 'ਚ ਹੀ ਦੇਖਦਾ। ਇਹ ਬਹੁਤ ਦੇਖਣ ਨੂੰ ਹੀ ਲੱਗਦੇ ਵੀ ਚੁੱਪ ਕਰਕੇ ਬੈਠੇ ਆ। ਸ੍ਰਿਸ਼ਟੀ ਨੂੰ ਸਾਰੀ ਰੋਜੀ ਰੋਟੀ ਦੇਣ ਦਾ ਮਾਲਕ ਹੈ ਇਹ। ਬਸ ਜਿਹੜੀ ਕਿਰਿਆ ਕਰਦੇ ਉਹ ਇੰਨੀ ਗੁਪਤ ਹੈ, ਕਿਸੇ ਨੂੰ ਪਤਾ ਹੀ ਨਹੀਂ ਲੱਗਦਾ ਇਹਨਾਂ ਦਾ। ਸਮਝ ਜਾਓ ਹਲੇ ਵੀ ਇਹ ਜਿਹੜੇ ਕਰਦੇ ਆ ਨਾ ਗੁਰੂ ਗ੍ਰੰਥ ਸਾਹਿਬ ਤੋਂ ਚੋਰੀ ਚੋਰੀ ਇੱਧਰ ਉੱਧਰ ਬੰਦੇ ਬਣ ਜਾਓ ਬੰਦੇ। ਜੇ ਮਹਾਰਾਜ ਸੱਚੇ ਪਾਤਸ਼ਾਹ ਨੇ ਰਗੜੇ ਚਾੜਤੇ ਨਾ, ਫਿਰ ਆਲਾ ਦਾਲਾ ਦੇਖਣਾ ਤੁਸੀਂ। ਆਹ ਭਾਈ ਮਰਦਾਨਾ ਲਿਟਦਾ, ਇਹ ਤਾਂ ਦਿਖਾਇਆ ਵੀ ਜਿਹੜਾ ਗੁਰੂ ਘਰ ਦੀ ਚੀਜ਼ ਖਾਂਦਾ ਨਾ ਫਿਰ ਉਹਦਾ ਇਹ ਹਾਲ ਹੁੰਦਾ, ਫਿਰ ਲਿਟ ਲਿਟ ਮਰਦਾ, ਫਿਰ ਬੇਨਤੀਆਂ ਕਰਦਾ। ਫਿਰ ਉਹ ਜਿਵੇਂ ਧਮਧਾਨ ਸਾਹਿਬ ਪੈਂਦਾ ਨਾ ਨਰਵਾਣੇ ਕੋਲੇ ਹਰਿਆਣੇ 'ਚ, ਸੋ ਜਿੱਥੋਂ ਮਹਾਰਾਜ ਨੇ ਵਰ ਦਿੱਤਾ 10ਵੇਂ ਪਾਤਸ਼ਾਹ ਨੇ ਕਿ ਧਮਧਾਨ ਸਾਹਿਬ ਹਜ਼ੂਰ ਸਾਹਿਬ ਦੀ ਡਿਊੜੀ ਹੈ। ਤੋ ਇਸ ਤਰ੍ਹਾਂ ਉੱਥੋਂ ਪਹਿਲਾਂ ਦਰਸ਼ਨ ਕਰਕੇ ਫਿਰ ਜਿਹੜਾ ਹਜ਼ੂਰ ਸਾਹਿਬ ਜਾਊ, ਫਿਰ ਉਹਦਾ ਸਫਲਾ ਹੋਊ ਯਾਤਰਾ। ਉੱਥੇ ਕੋਈ 5 ਕਿਲੋ ਤੇਲ ਚੜਾ ਗਿਆ ਬਈ, ਇੱਥੇ ਉਹਨੂੰ ਪਤਾ ਨਹੀਂ ਸੀ ਵੀ ਇੱਥੇ ਜੋਤ ਵਿੱਚ ਦੇਸੀ ਘਿਓ ਪੈਂਦਾ। ਉਧਰਲਾ ਜਾਟ ਸੀ ਕੋਈ, ਉਹ ਕੀ ਕੀਤਾ, ਗ੍ਰੰਥੀ ਸਿੰਘ ਕਹਿੰਦੇ ਤੇਲ ਜਿਹੜਾ ਹੈ ਇਹ ਪੈਣਾ ਤਾਂ ਨਹੀਂ ਜੋਤ, ਚੱਲ ਆਪਾਂ ਵੰਡ ਲੈਂਦੇ ਹਾਂ। ਕਿਲੋ ਕਿਲੋ 2.5 ਕਿਲੋ ਉਹਨਾਂ ਨੇ ਲੈ ਕੇ ਜਦੋਂ ਸਿਰ ਤੇ ਮਲਿਆ, ਮੂੰਹ ਤੇ ਮਲਿਆ, ਕੇਸ ਹੀ ਨਾ ਰਹੇ, ਸਾਰੇ ਹੀ ਉਤਰ ਗਏ। ਮੂੰਹ ਤੇ ਕੱਪੜੇ ਬੰਨੀ ਫਿਰਨ, ਸਿਰ ਤੇ ਕੱਪੜੇ, ਰੋਂਦੇ ਫਿਰਨ ਵੀ ਕੀ ਹੋ ਗਿਆ। ਇੱਕ ਗ੍ਰੰਥੀ ਉਹ ਫਿਰ ਜੰਗਲ 'ਚ ਲੈ ਗਿਆ, ਉੱਧਰ ਜਾ ਕੇ ਬਹੁਤ ਰੋਵੇ। ਉੱਥੇ ਫਿਰ ਗੁਪਤ ਰੂਪ 'ਚ ਮਹਾਰਾਜ ਸੱਚੇ ਪਾਤਸ਼ਾਹ ਹੋਰ ਰੂਪ ਧਾਰ ਕੇ ਮਿਲੇ 9ਵੇਂ ਪਾਤਸ਼ਾਹ। ਕਹਿੰਦੇ ਇਉਂ ਕਰੋ, ਹੁਣ ਤੁਹਾਡਾ ਛੁਟਕਾਰਾ ਇਹੀ ਹੈ, ਸਾਰੇ ਜਾਣੇ 5-5 ਕਿਲੋ ਤੇਲ ਫਿਰ ਹੁਣ ਚੜਾ ਦਿਓ ਉੱਥੇ ਜਾ ਕੇ ਵਾਪਸ। ਉੱਥੇ
ਬਹੁਤੀ ਜ਼ਾਹਰਾ ਸ਼ਕਤੀ ਆ। ਨਿਸ਼ਾਨ ਸਾਹਿਬ ਇੱਕ ਵਾਰ ਟੇਢਾ ਹੀ ਹੋ ਗਿਆ ਸੀ ਸਾਰਾ, ਕੋਈ ਬੰਦਾ ਤੰਬਾਕੂ ਲੈ ਕੇ ਅੰਦਰ ਚਲਿਆ ਗਿਆ ਸੀ। ਉੱਥੇ ਜਿਹੜਾ ਲਾਂਗਰੀ ਸੀ ਉਹ ਚੋਰੀ ਖਾਂਦਾ ਹੁੰਦਾ ਸੀ ਮੱਖਣ ਮੁੱਖਣ ਜਿਹਾ, ਤੇ ਇੱਕ ਦਿਨ ਫਿਰ ਸੱਪ ਨਿਕਲਿਆ ਭਰੀ ਸਭਾ 'ਚ, ਸੰਗਤ ਦੇ ਵਿੱਚ ਲੰਗਰ ਵਰਤਾਉਂਦਿਆਂ ਵੱਡਾ ਸਾਰਾ ਸੱਪ ਮੂਹਰੇ ਖੜ ਗਿਆ ਫਣ ਖਿਲਾਰ ਕੇ। ਉਹ ਉੱਚੀ ਉੱਚੀ ਰੌਲਾ ਪਾ ਕੇ ਕਹਿੰਦਾ, ਬਾਬਾ ਹੁਣ ਨਹੀਂ ਖਾਂਦਾ, ਹੁਣ ਛੱਡ ਦੇ, ਅੱਗੇ ਵਾਸਤੇ ਗਲਤੀ ਨਹੀਂ ਕਰਦਾ। ਬਾਬਾ ਜ਼ਾਹਰਾ ਹੋ ਜਾਂਦਾ ਉਸੇ ਵਕਤ। ਇਸ ਕਰਕੇ ਇਹਨਾਂ ਸਾਖੀਆਂ ਨੂੰ ਸੁਣ ਕੇ ਠੀਕ ਆ ਆਪਾਂ ਹੱਸਦੇ ਵੀ ਹਾਂ, ਪਰ ਨਾਲ ਇਹ ਵੀ ਸਿੱਖਿਆ ਲਓ ਵੀ ਜਿਹੜਾ ਬੰਦਾ ਗੁਰੂ ਨਾਨਕ ਸਾਹਿਬ ਦੀ ਆਗਿਆ ਤੋਂ ਬਿਨਾਂ ਕੁਝ ਕਰਦਾ ਹੈ, ਦਸਾਂ ਸਰੂਪਾਂ ਦੇ ਹੁਕਮ ਤੋਂ ਬਾਹਰ ਜਾਂਦਾ ਹੈ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਇਹ ਸਾਖੀਆਂ ਵਿੱਚ ਬਹੁਤ ਸਿੱਖਿਆ ਹੈ। ਜੇ ਆਪਾਂ ਇਹਨੂੰ ਗ੍ਰਹਿਣ ਕਰੀਏ, ਗੁਰੂ ਨਾਨਕ ਸਾਹਿਬ ਨੇ ਕਿਹਾ ਮਰਦਾਨਿਆਂ ਪੁੱਛ ਕੇ ਨਹੀਂ ਲੈ ਸਕਦਾ, ਪੁੱਛ ਕੇ ਨਹੀਂ ਸੀ ਖਾ ਸਕਦਾ। ਤਾਂ ਇਹੀ ਕੰਮ ਹੁਣ ਕਰਨਾ ਕਿ ਜੋ ਕੁਝ ਕਰਨਾ ਆਗਿਆ ਲੈ ਕੇ ਪੁੱਛ ਕੇ ਹਮੇਸ਼ਾ ਚੱਲੀਏ, ਫੇਰ ਕਦੇ ਦੁੱਖ ਨਹੀਂ ਹੁੰਦਾ। ਆਪਾਂ ਮਹਾਰਾਜ ਨੂੰ ਤਾਂ ਪੁੱਛਦੇ ਹੀ ਨਹੀਂ, ਕੋਈ ਬਚਨ ਕਦੇ ਪੁੱਛਿਆ, ਕਦੇ ਹੁਕਮਨਾਮਾ ਨਹੀਂ ਲਿਆ, ਕਦੇ ਬੇਨਤੀ ਨਹੀਂ ਕੀਤੀ। ਆਪਣੀ ਮਰਜ਼ੀ ਨਾਲ ਹੀ ਆਪਾਂ ਸਾਰੇ ਕੰਮ ਕਰਦੇ ਹਾਂ। ਚਲੋ ਮਹਾਰਾਜ ਨੂੰ ਵਿੱਚੋਂ ਪਾਸੇ ਕਰ ਦਿੰਦੇ ਹਾਂ। ਜਿੱਦਣ ਪੰਥ ਨੇ ਗੁਰੂ ਗ੍ਰੰਥ ਸਾਹਿਬ ਨੂੰ ਮੰਨ ਲਿਆ ਨਾ, ਬਈ ਗੁਰੂ ਗ੍ਰੰਥ ਸਾਹਿਬ ਤੁਸੀਂ ਹੋ ਸਾਰਿਆਂ ਤੋਂ ਵੱਡੇ, ਉਦਣ ਹੀ ਕਿਰਪਾ ਹੋ ਜਾਣੀ ਹੈ। ਪੂਰਬ ਸੇ ਲੱਖ ਖਾਏ ਲਏ, ਜਿਨ ਖਾਵਤ ਦੇ ਭਾਈ ਦੁਖਿਆਰੇ। ਸੋ ਪਹਿਲੇ ਵਰਗੇ ਸੀ ਜਿਹੜੇ, ਉਹ ਲੱਖ ਕੇ ਤੂੰ ਜਾਣ ਕੇ ਖਾਧੇ ਹੋਣੇ ਵੀ ਮਿੱਠੇ ਹੋਣਗੇ। ਸੋ ਜਿਨ੍ਹਾਂ ਦੇ ਖਾਣ ਨਾਲ ਹੁਣ ਦੇਖ ਕਿੰਨਾ ਦੁਖੀ ਹੋਇਆ ਤੂੰ। ਇਹ ਤੈਨੂੰ ਸਮਝਾਇਆ ਵੀ ਤੂੰ ਆਗਿਆ ਲੈ ਕੇ ਕੰਮ ਕਰਿਆ ਕਰ, ਬਿਨਾਂ ਪੁੱਛੇ ਕੰਮ ਨਾ ਕਰਿਆ ਕਰ ਕੋਈ। ਹੋਰ ਰਖੇ ਤੁਮ ਚੋਰੀ, ਦੁਰਾਏ ਕਾ ਹਿਤ ਸ਼ੁੱਧਾ ਏਕ ਦਿਵਸ ਆਹਾਰੇ। ਤੂੰ ਇੱਕ ਦਿਨ ਦਾ ਭੋਜਨ ਜਿਹੜਾ ਸੀ ਉਹ ਤੋੜ ਕੇ ਰੱਖਿਆ, ਚੋਰੀ ਚੋਰੀ ਛੁਪਾ ਕੇ। ਇਹ ਛੁਪਾ ਕੇ ਜਿਹੜੀ ਚੀਜ਼ ਰੱਖਣੀ ਆ ਨਾ, ਇਹ ਚੰਗੀ ਨਹੀਂ ਹੁੰਦੀ ਹੈ। ਇਸ ਕਰਕੇ ਮੈਂ ਜ਼ਿੰਦਗੀ ਦੇ ਵਿੱਚ ਇਸ ਲਾਈਨ 'ਚ ਹੁਣ 33 ਕੁ ਸਾਲ ਤਾਂ ਹੋ ਹੀ ਗਏ ਆ, ਮਹਾਂਪੁਰਖਾਂ ਨਾਲ 10 ਕੁ ਸਾਲ, ਸ਼੍ਰੋਮਣੀ ਕਮੇਟੀ ਵਿੱਚ ਫਿਰ ਇਸੇ ਪ੍ਰਕਾਰ 20-21 ਸਾਲ ਉੱਧਰ ਵੀ ਹੋ ਗਏ। ਉਹ ਮੈਂ ਆਪਣੀਆਂ ਅੱਖਾਂ ਨਾਲ ਇਤਨਾ ਕੁਝ ਹੁੰਦਾ ਦੇਖਿਆ। ਪਹਿਲਾਂ ਮੈਂ ਹੀ ਸਮਝਾਉਂਦਾ ਉਹਨਾਂ ਨੂੰ ਵੀ ਆਹ ਨਹੀਂ ਕਰਨਾ, ਆਹ ਠੀਕ ਨਹੀਂ ਹੁੰਦਾ। ਉਹ ਕਹਿੰਦੇ ਤੈਨੂੰ ਬੜਾ ਪਤਾ, ਗਿਆਨ ਨਹੀਂ ਤੈਨੂੰ, ਇੱਥੇ ਬਥੇਰੇ ਲੋਕ ਐਂ ਕਰਦੇ ਨੇ। ਪਰ ਮੇਰੀਆਂ ਅੱਖਾਂ ਦੇ ਸਾਹਮਣੇ ਇੰਨਿਆਂ ਨੂੰ ਸਜ਼ਾ ਮਿਲੀ ਹੈ, ਇੰਨਿਆਂ ਨੂੰ ਸਜ਼ਾ ਮਿਲੀ, ਰੱਬ ਜਾਣਦਾ। ਕੋਈ ਫਾਇਦਾ? ਜਿਹੜਾ ਕੁਝ ਲੈਣਾ ਸ਼ਬਦ ਦੇ ਅਭਿਆਸ ਨਾਲ ਲੈ ਲਓ। ਮੂਲ ਮੰਤਰ ਪੜ੍ਹੀ ਜਾਓ, ਇਕੱਲਾ ਹੀ ਮੂਲ ਮੰਤਰ ਨਾਲ ਹੀ ਸਾਰਾ ਕੁਝ ਦੇਈ ਜਾਂਦੇ ਮਹਾਰਾਜ। ਸਤਿਗੁਰੂ ਕਹਿੰਦੇ ਮੇਰੀ ਨੌਕਰੀ ਕਰ, ਇੱਥੇ 8 ਘੰਟੇ ਬਹਿ ਕੇ ਸੁਖਮਨੀ ਸਾਹਿਬ ਦੇ 8 ਪਾਠ ਕਰਦੇ। ਜਾਂ 8 ਪਾਠ ਕਰੇਗਾ, ਲੈ ਜਿੰਨਾ ਤੂੰ ਮੰਗੇਗਾ ਤੈਨੂੰ ਉਦੋਂ 100 ਗੁਣਾ ਜ਼ਿਆਦਾ ਦੇਵਾਂਗੇ। ਜਿੰਨਾ ਮੂਲ ਮੰਤਰ ਹੋ ਜੇ, ਜਿੰਨੇ ਜਪਜੀ ਸਾਹਿਬ ਦੇ ਪਾਠ ਹੋ ਜਾਣ, ਸਤਿਗੁਰੂ ਉਨਾ ਹੀ ਬਖਸ਼ਿਸ਼ ਕਰਦੇ ਹਨ। ਔਰ ਖਰੋਂ ਤਹੈ ਠੌਰ ਵੇਖੈ ਰਕੰ, ਹੇਤ ਸੋਧਾ ਏਕ ਦਿਵਸ ਆਹਾਰੇ। ਔਰ ਖਰੈ ਠੌਰ ਵੇਖੈ ਰਕੰ, ਫਲ ਫੂਲਨ ਸੋ ਗੁਰ ਚੀਨੋ। ਉਸ ਵਕਤ ਕਹਿੰਦੇ ਨੇ ਹੋਰ ਵੀ ਖੜੇ ਨੇ, ਆ ਜਿਹੜੇ ਚਾਰੇ ਪਾਸੇ ਅੱਕ ਖੜੇ ਆ, ਫਲ ਫੂਲਨ ਸੋ ਗੁਰ ਚੀਨੋ। ਉਸ ਵਕਤ ਦੇਖਿਆ ਫਲਾਂ ਦੇ ਨਾਲ, ਫੁੱਲਾਂ ਦੇ ਨਾਲ ਭਰੇ ਪਏ ਨੇ। ਤੋਰਤ ਭੇ ਫਲ ਆਪਨ ਹੱਥ ਨਾ, ਪੀਰ ਮਿਟਾਵਨ ਕੋ ਤਹਿ ਦੀਨਾ। ਲੋ ਮਹਾਰਾਜ ਸੱਚੇ ਪਾਤਸ਼ਾਹ ਧੰਨ ਹੈ। ਇੱਕ ਵਾਰ ਆਖੋ ਗੱਜ ਕੇ ਸਤਨਾਮ ਸ੍ਰੀ ਵਾਹਿਗੁਰੂ। ਤਾਂ ਉਹੀ ਸਤਿਗੁਰੂ ਨੇ ਆਪਣੇ ਹੱਥ ਨਾਲ ਤੋੜ ਕੇ ਦੇਤਾ ਉੱਥੋਂ ਇੱਕ ਹੋਰ ਫਲ ਤੋੜ ਕੇ। ਕਹਿੰਦੇ ਮਹਾਰਾਜ ਨਾਲੇ ਅੱਕ ਦੀ ਕੁੱਕੜੀ ਦਿੱਤੀ ਦੁਬਾਰਾ ਆਪਣੇ ਹੱਥ ਨਾਲ, ਕਹਿੰਦਾ ਆਹ ਖਾ ਲੈ, ਹੁਣ ਦਵਾਈ ਬਣਾਤੀ ਉਸੇ ਦੀ। ਉਹ ਖਾ ਲਈ। ਖਾਣ ਤੋਂ ਬਾਅਦ ਭਾਈ ਮਰਦਾਨਾ ਠੀਕ ਵੀ ਹੋ ਗਏ। ਦੇਖੋ ਗੁਰੂ ਸਾਹਿਬ ਦੇ ਕਰ ਕਮਲਾਂ 'ਚ ਅੰਮ੍ਰਿਤ ਹੈ। ਸਤਿਗੁਰੂ ਮਹਾਰਾਜ ਜੋ ਚਾਹੁਣ ਕਰ ਸਕਦੇ ਨੇ। ਪਹਿਲਾਂ ਉਹਦੀਆਂ ਹੀ ਕੁੱਕੜੀਆਂ ਤੋਂ ਮਿਠਾਸ ਭਰੇ ਬਣਾਤੇ, ਫਿਰ ਉਹੀ ਜ਼ਹਿਰ ਬਣ ਗਈ ਬਿਨਾਂ ਆਗਿਆ ਤੋਂ। ਜੇ ਹੁਣ ਮੰਨ ਗਿਆ ਹਾਂ ਮਹਾਰਾਜ ਮੈਂ ਲੈ ਸੀ ਜੀ, ਗਲਤੀ ਹੋ ਗਈ, ਕਹਿੰਦੇ ਆ ਲੈ ਫੜ ਖਾ ਲੈ ਹੁਣ। ਕਹਿੰਦੇ ਹੁਣ ਮੈਂ ਔਖਾ ਹੋਊ, ਕਹਿੰਦੇ ਨਹੀਂ, ਇਹ ਹੁਣ ਅੰਮ੍ਰਿਤ ਰੂਪ ਹੈ। ਗੁਰੂ ਦੀ ਦਿੱਤੀ ਚੀਜ਼ ਕਦੇ ਮਾੜੀ ਨਹੀਂ ਹੁੰਦੀ। ਪਾਵਤ ਹੀ ਮੁਖ ਭਾਵ ਭੁਖੰ, ਸੁਖ ਮੈਂ ਦੁਖ ਤੇ ਹਰਖਿਓ ਲੱਖ ਲੀਨੋ। ਉਸ ਵਕਤ ਪਾਉਂਦਿਆਂ ਹੀ ਮੁਖ ਦੇ ਵਿੱਚ ਜਿਹੜਾ ਸੀ ਨਾ ਸਰੀਰ ਐਨ ਤੰਦਰੁਸਤ ਹੋ ਗਿਆ, ਸੁਖੀ ਹੋ ਗਿਆ, ਦੁੱਖ ਨਾਸ ਹੋ ਗਿਆ। ਹਰਖਿਓ ਲੱਖ ਲੀਨੋ, ਬਹੁਤ ਮਨ ਦੇ ਅੰਦਰ ਪ੍ਰਸੰਨ ਹੋਇਆ, ਜਾਣ ਲਿਆ ਗੁਰੂ ਨਾਨਕ ਦੇਵ ਜੀ ਨੂੰ। ਬੰਦ ਉਭੈ ਕਰ ਭਾਖ ਬਿਨੈ ਬਾਰ, ਬੰਧਨ ਕੋ ਕਰ ਹੋਤ ਅਧੀਨਾ। ਹੁਣ ਦੋਵੇਂ ਹੱਥ ਜੋੜ ਕਰਕੇ ਬੇਨਤੀ ਕੀਤੀ ਹੈ ਮਹਾਰਾਜ ਨੂੰ, ਮੱਥਾ ਟੇਕਿਆ ਹੈ, ਔਰ ਇਸੇ ਤਰ੍ਹਾਂ ਨਿਮਰਤਾ ਦੇ ਨਾਲ
ਵਾਕ ਕਰਦਾ ਹੈ। ਜਾ ਵਿਦ ਸੋ ਕਰ ਅਗਰ ਚੱਲੇ ਗੁਰ ਹਾਸ ਵਿਲਾਸ ਕੀ ਵਾਕ ਉਚਾਰੈ। ਇਸ ਤਰੀਕੇ ਨਾਲ ਕਰਦੇ ਹੋਏ ਜਾ ਵਿਦ ਸੋ ਕਰ ਅਗਰ ਚੱਲੇ, ਮਹਾਰਾਜ ਅੱਗੇ ਚਲੇ ਗੁਰ ਹਾਸ ਵਿਲਾਸ ਕਰਦੇ, ਵਾਕ ਉਚਾਰਦੇ। ਇਹ ਨਾਲ ਰਹਿਣਾ ਔਖਾ ਹੁੰਦਾ, ਸੌਖਾ ਵੀ ਹੈ, ਆਗਿਆਕਾਰੀ ਹੋ ਕੇ ਨਾਲ ਰਹਿਣਾ ਹੁੰਦਾ। ਕਈ ਲੋਕ ਮੈਨੂੰ ਕਹਿਣਗੇ ਬ੍ਰਹਮ ਗਿਆਨੀ ਕੋਈ ਦੱਸੋ। ਬ੍ਰਹਮ ਗਿਆਨੀ ਨਾਲ ਰਹਿਣਾ ਔਖਾ ਹੁੰਦਾ। ਇਹ ਨਹੀਂ ਮਖੌਲ ਨਹੀਂ ਹੁੰਦਾ ਵੀ ਬ੍ਰਹਮ ਗਿਆਨੀ ਇੱਥੇ ਤੁਸੀਂ ਜਿਹਨੂੰ ਮਰਜ਼ੀ ਜੋ ਮਰਜ਼ੀ ਕੁਝ ਬੋਲ ਦਿੰਦੇ ਹੋ, ਤੇ ਇਹ ਉੱਥੇ ਨਹੀਂ ਚੱਲਦਾ। ਉੱਥੇ ਤਾਂ ਨਾਲ ਹੀ ਪਟਾਕਾ ਪੈ ਜਾਣਾ ਜਦੇ ਹੀ। ਜੇ ਮਾੜੀ ਜੀ ਗਲਤੀ ਕੀਤੀ ਜਾਣ ਬੁੱਝ ਕੇ ਉਹਨੂੰ ਸਮਝਿਆ ਵੀ ਚੱਲ ਐਵੇਂ ਬੋਲਦਾ ਇਹ, ਉੱਥੇ ਨਹੀਂ ਲਿਹਾਜ਼ ਹੁੰਦਾ, ਜਦੇ ਹੀ ਸਭ ਕੁਝ ਦਿਖ ਜਾਂਦਾ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਸਭ ਕੁਝ ਦਿਖਾ ਦਿੰਦੇ, ਪਰ ਸਤਿਗੁਰੂ ਬਾਹਲੇ ਦਿਆਲੂ ਨੇ। ਸਤਿਗੁਰੂ ਨਹੀਂ ਐਸਾ ਕਰਦੇ, ਕਿਉਂਕਿ ਜਿਹੜਾ ਅੱਗ ਹੈ ਇਹਦੇ ਵਿੱਚੋਂ ਹੱਥ ਪਾ ਕੇ ਕੱਢ ਲਈਏ, ਪੈਰ ਪਾ ਕੇ ਕੱਢ ਲਈਏ, ਅੱਗ ਬਲਦੀ ਚੋਂ ਸਾੜਦੀ ਨਹੀਂ ਇੰਨੀ ਛੇਤੀ। ਪਰ ਜੇ ਅੱਗ ਦੇ ਵਿੱਚ ਗਰਮ ਹੋਏ ਹੋਏ ਲੋਹੇ ਨੂੰ ਹੱਥ ਲੱਗ ਜੇ ਨਾ ਕਿਤੇ ਸੈਕਿੰਡ ਭਰ ਵੀ, ਉੱਥੋਂ ਹੀ ਸੜ ਜਾਂਦਾ। ਇਸੇ ਤਰ੍ਹਾਂ ਪ੍ਰਮਾਤਮਾ ਸਰਬ ਵਿਆਪਕ ਅੱਗ ਦੀ ਨਿਆਈ ਹਲੇ ਦਿਆਲ ਹੈ, ਪਰ ਅੱਗ ਦੇ ਵਿੱਚ ਜਿਹੜਾ ਗਰਮ ਹੋਇਆ ਲੋਹਾ ਜਿਹਨੇ ਕਮਾਈ ਕੀਤੀ ਬ੍ਰਹਮ ਗਿਆਨੀ ਨੇ, ਉਹਦੇ ਨਾਲ ਨਹੀਂ ਗੱਲ ਚੱਲਦੀ ਇਹ ਜੀ ਉਥੇ। ਸੋ ਇਸ ਤਰੀਕੇ ਨਾਲ ਸੰਤਨ ਸੇਤੀ ਮਸਖਰੀ ਕੁਲ ਡੋਬਣ ਕੀ ਰੀਤ। ਜੇ ਮਸਕਰੀ ਕਰਤੀ ਬ੍ਰਹਮ ਗਿਆਨੀ ਨੂੰ ਮਾੜੀ ਮੋਟੀ, ਤਾਂ ਜਿਵੇਂ ਬਾਬਾ ਨਥਮਲਪੁਰ ਵਾਲੇ ਹੋਏ ਨੇ, ਪਹਿਲਾਂ ਵੀ ਸਾਖੀ ਸੁਣਾਈ ਉਹਨਾਂ ਦੀ। ਕੋਈ ਬੰਦਾ ਆਪਣੀ ਪਤਨੀ ਨਾਲ ਤੁਰਿਆ ਜਾਵੇ, ਉਹ ਕਹਿੰਦੀ ਆਪਾਂ ਜਾ ਕੇ ਆਉਣਾ ਮਹਾਂਪੁਰਖਾਂ ਕੋਲੇ। ਕਹਿੰਦੇ ਉਹਨਾਂ ਕੋਲ ਕਿਹੜਾ ਮੀਂਗਣਾ ਨੇ ਮਹਾਂਪੁਰਖਾਂ ਕੋਲੇ। ਇੰਨਾ ਕਹਿ ਕੇ ਜਦ ਮੁੜ ਕੇ ਵਾਪਸ ਘਰੇ ਆਏ, ਮਹਾਂਪੁਰਖਾਂ ਨੂੰ ਮਿਲ ਕੇ ਜਾਂਦਿਆਂ ਨੂੰ ਸਾਰਾ ਘਰ ਹੀ ਮੀਂਗਣਾ ਨਾਲ ਭਰਿਆ। ਪੇਟੀ ਭਰੀ, ਭਾਂਡੇ ਭਰੇ, ਜੇਬਾਂ ਭਰੀਆਂ, ਕੱਪੜੇ ਭਰੇ, ਸਾਰੇ ਕਿਤੇ। ਕਹਿੰਦੀ ਲੈ ਲਾ ਹੁਣ, ਜੋ ਬੋਲਦਾ ਸੀ ਮਿਲ ਗਿਆ। ਕਹਿੰਦਾ ਵਾਕਈ, ਕਹਿੰਦਾ ਬਈ ਮਹਾਂਪੁਰਖਾਂ 'ਚ ਬੜੀ ਤਾਕਤ ਹੈ। ਫੇਰ ਵਾਪਸ ਗਏ, ਸੰਤ ਜਾਂਦਿਆਂ ਨੂੰ ਕਹਿੰਦੇ ਹੁਣ ਮੀਂਗਣਾ ਲੈਣ ਆਇਆ। ਕਹਿੰਦੇ ਨਹੀਂ ਮਹਾਰਾਜ ਕਿਰਪਾ ਕਰੋ, ਸਾਡਾ ਤਾਂ ਘਰ ਹੀ ਮੀਂਗਣਾ ਨਾਲ ਭਰ ਗਿਆ। ਕਹਿੰਦੇ ਭਗਤਾ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕਰ, ਤੂੰ ਸਤਿਗੁਰੂ ਦੀ ਅਸੀਂ ਬਾਣੀ ਪੜ੍ਹ ਕੇ ਇੱਥੇ ਤੱਕ ਪਹੁੰਚੇ ਆਂ, ਤੂੰ ਮੈਨੂੰ ਨਹੀਂ ਬਾਣੀ ਨੂੰ ਮਖੌਲ ਕੀਤਾ। ਇਸ ਕਰਕੇ ਇਹ ਧਿਆਨ ਰੱਖਣਾ ਪੈਂਦਾ। ਕਦੇ ਕਦੇ ਠੀਕ ਹੈ ਦੂਜੇ ਤੀਜੇ ਸੰਤ ਵੀ ਮਿਲਦੇ, ਕਈ ਵਾਰ ਪਹੁੰਚੇ ਹੋਏ ਮਿਲ ਜਾਂਦੇ ਨੇ, ਉੱਥੇ ਫਿਰ ਬਹੁਤ ਧਿਆਨ ਨਾਲ ਬੋਲਣਾ ਕਰਨਾ, ਬੜਾ ਧਿਆਨ ਰੱਖਣਾ ਪੈਂਦਾ। ਕਿਉਂ ਗੁਰੂ ਨਾਨਕ ਸਾਹਿਬ ਨਾਲ ਭਾਈ ਮਰਦਾਨੇ ਹੁਣੀ ਪਹਿਲਾਂ ਕਿਤੇ ਇਹ ਰਹੇ ਨੇ ਕਿਸੇ ਬ੍ਰਹਮ ਗਿਆਨੀ ਨਾਲ ਜਾਂ ਪੂਰਨ ਪੁਰਖਾਂ ਨਾਲ, ਸਤਿਗੁਰਾਂ ਨਾਲ। ਇਹ ਤਾਂ ਪਹਿਲੀ ਵਾਰ ਚੱਲੇ ਨੇ ਪਿੰਡੋਂ। ਇਹ ਹਲੇ ਭਾਈ ਮਰਦਾਨਾ ਸਮਝਦਾ ਕਿ ਸਾਡੇ ਪਿੰਡ ਦਾ ਇਹ, ਪਰ ਅਸੀਂ ਸੈਲ ਕਰਨ ਚੱਲੇ। ਮਹਾਰਾਜ ਇਹਨੂੰ ਹਲੇ ਦੱਸਦੇ ਨਹੀਂ ਵੀ ਆਪਾਂ ਕਿਸ ਕੰਮ ਚੱਲੇ ਆ। ਸਤਿਗੁਰੂ ਕਹਿੰਦੇ ਆਪਾਂ ਮਰਦਾਨੇ ਸੈਰ ਕਰਨ ਚੱਲੀ। ਹਾਂ ਮਹਾਰਾਜ ਆਪਾਂ ਉੱਥੇ ਦੇਖਾਂਗੇ, ਸਮੁੰਦਰ ਦੇਖਾਂਗੇ, ਨਦੀਆਂ ਦੇਖਾਂਗੇ, ਫਲਾਣੇ ਥਾਂ ਜਾਵਾਂਗੇ। ਇਸ ਤਰ੍ਹਾਂ ਕਰਕੇ ਸਤਿਗੁਰੂ ਨਾਲ ਲੈ ਕੇ ਜਾਂਦੇ ਨੇ। ਮਾਰਗ ਜਾਤ ਉਪੈ ਪਸ ਚਾਤ, ਸੋਨੈ ਸੁਭ ਬਾਤ ਸੰਦੇਹ ਨਿਵਾਰੈ। ਰਸਤੇ ਵਿੱਚ ਜਾਂਦੇ ਨੇ ਮਹਾਰਾਜ, ਫੇਰ ਕੋਈ ਬਚਨ ਸੁਣਾ ਦਿੰਦੇ ਨੇ, ਮਨ ਦੇ ਸ਼ੰਕੇ ਦੂਰ ਹੁੰਦੇ ਨੇ। ਇੱਥੋਂ ਹੁਣ ਥੋੜੀ ਥੋੜੀ ਸੋਝੀ ਪੈਣ ਲੱਗ ਜਾਣੀ। ਜੋ ਮਾੜੀ ਜੀ ਇੱਕ ਅੱਧੀ ਵਾਰੀ ਚਮਤਕਾਰਾ ਹੋ ਜਾਏ, ਭਾਈ ਬਾਲੇ ਨਾਲ ਤਾਂ ਹੋ ਗਏ ਨਾ ਪਹਿਲਾਂ, ਉਹ ਤਾਂ ਬੜੀ ਦੇਰ ਦੇ ਸੀ ਨਾਲ, ਉਹਨਾਂ ਨੂੰ ਵੈਸੇ ਵੀ ਸੋਝੀ ਦਿੱਤੀ ਹੋਈ ਸੀ ਗੁਰਾਂ ਨੇ, ਪਰ ਭਾਈ ਮਰਦਾਨੇ ਤੋਂ ਹਲੇ ਸੇਵਾ ਲੈਣੀ ਸੀ। ਇਸ ਕਰਕੇ ਇਹਨਾਂ ਦੇ ਉੱਤੇ ਮਾਇਆ ਪਾ ਦਿੰਦੇ ਹਨ। ਮੰਦੈ ਮੰਦ ਚਲੇਗਾ ਤਪੰਦ, ਆਨੰਦ ਭਏ ਪੁਰ ਗ੍ਰਾਮ ਨਿਹਾਰੈ। ਹੁਣ ਹੌਲੀ ਹੌਲੀ ਚੱਲਦੇ ਨੇ ਰਸਤੇ ਦੇ ਵਿੱਚ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ, ਔਰ ਪਿੰਡ ਦੇਖਦੇ ਨੇ, ਸ਼ਹਿਰਾਂ ਦੇ ਵਿੱਚ ਦੀ ਅੱਗੇ ਲੰਘ ਜਾਂਦੇ ਹਨ। ਗਾਉ ਬਸੈ ਨਿਸਾ ਬਾਸਰ ਮੈਂ ਚੱਲ, ਦੇ ਉਪਦੇਸ਼ ਕਿਤੇ ਨਰ ਤਾਰੈ। ਕਿਸੇ ਪਿੰਡ ਵਿੱਚ ਵਸਦੇ ਰਾਤ ਦਿਨ ਦੇ ਵਿੱਚ ਚੱਲਦੇ ਨੇ, ਉੱਥੇ ਉਪਦੇਸ਼ ਦਿੰਦੇ ਨੇ। ਕਿੰਨਿਆਂ ਬੰਦਿਆਂ ਨੂੰ ਗੁਰੂ ਨਾਨਕ ਸਾਹਿਬ ਤਾਰਦੇ ਜਾਂਦੇ ਨੇ, ਨਾਮ ਜਪਾਉਂਦੇ ਜਾਂਦੇ ਨੇ। ਕਾਬਰੂ ਦੇਸ ਕਿਉ ਪਰਵੇਸਾ, ਭਲੇ ਦਰਵੇਸ ਕੋ ਵੇਸ ਬਣਾਏ। ਬਹੁਤ ਸੁੰਦਰ ਵੇਸ ਬਣਾਇਆ ਦਰਵੇਸ਼ਾਂ ਵਾਲਾ। ਕਾਬਰੂ ਦੇਸ਼ ਇੱਥੇ ਲਿਖਿਆ ਹੋਇਆ, ਇਹਦਾ ਅਸਲ ਨਾਮ ਹੈ ਕਾਮਰੂਪ। ਇਹ ਅਸਾਮ ਦੇ ਵਿੱਚ ਪੈਂਦਾ। ਇੱਕ ਅਸਾਮ ਮੈਦਾਨੀ ਇਲਾਕਾ ਹੈ, ਇੱਕ ਅਸਾਮ ਅੱਗੇ ਪਹਾੜੀਆਂ ਨੇ, ਉਹਨੂੰ ਅਪਰ ਅਸਾਮ ਕਹਿੰਦੇ ਨੇ। ਅਪਰ ਅਸਾਮ ਦੇ ਵਿੱਚ ਜਾ ਕੇ ਜਿੱਥੇ ਫਿਰ ਤਿੰਨਸੁਖੀਆ ਸ਼ਹਿਰ ਪੈਂਦਾ, ਤਿੰਨਸੁਖੀਆ ਸ਼ਹਿਰ ਤੋਂ ਵੀ ਅੱਗੇ 40 ਕਿਲੋਮੀਟਰ ਤੇ ਕਾਮਰੂ ਦੇਸ਼, ਕਾਮਰੂਪ ਹੈ, ਜਿੱਥੇ ਗੁਰੂ ਨਾਨਕ ਸਾਹਿਬ ਦਾ ਗੁਰੂ ਘਰ ਬਣਿਆ ਹੋਇਆ। ਉੱਥੇ ਜਿੱਥੇ ਨੂਰ ਸ਼ਾਹ ਦਾ ਗੁਰੂ ਨਾਨਕ ਸਾਹਿਬ ਨੇ ਜਾ ਕੇ ਨਿਸ਼ਤਾਰਾ ਕੀਤਾ, ਅਰੁਣਾਚਲ ਪ੍ਰਦੇਸ਼ ਦਾ ਬਾਰਡਰ ਪੈ ਜਾਂਦਾ। ਮੰਤਨ ਜੰਤਨ ਤੰਤਨ ਕੀ ਨਿਧ ਜੋਰ ਸੀ, ਮੰਤਨ ਕੋ ਜਿਹੇ ਥਾਏ। ਜਿੱਥੇ ਬਹੁਤ ਭਾਰੀ ਮੰਤਰ ਜੰਤਰ ਤੰਤਰ ਸਾਰਾ ਕੁਝ ਚੱਲਦਾ, ਇਸਤਰੀਆਂ ਦਾ ਜ਼ੋਰ ਆ ਬੜਾ।
ਉੱਥੇ ਇਸਤਰੀਆਂ ਨੇ ਮੰਤਰਾਂ ਜੰਤਰਾਂ ਤੰਤਰਾਂ ਨਾਲ ਹਰੇਕ ਬੰਦੇ ਨੂੰ, ਆਪਣੇ ਪਤੀਆਂ ਨੂੰ ਵੀ ਉਹਨਾਂ ਨੇ ਇਹੋ ਜਿਹੀਆਂ ਚੀਜ਼ਾਂ ਖਵਾਈਆਂ ਹੋਈਆਂ ਐ, ਬਸ ਵਿੱਚ ਕੀਤੇ ਹੋਏ ਬਹੁਤ ਸਾਰੇ। ਤ੍ਰੀਆ ਰਾਜ ਵੱਜਦਾ ਸੀ ਇਹ ਸਾਰਾ ਇਲਾਕਾ, ਸਾਰਾ ਦੇਸ਼ ਤ੍ਰੀਆ ਰਾਜ। ਨੂਰਸ਼ਾਹ ਰਾਣੀ ਜਿੱਥੇ ਰਾਜ ਕਰਦੀ ਸੀ, ਇਸਤਰੀਆਂ ਹੀ ਫੌਜ ਸੀ, ਇਸਤਰੀਆਂ ਹੀ ਕੰਮ ਕਰਦੀਆਂ ਸੀ, ਸੋ ਤ੍ਰੀਆ ਰਾਜ ਸੀ ਉਹ। ਆਏ ਗਇਓ ਟਿਗਹੀ ਨਗਰਾ, ਗੁਰ ਵੈਸ ਗਏ ਤਰ ਕੀ ਇਕ ਛਾਏ। ਜਦੋਂ ਨਗਰ ਨੇੜੇ ਆ ਗਿਆ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਾਹਰ ਇੱਕ ਦਰਖਤ ਦੀ ਛਾਂ ਥੱਲੇ ਮਹਾਰਾਜ ਸੱਚੇ ਪਾਤਸ਼ਾਹ ਛੱਜ ਗਏ। ਬੀਤ ਮਹੂਰਤ ਏਕ ਗਇਓ ਮਰਦਾਨੇ, ਤਵੈ ਮੁਖ ਬਾਕੋ ਅਲਾਏ। ਇੱਕ ਮਹੂਰਤ ਹੁੰਦਾ, 2 ਘੜੀਆਂ, ਘੰਟਾ ਹਲੇ ਬੈਠਿਆਂ ਨੂੰ ਬਤੀਤ ਹੀ ਹੋਇਆ ਸੀ, ਘੱਟ ਹੀ ਸਮਾਂ ਹੋਇਆ ਸੀ। ਉਸ ਵਕਤ ਤਵੈ ਮੁਖ ਬਾਕ ਅਲਾਏ, ਭਾਈ ਮਰਦਾਨੇ ਨੇ ਉਸ ਵਕਤ ਮੁਖ ਚੋਂ ਬਚਨ ਕਹੇ, ਏ ਪ੍ਰਭ ਜੀ ਹੈ ਸੁੰਦਰ ਦੇਸ ਤਰੋਵਰ ਭਾਂਤ ਅਨੇਕ ਖਾਰੇ। ਇਹ ਮਹਾਰਾਜ ਜੀ ਬੜਾ ਸੁੰਦਰ ਦੇਸ਼ ਹੈ, ਬੜੇ ਸੋਹਣੇ ਦਰਖਤ ਖੜੇ ਨੇ ਅਨੇਕ ਪ੍ਰਕਾਰ ਦੇ। ਪੁੰਗਤ ਮੂਲਣਾ ਤਾਲ ਤਮਾਲ, ਵਿਸਾਲ ਭਲੇ ਜਲ ਸੋਹੈ ਹਰੇ। ਇਸ ਇਲਾਕੇ ਦੇ ਜਿਹੜੇ ਜ਼ਿਆਦਾਤਰ ਦਰਖਤ ਨੇ, ਉਹ ਥਾਂ ਦੇ ਉੱਤੇ ਨਾਰੀਅਲ ਫਲ ਜ਼ਿਆਦਾ ਹੁੰਦੇ ਨੇ, ਔਰ ਸੁਪਾਰੀ ਦੇ ਬੂਟੇ ਬਹੁਤ ਜ਼ਿਆਦਾ ਹੁੰਦੇ ਨੇ, ਪਾਨ ਆਦਿਕ ਬੜੇ ਉਸ ਥਾਂ ਦੇ ਉੱਤੇ ਹੁੰਦੇ ਨੇ। ਇਸੇ ਤਰ੍ਹਾਂ ਹੀ ਬਹੁਤ ਸਾਰੇ ਉੱਥੇ ਥਾਂ ਦੇ ਉੱਤੇ ਜਿਹੜੇ ਛੱਪੜ ਜੇ ਬਣੇ ਹੁੰਦੇ, ਦੁਆਲੇ ਦੁਆਲੇ ਉਹਨਾਂ ਦੇ ਬਹੁਤ ਬੂਟੇ ਲੱਗਦੇ ਨੇ, ਸੋ ਉਹਨੂੰ ਪੋਖਰ ਕਹਿੰਦੇ ਨੇ ਉੱਥੇ। ਉਹਨਾਂ ਇਲਾਕਿਆਂ ਦੇ ਵਿੱਚ ਤਾਲ ਤਮਾਲ ਵਿਸਾਲ ਭਲੇ ਦਲ ਸੋਹੈ ਹਰੇ, ਉਹਨਾਂ ਦੇ ਬੜੇ ਸੋਹਣੇ ਸੋਹਣੇ ਹਰੇ ਪੱਤੇ ਜਿਹੜੇ ਸੋਭਨੀਕ ਹੁੰਦੇ ਨੇ। ਸਾਖ ਝੁਕੀ ਫਲ ਪੀਨਨ ਸੋ, ਕਦਲੀ ਕੇ ਬਗੀਚਨ ਬ੍ਰਿੰਦ ਜਰੇ। ਸ਼ਾਖਾਂ ਝੁਕੀਆਂ ਹੋਈਆਂ ਨੇ ਤੇ ਟਾਹਣੀਆਂ ਵੱਡੀਆਂ ਵੱਡੀਆਂ ਥੱਲੇ ਨੂੰ ਝੁਕਦੀਆਂ ਦਰਖਤਾਂ ਦੀਆਂ, ਤੇ ਕੇਲੇ ਬਹੁਤ ਲੱਗੇ ਹੋਏ ਨੇ। ਕੇਲਿਆਂ ਦੇ ਦਰਖਤ ਕਿੰਨੇ ਹੀ ਉਸ ਥਾਂ ਦੇ ਉੱਤੇ ਉਹਨਾਂ ਇਲਾਕਿਆਂ ਵਿੱਚ ਖੜੇ ਹੋਏ ਹਨ। ਜੇ ਨਰ ਨਰ ਸਰੀਰ ਮੈਂ ਚੀਰਨ, ਅਨਹੀ ਰੀਤ ਸੋ ਤਾਹੀ ਧਰੇ। ਸੋ ਜਿੱਥੇ ਬਹੁਤ ਤਰੀਕੇ ਦੇ ਹੋਰ ਹੀ ਰੀਤੀ ਰਿਵਾਜ ਦੇ ਬਸਤਰ ਜਿਹੜੇ ਨੇ ਉਹ ਲੋਕਾਂ ਨੇ ਪਾਏ ਹੋਏ ਹਨ। ਆਉਸ ਦੇਵੋ ਜਾਵ ਮੈਂ ਪੁਰ, ਹੀਰ ਆਹਾਰ ਕਰੋ ਕਿਹ ਥਾਨਾ। ਮਹਾਰਾਜ ਹੁਣ ਮੈਨੂੰ ਆਗਿਆ ਦਿਓ, ਪੁੱਛੇ ਬਿਨਾਂ ਨਹੀਂ ਜਾਂਦਾ, ਹੁਣ ਮੈਂ ਆਗਿਆ ਦਿਓ, ਮੈਂ ਜਾ ਕੇ ਕਿਤੇ ਮਾੜਾ ਮੋਟਾ ਭੋਜਨ ਕਰਿਆਵਾਂ ਨਗਰ ਦੇ ਵਿੱਚ। ਕੂਰ ਸੁਧਾ ਮੁਝ ਲਾਗ ਰਹੀ, ਨਹਿ ਕੂਰ ਕਹੂੰ ਤੁਮਰੇ ਅਗਵਾਨਾ। ਮੈਂ ਤੁਹਾਡੇ ਅੱਗੇ ਝੂਠ ਨਹੀਂ ਬੋਲਦਾ ਮਹਾਰਾਜ ਜੀ, ਮੈਨੂੰ ਲੱਗੀ ਭੁੱਖ, ਹੁਣ ਕਿਰਪਾ ਕਰ ਦਿਓ, ਮੈਂ ਕਿਤੇ ਮਾੜਾ ਮੋਟਾ ਪ੍ਰਸ਼ਾਦਾ ਪਾਣੀ ਛਕਿਆਵਾਂ ਜੀ। ਸ੍ਰੀ ਮੁਖ ਵਾਕ ਕਹੇ ਤਿਹ ਸੋ, ਨਹਿ ਜਾਵੋ ਜਾਂਪੁਰ ਮੈਂ ਮਰਦਾਨਾ। ਹੁਣ ਸਤਿਗੁਰੂ ਕਹਿੰਦੇ ਮਰਦਾਨਾ ਇਹ ਪੂਰੀ ਚ ਨਾ ਜਾਈ, ਰਹਿਣ ਹੀ ਦੇ ਤੂੰ, ਇੱਥੇ ਹੀ ਠੀਕ ਆ, ਆਪਾਂ ਇੱਥੇ ਕਰਤਾਰ ਕਿਰਪਾ ਕਰੇਗਾ। ਜਾਨ ਰਿਧਿ ਦੁਖ ਦਾਨ ਸਥਾਨ, ਨਾ ਲਾਇਕ ਜਾਣ ਕੇ ਮਾਨ ਸੋ ਜਾਨਾ। ਸਿਆਣਿਆ ਇਹ ਗੱਲ ਮੰਨ ਲਾ ਹੁਣ ਮੇਰੀ, ਤੂੰ ਇੱਥੇ ਨਾ ਜਾਈ, ਇਹ ਬੜਾ ਦੁਖਦਾਈ ਥਾਂ ਹੈ, ਤੂੰ ਕਿਉਂ ਜਿੱਦ ਕਰਦਾ, ਇੱਥੇ ਨਹੀਂ ਆਪਾਂ ਜਾਣਾ ਅੰਦਰ। ਗੁਰ ਤੇ ਵਰਜ ਡਰ ਦੇ ਉਰ ਕੋ ਮੁਝ, ਨਾ ਬਾਰ ਆਪ ਕਹੂੰ ਕਛ ਖਵਾਵਾ। ਸੋ ਪੁਰ ਤੇ ਵਰਜੋ, ਸ਼ਹਿਰ ਤੋਂ ਮੈਨੂੰ ਰੋਕ ਦਿਓ ਜਾਣ ਤੋਂ, ਡਰ ਦੇ ਉਰ ਕੋ, ਦਿਲ ਵਿੱਚ ਮੇਰੇ ਭੈ ਦੇ ਕੇ ਮੈਨੂੰ ਤੁਸੀਂ ਰੋਕ ਦਿਓ। ਨਾ ਬਾਰ ਆਪ ਕਹੂੰ ਕੁਛ ਖਵਾਹਾ, ਕਹਿੰਦੇ ਨਾ ਤਾਂ ਤੁਸੀਂ ਸ਼ਹਿਰ 'ਚ ਆਪ ਵੜ ਕੇ ਕੁਛ ਛਕਦੇ ਹੋ, ਨਾ ਤੁਸੀਂ ਮੈਨੂੰ ਜਾਣ ਦਿੰਦੇ ਹੋ ਅੰਦਰ। ਦੱਸੋ ਮੈਂ ਭੁੱਖਾ ਬੰਦਾ ਕਿੱਧਰ ਜਾਵਾਂ ਜੀ। ਘਰ ਆਏ ਆਹਾਰ ਨਾ ਹੈ ਕਰਨਾ ਕਰ, ਕਯੋ ਘਰ ਬਾਹਰ ਮੈਂ ਨਿਰਵਾਹਾ। ਮਹਾਰਾਜ ਬਾਹਰ ਬੈਠਿਆਂ ਨੂੰ ਇਹ ਕਿਰਪਾ ਦੇ ਖਜ਼ਾਨੇ ਗੁਰੂ ਨਾਨਕ ਦੇ ਮਹਾਰਾਜ ਜੀ, ਇੱਥੇ ਰੋਟੀ ਕੌਣ ਦਊਗਾ ਆਪਾਂ ਨੂੰ? ਜੇ ਪਿੰਡ ਵਿੱਚ ਜਾਵਾਂਗੇ ਤਾਂ ਹੀ, ਜੰਗਲ 'ਚ ਬੈਠੇ ਆ, ਮੇਰਾ ਨਿਰਵਾਹ ਕਿਵੇਂ ਹੋਵੇਗਾ? ਬਿਨ ਭੋਜਨ ਤੇ ਤਨ ਹਾਨ ਬਨੇ, ਹੱਠ ਕੋ ਲਗਿਓ ਕਰ ਹੋ ਮਨ ਮਾਹਾ। ਮਹਾਰਾਜ ਸੱਚੇ ਪਾਤਸ਼ਾਹ ਹੁਣ ਸਰੀਰ ਹੈ ਅਕਸਰ ਨਾਸ ਹੋ ਜਾਂਦਾ, ਰੋਟੀ ਤੋਂ ਬਿਨਾਂ ਬੰਦਾ ਨਾ ਖਾਵੇ। ਹੱਠ ਕੋ ਲੱਗ ਹਾਂ ਕਰ ਹੋ ਮਨ ਮਾਹਾ, ਮੈਂ ਬਹੁਤ ਮਨ ਦੇ ਅੰਦਰ ਹੱਠ ਕਰਦਾ, ਇਹ ਨਹੀਂ ਕਿ ਮੈਂ ਭੁੱਖ ਨਹੀਂ ਕੱਟਦਾ। ਬੰਦਾ ਇੱਕ ਟਾਈਮ ਖਾ ਲਈ, 2 ਟਾਈਮ ਨਾ ਖਾਧੀ, ਚੱਲ ਹੁਣ ਤੁਸੀਂ ਕਿੰਨੇ ਦਿਨ ਮੈਨੂੰ ਰੋਟੀ ਨਹੀਂ ਖਾਣ ਦਿੰਦੇ, ਨਾ ਕਿਤੇ ਪ੍ਰਸ਼ਾਦਾ ਛਕਾਉਂਦੇ ਹੋ, ਤੇ ਮੇਰਾ ਬੁਰਾ ਹਾਲ ਹੋ ਜਾਂਦਾ ਜੀ। ਅਬ ਦੇਹਰ ਜਾਏ ਕੋ ਖਾਏ, ਅਗਾਏ ਅਬੋ ਤੁਮ ਪਾਹਾ। ਮੈਨੂੰ ਆਗਿਆ ਦਿਓ ਜੀ, ਹੁਣ ਮੈਂ ਫਿਰ ਜਾ ਕੇ ਨਾ ਕਿਸੇ ਥਾਵੇਂ ਤੇ ਜਾ ਕੇ ਖਾ ਆਉਣਾ, ਫਿਰ ਮੈਂ ਤੁਹਾਡੇ ਕੋਲ ਵਾਪਸ ਮੁੜ ਆਵਾਂਗਾ। ਨਾਨਕ ਤਾਂ ਮਨ ਕੀ ਮਨ ਜਾਣ, ਸੋ ਆਨਨ ਬੈਨ ਭਨੇ ਮੁਸਕਾਨੇ। ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਉਹਦੇ ਮਨ ਦੀ ਗੱਲ ਜਾਣ ਗਏ ਨੇ, ਆਪਣੇ ਮਨ ਵਿੱਚ ਜਾਣ ਕੇ ਉਹਦੀ ਗੱਲ ਨੂੰ ਮੁੱਖ ਵਿੱਚੋਂ ਮੁਸਕਰਾ ਕੇ ਬਚਨ ਕਹੇ। ਧੀਰ ਸਰੀਰ ਧਰ ਨਹਿ ਤੂੰ ਪੁਰ, ਮੈਂ ਬਾਰ ਹਿਰੁ ਜਾ ਮਰਦਾਨੇ। ਤੂੰ ਮਨ ਦੇ ਅੰਦਰ ਧੀਰਜ ਨਹੀਂ ਕਰਦਾ ਹੈ ਭਾਈ ਮਰਦਾਨਾ,
ਜਾਂ ਫਿਰ ਪੂਰੀ ਦੇ ਅੰਦਰ ਵੜ ਕੇ ਦੇਖ। ਤੋ ਉਰ ਹਿਰਨ ਚਾਹੇ ਰਹਿ ਨਹਿ ਖਾਹੋ ਆਹਾਰ ਅਹੈ ਲਾਲਚਾਨੇ। ਚੰਗਾ ਜਦ ਤੂੰ ਐ ਕਰ, ਪੂਰੀ ਘੁੰਮਿਆ ਪਰ ਖਾਣ ਦੀ ਨਾ ਇੱਛਾ ਕਰੀ ਕੁਛ ਜਾ ਕੇ। ਜੇ ਤੂੰ ਜਾਣਾ ਸ਼ਹਿਰ, ਇੱਕ ਵਾਰ ਆਪ ਹੀ ਦੇਖਿਆ ਇੱਥੇ ਕੀ ਵਰਤਾਰਾ ਵਰਤ ਰਿਹਾ ਹੈ। ਸਰੋਨਨ ਜੋ ਸੁਨ ਕੀਨ ਇਆਨ ਆਜਾਨ ਨਾ ਜਾਣੀ ਜੋ ਬੈਨ ਬਖਾਨੇ। ਉਸ ਵਕਤ ਕੰਨਾਂ ਦੇ ਵਿੱਚ ਸੁਣ ਕਰਕੇ ਪਿਆਨਾ ਕੀਤਾ, ਭਾਵ ਜਾਣਾ ਕੀਤਾ ਅਣਜਾਣ ਨੇ। ਉਹ ਅਣਜਾਣ ਹੈ। ਨਾ ਜਾਣੀ ਜੋ ਬੈਨ ਬਖਾਨੇ, ਜਿਹੜੀ ਮਹਾਰਾਜ ਨੇ ਗੋਝ ਭੇਦ ਦੇ ਵਾਕ ਕਹੇ ਨੇ ਉਹਨਾਂ ਨੂੰ ਨਹੀਂ ਸਮਝਿਆ। ਮਹਾਰਾਜ ਨੇ ਕਿਹਾ ਖਾਈ ਨਾ ਕਿਤੇ, ਓਦਾਂ ਘੁੰਮਣਾ ਤੇਰੀ ਮਰਜ਼ੀ ਹੈ। ਉਰ ਮੈਂ ਵਰਕੈ ਉਰ ਮੈਂ ਹਰਖੈ ਵਰ ਹੀਰਤ ਨਾਨ ਰੂਪ ਅਪਾਰੈ। ਹੁਣ ਪੂਰੀ ਦੇ ਵਿੱਚ ਚਲਿਆ ਗਿਆ ਅੰਦਰ ਵੜ ਕੇ। ਉਸ ਵਕਤ ਬਹੁਤ ਖੁਸ਼ ਹੋਇਆ ਭਾਈ ਮਰਦਾਨਾ। ਕੀ ਦੇਖਦਾ, ਉਹ ਸ਼ਹਿਰ ਦੇ ਵਿੱਚ ਚਾਰੇ ਪਾਸੇ ਇਸਤਰੀਆਂ ਘੁੰਮ ਰਹੀਆਂ, ਬੰਦਾ ਕੋਈ ਵੀ ਨਹੀਂ। ਕਹਿੰਦਾ ਅਜੀਬ ਨਗਰੀ ਹੈ, ਚਾਰੇ ਪਾਸੇ ਇਸਤਰੀਆਂ ਹੀ ਇਸਤਰੀਆਂ ਨੇ ਇੱਥੇ ਤਾਂ। ਔਰ ਤਾਈਓ ਮਹਾਰਾਜ ਕਹਿੰਦੇ ਜਾ ਘੁੰਮ ਕੇ ਦੇਖਿਆ ਮਰਦਾਨਾ। ਦਰ ਪਾਤਰ ਮੂਲ ਉਖਾਰਨ ਕੋ ਕਰਨੀ ਸੀ ਅਹ ਵਿਵਚਾਰ ਬਿਹਾਰੈ। ਕਹਿੰਦੇ ਉਹ ਆਪਣੇ ਸੁੰਦਰ ਲਿਬਾਸ ਬਣਾ ਕੇ ਆਪਣਾ ਟੌਰ ਕੱਢ ਕੇ ਫਿਰ ਰਹੀਆਂ ਉੱਥੇ। ਜੋ ਕਰਨੀ ਦੇ ਬ੍ਰਿਛ ਨੂੰ ਪੱਤੇ ਜੜ ਸਮੇਤ ਉਖੇੜਨ ਨੂੰ, ਇਹ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਹੁਣ ਐਸਾ ਬਣਾਉਣਾ ਇੱਥੇ। ਉਹ ਆਪਣਾ ਸ਼ਿੰਗਾਰ ਸੁਧਾਰ ਕੇ ਕਟਾਕਸ਼ ਦੇ ਨਾਲ ਦੇਖ ਰਹੀਆਂ ਨੇ ਚਾਰੇ ਪਾਸੇ। ਕੋਈ ਇਹ ਦੇਖਦੀਆਂ ਸੀ ਕੋਈ ਯਾਤਰੀ ਰਾਹੀ ਪਾਂਧੀ ਜੇ ਆ ਜੇ, ਉਹਨੂੰ ਪਹਿਲਾਂ ਤਾਂ ਆਪ ਜ਼ੋਰ ਲਾ ਕੇ ਵੱਸ ਵਿੱਚ ਕਰਨ ਦੀ ਕੋਸ਼ਿਸ਼ ਕਰਨੀ, ਇਹਨੂੰ ਨੌਕਰ ਬਣਾ ਕੇ ਇੱਥੇ ਰੱਖਾਂਗੇ। ਤੇ ਜੇ ਨਾ ਵੱਸ ਚ ਆਉਣਾ, ਫਿਰ ਇਹਨਾਂ ਦੀ ਵੱਡੀ ਸਰਦਾਰ ਸੀ ਨੂਰ ਸ਼ਾਹ, ਫਿਰ ਉਹਨੂੰ ਕਹਿਣਾ ਜਾ ਕੇ। ਕਿਉਂ ਇਹ ਘੁੰਮਦੀਆਂ ਫਿਰਦੀਆਂ ਬੜੀਆਂ ਖੁਸ਼ ਹੋਈਆਂ ਕਿ ਪਰਦੇਸੀ ਬੰਦਾ ਹੈ ਕੋਈ। ਫਿਰ ਵਾਰ ਸਵਾਰ ਕੈ ਅੰਜਨ ਡਾਰ ਸਿੰਗਾਰ ਸੁਧਾਰ ਕਟਾਸ ਨਿਹਾਰੈ। ਕਿਉਂ ਇਹਨਾਂ ਦਾ ਵਿਹਾਰ ਵੀ ਮਾੜਾ ਸੀ, ਵਿਚਾਰ ਨਾ ਸਨ ਇਹ। ਔਰ ਸਿਰ ਦੇ ਵਾਲ ਅੱਛੀ ਤਾਂ ਸਵਾਰ ਕੇ, ਸੁਰਮਾ ਪਾ ਕੇ, ਸ਼ਿੰਗਾਰ ਕਰਕੇ ਮਾੜੀ ਨਿਗਾਹ ਨਾਲ ਦੇਖਦੀਆਂ ਹੋਈਆਂ ਘੁੰਮ ਰਹੀਆਂ ਸਨ। ਨਰ ਜੋ ਪਰਦੇਸੀ ਕਰ ਪਰ ਵੇਸ ਬਸੀ ਕਰ ਲੇਤ ਹੈ ਮੰਤਰ ਉਚਾਰੈ। ਮੰਤਰ ਉਚਾਰ ਕੇ ਐਸੇ ਉਹਨਾਂ ਦੇ ਉੱਤੇ ਚੀਜ਼ਾਂ ਸਿੱਟ ਦੇਣੀਆਂ, ਵਸ ਵਿੱਚ ਕਰ ਲੈਣਾ। ਪਰਦੇਸੀ ਬੰਦੇ ਜਿਹੜੇ ਪ੍ਰਵੇਸ਼ ਕਰਦੇ ਸੀ ਉਸ ਨਗਰ ਦੇ ਵਿੱਚ, ਉਹਨਾਂ ਨੂੰ ਆਪਣੇ ਕਾਬੂ ਵਿੱਚ ਕਰ ਲੈਂਦੀਆਂ ਸਨ। ਦੋਹਰਾ ਰਾਮਤ ਪੁਰਖ ਸੋ ਥਕਤ ਨਹਿ ਅਸ ਕੁਲਟਾ ਤਹਿ ਨਾਰ। ਇਸ ਤਰ੍ਹਾਂ ਸਨ ਉਸ ਇਲਾਕੇ ਦੇ ਵਿੱਚ ਕਿ ਜਿਹੜਾ ਕੋਈ ਪਰਦੇਸੀ ਮਿਲ ਜਾਂਦਾ ਉਹ ਇਸ ਤਰ੍ਹਾਂ ਵਿਵਚਾਰ ਕਰਨਾ, ਮਾੜੇ ਕਰਮ ਕਰਨੇ, ਜਿਨ੍ਹਾਂ ਦਾ ਕਿੱਤਾ ਹੀ ਸੀ ਉਸ ਇਲਾਕੇ ਵਿੱਚ। ਮੰਨੋ ਕਿ ਇਹ ਕੁਲਟਾ ਕਹਿੰਦੇ ਭੈੜੀਆਂ ਐਸੀਆਂ ਸਨ ਇਹ। ਪਤ ਕੋ ਰਾਖੈ ਸਭ ਸ ਕਰ ਆਪ ਕਰੈ ਵਿਵਚਾਰ। ਪਤੀ ਨੂੰ ਆਪਣੇ ਵੱਸ ਵਿੱਚ ਕਰਕੇ ਉਹਨੂੰ ਤਾਂ ਕਹਿਣਾ ਤੂੰ ਘਰ ਦੇ ਕੰਮ ਕਰ, ਭਾਂਡੇ ਮਾਂਜ, ਪਾਣੀ ਲਿਆ, ਰੋਟੀ ਬਣਾ। ਤੇ ਜਿਹੜੇ ਬਾਹਰਲੇ ਪੁਰਸ਼ਾਂ ਨੂੰ ਕਾਬੂ ਕਰ ਲੈਂਦੀਆਂ ਸਨ, ਉਹਨਾਂ ਨਾਲ ਮਾੜੇ ਕਰਮ ਕਰਦੀਆਂ। ਗਵਿਤ ਜਵੈ ਮਰਦਾਨਾਪੁਰ ਮਦ ਮੈਂ ਪਿਆ ਨ ਤਬ ਗਇਓ ਇਕ ਥਾਨ ਹਿਤ ਲੈਨ ਕੇ ਆਹਾਰਿਆ। ਜਦੋਂ ਭਾਈ ਮਰਦਾਨਾ ਨਗਰ ਦੇ ਵਿਚਕਾਰ ਜੇ ਚਲੇ ਗਏ, ਫਿਰ ਮਨ ਚ ਆਇਆ ਚਲੋ ਇੱਕ ਥਾਂ ਤੋਂ ਮਾੜਾ ਮੋਟਾ ਭੋਜਨ ਮੰਗ ਕੇ ਖਾ ਲੈਂਦੇ ਆ। ਤਾਂ ਕੀ ਆ, ਜੇ ਮੰਗ ਕੇ ਖਾ ਲਾਂਗੇ ਆਪਾਂ ਕਿਹੜਾ ਅੰਦਰ ਵੜਨਾ, ਬਾਹਰ ਖੜ ਕੇ ਮੰਗ ਲਾਂਗੇ, ਉੱਥੇ ਹੀ ਖੜ ਕੇ ਖਾ ਕੇ ਵਾਪਸ ਮੁੜ ਜਾਵਾਂਗੇ। ਵੈਸੀ ਚਾਰੂ ਨਾਰ ਚਾਰ ਨੈਣ ਸੋ ਨਿਹਾਰ ਇਸ ਬਚਨ ਪਰਸ ਪਰ ਵਿਵਿਧ ਉਚਾਰਿਆ। ਇਸ ਤਰੀਕੇ ਨਾਲ ਕਹਿੰਦੇ ਉੱਥੇ ਇੱਕ ਜੋ ਉਸ ਥਾਂ ਦੇ ਉੱਤੇ ਇਸਤਰੀ ਬੈਠੀ ਹੈ, ਔਰ ਇਸ ਨੂੰ ਭਾਈ ਮਰਦਾਨੇ ਨੂੰ ਜਦ ਉਸ ਨੇ ਦੇਖਿਆ, ਬਚਨ ਪਰਸ ਪਰ ਵਿਵਿਧ ਉਚਾਰਿਆ। ਉਸ ਵਕਤ ਕਈ ਪ੍ਰਕਾਰ ਦੇ ਜਿਹੜੇ ਸੀ ਉਹਨੇ ਬਚਨ ਕਹੇ। ਇੱਕ ਕਹੈ ਮੋਰੋ ਇਹ, ਦੂਜੀ ਕਹੈ ਮੀਤ ਮੋਹਿ, ਤੀਜੀ ਕਹੈ ਪੂਰਬ ਮੈਂ ਤੁਮ ਤੇ ਨਿਹਾਰਿਆ। ਕਿਉਂਕਿ ਉਹਨਾਂ ਦਾ ਕਰਮ ਹੀ ਐਸਾ ਸੀ, ਇਲਾਕੇ ਹੀ ਐਸੇ ਹੁੰਦੇ ਨੇ। ਕਈ ਇੱਕ ਕਹਿਣ ਲੱਗੀ ਇਹ ਮੇਰਾ ਹੈ, ਦੂਜੀ ਕਹਿਣ ਲੱਗੀ ਮੇਰਾ ਸ਼ਿਕਾਰ ਹੈ, ਤੀਜੀ ਕਹੇ ਮੇਰਾ ਸ਼ਿਕਾਰ ਹੈ, ਔਰ ਇੱਕ ਕਹੇ ਮੈਂ ਪਹਿਲਾਂ ਦੇਖਿਆ। ਇਸ ਤਰੀਕੇ ਨਾਲ ਕਿਉਂਕਿ ਗੁਲਾਮ ਬਣਾ ਕੇ ਫਿਰ ਅੱਗੇ ਘਰ ਦੇ ਕੰਮ ਕਰਾਉਣੇ, ਹੋਰ ਪਿੰਡ ਦੇ ਕੰਮ ਕਰਾਉਣੇ, ਕਿਉਂ ਲੋਕਾਂ ਨੂੰ ਵਸੀਕਾਰ ਕਰ ਲੈਂਦੀਆਂ। ਚੌਥੀ ਉਠ ਤਤਕਾਲ ਤੰਤ ਗੇਰ ਗਰੀਵਾ ਮਾਹੇ ਲੀਨੋ ਕਰ ਮੇਢਾ ਉਦਾਮ ਦੀਨ ਘਰ ਡਾਰਿਆ। ਔਰ ਚੌਥੀ ਉੱਠੀ ਤਾਤਕਾਲ ਹੀ ਉਹਨੇ ਆਪਣਾ ਤੰਤਰ ਜਿਹਦਾ ਇੱਕ ਧਾਗਾ ਜਿਹਾ ਬਣਾ ਕੇ ਉਸੇ ਵਕਤ ਗਲ ਦੇ ਵਿੱਚ ਪਾ ਦਿੱਤਾ, ਮੇਢਾ ਬਣਾ ਲਿਆ ਉਸੇ ਵਕਤ ਹੀ ਗਿੱਚੀ ਚ ਪਾ ਕੇ। ਛਤਰਾ ਕਹਿੰਦੇ ਜਿਹਨੂੰ, ਦਾਮ ਦੀਨ ਘਰ ਡਾਰਿਆ। ਦਾਮ ਹੁੰਦੀ ਰੱਸੀ, ਰੱਸੀ ਗਲ ਚ ਪਾ ਕੇ ਉਸੇ ਥਾਂ ਦੇ ਉੱਤੇ ਬੰਨ੍ਹ ਦਿੱਤਾ। ਕਈ ਲੋਕ ਕਹਿੰਦੇ ਨੇ ਵੀ ਮਨੁੱਖਾ ਦੇਹ ਵਿੱਚ ਸੀ, ਉਹੀ ਵਹਿਮ ਭਰਮ ਪਾਤਾ।
ਕਿਤੇ ਜਾ ਕੇ ਮਾੜਾ ਜਿਹਾ ਗੇੜਾ ਤਾਂ ਲਾਇਓ ਉੱਥੇ, ਉਸ ਇਲਾਕੇ 'ਚ ਗੇੜਾ ਲਾ ਕੇ ਆਇਓ ਇੱਕ ਵਾਰੀ ਤੁਸੀਂ ਨਾ। ਇਹ ਜਿਹੜੇ ਗੱਲਾਂ ਕਰਦੇ ਆ ਫਿਰ ਤੁਹਾਨੂੰ ਉਹ ਇਲਾਕੇ ਦਾ ਪਤਾ ਲੱਗ ਜੂ। ਹੁਣ ਵੀ ਉੱਥੇ ਇਹੀ ਹਾਲ ਹੈ। ਉੱਥੇ ਤਾਂ ਬੰਦਾ ਚੁੱਪ ਕਰਕੇ ਜਾਵੇ ਤੇ ਆ ਜੇ, ਮੁੜਿਆ ਚੰਗਾ ਭਲਾ ਮੁੜਿਆ ਉਹਨਾਂ, ਨਹੀਂ ਤਾਂ ਉਹਨਾਂ ਹੁਣ ਵੀ ਇਹੀ ਹਾਲ ਆ ਉਹਨਾਂ ਲੋਕਾਂ ਦਾ। ਇਸ ਕਰਕੇ ਉਹ ਲੋਕ ਜਿਹੜੇ ਨੇ ਉਹ, ਕਿਉਂਕਿ ਉੱਥੇ ਇਹ ਚੀਜ਼ ਦਾ ਪ੍ਰਭਾਵ ਬਹੁਤ ਜ਼ਿਆਦਾ ਹੈ, ਤਾਂ ਤੇ ਇਹ ਜਿਹੜੀਆਂ ਚੀਜ਼ਾਂ ਨੇ ਉਹ ਕਰ ਕਰਕੇ ਬਹੁਤ ਸਾਰੀਆਂ, ਕਿਉਂਕਿ ਇਹ ਆਨ ਸ਼ਕਤੀਆਂ ਹੁੰਦੀਆਂ, ਹੋਰ ਰਿੱਧੀਆਂ ਸਿੱਧੀਆਂ ਸ਼ਕਤੀਆਂ, ਇਹਨਾਂ ਦੇ ਨਾਲ ਹਰ ਇੱਕ ਚੀਜ਼ ਨੂੰ ਚੇਂਜ ਕਰ ਦੇਣਾ, ਤਬਦੀਲ ਕਰ ਦੇਣਾ, ਉਹ ਕਰਦੀਆਂ ਮਹਾਰਾਜ ਵੀ ਕਰਨਗੇ ਠੀਕ ਇਹਨਾਂ ਨੂੰ। ਇਸੇ ਤਰੀਕੇ ਨਾਲ ਸਤਿਗੁਰੂ ਇਹਨਾਂ ਨੂੰ ਠੀਕ ਕਰਨਗੇ ਜਾ ਕੇ। ਸਵਈਆ ਮਾਨਵ ਦੇਹ ਗਈ ਪਲਟੀ ਤਬ ਇੰਡ ਕਾ ਰੂਪ ਸੋ ਦੀਸਨ ਲਾਗਾ। ਉਸ ਵਕਤ ਇਹਦੀ ਮਨੁੱਖਾ ਦੇਹੀ ਪਲਟ ਕੇ ਛਤਰਾ ਰੂਪੀ ਭਾਈ ਮਰਦਾਨੇ ਨੇ ਆਪਣੇ ਆਪ ਨੂੰ ਦਿਖਣ ਲੱਗ ਪਿਆ, ਹੋਰ ਹੀ ਰੂਪ ਵਿੱਚ ਤਬਦੀਲ ਕਰ ਦਿੱਤਾ, ਕਿਉਂਕਿ ਇਹਦੇ ਕੀਤੇ ਤੋਂ ਬਿਨਾਂ ਇੱਥੇ ਸੁਧਾਰ ਹੋਣਾ ਨਹੀਂ ਸੀ। ਇਹ ਨਾ ਕਹੋ ਵੀ ਗੁਰੂ ਨਾਨਕ ਦੇਵ ਜੀ ਨਾਲ ਸੀ, ਉਹ ਕਿਵੇਂ ਹੋ ਗਿਆ। ਪਹਿਲਾਂ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਪ੍ਰਵੇਸ਼ ਕਰਨ ਲਈ ਇਹੀ ਜਿਹੀ ਚੀਜ਼ ਕਰਦੇ ਨੇ, ਫਿਰ ਜਦੋਂ ਸਾਰੇ ਜਾਣੇ ਉੱਥੇ ਫਸ ਜਾਂਦੇ ਨੇ, ਫਿਰ ਗੁਰੂ ਨਾਨਕ ਸਾਹਿਬ ਸਿੱਧੇ ਕਰਦੇ ਸਾਰਿਆਂ ਨੂੰ। ਸਿੱਧਾਂ ਨੂੰ ਵੀ ਐਂ ਠੀਕ ਕੀਤਾ। ਹੋਰ ਕਈ ਥਾਵਾਂ ਤੇ ਗੁਰੂ ਨਾਨਕ ਸਾਹਿਬ ਦਾ ਤਰੀਕਾ ਹੀ ਐਸਾ, ਜਿਵੇਂ ਜਾ ਕੇ ਪੁੱਠੇ ਪਾਸੇ ਪਾਣੀ ਦੇਣ ਲੱਗ ਪਏ, ਉੱਥੇ ਸਾਰੇ ਇਕੱਠੇ ਹੋ ਗਏ। ਇਹ ਕੀ ਕਰਦੇ ਹੋ ਤੁਸੀਂ? ਇਹ ਇਕੱਠੇ ਕਰਨ ਦਾ ਇੱਕ ਤਰੀਕਾ ਹੈ। ਉਸ ਵਕਤ ਜਿਹੜੀ ਰੂਪ ਸੀ ਉਹ ਦਿਖਣ ਲੱਗ ਪਿਆ ਆਪਣੇ ਆਪ 'ਚ। ਗਰੀਬ ਮੈਂ ਗੇਰ ਕੈ ਦਾਮਨ ਬੰਧਨ ਬਾਂਧ ਦੇਵ ਕਲੰਕ ਜਿਨ ਭਾਗਾ। ਉਸ ਵਕਤ ਇਹਨਾਂ ਨੇ ਪਾ ਕਰਕੇ ਗਲ ਦੇ ਵਿੱਚ ਬੰਧਨ ਬੰਨ੍ਹ ਦਿੱਤਾ ਕਿੱਲੀ ਦੇ ਨਾਲ, ਸੋ ਜਿਸ ਤਰ੍ਹਾਂ ਕਿਤੇ ਭੱਜ ਨਾ ਜਾਵੇ। ਰੂਪੈ ਤੇ ਸੋ ਕਰੂਪ ਭਇਓ ਪੁਨ ਮਾਰਤ ਨਸਨ ਸੋ ਫੁਰ ਡਾਗਾ। ਕਹਿੰਦੇ ਫਰਾਟੇ ਮਾਰਦਾ ਉਸ ਵਕਤ ਰੂਪ ਤੋਂ ਕਰੂਪ ਬਣਾ ਦਿੱਤਾ, ਚੀਜ਼ ਦੀ ਤਬਦੀਲੀ ਕਰ ਦਿੱਤੀ। ਇਸ ਢੰਗ ਨਾਲ ਇਹ ਚੀਜ਼ਾਂ ਹੁੰਦੀਆਂ। ਜਿਹੜੇ ਹੁਣ ਇੱਥੇ ਹੀ ਰਹਿੰਦੇ, ਇੱਥੇ ਜੰਮੇ ਪਲੇ, ਉਹਨਾਂ ਨੂੰ ਜ਼ਿਆਦਾ ਘੱਟ ਪਤਾ। ਅਸੀਂ ਛੋਟੇ ਹੁੰਦੇ ਮਦਾਰੀ ਦਾ ਤਮਾਸ਼ਾ ਦੇਖਦੇ ਰਹੇ, ਮਦਾਰੀ ਸਾਡੇ ਸਾਹਮਣੇ ਚੀਜ਼ ਪਲਟਾ ਦਿੰਦੇ ਹੁੰਦੇ ਸੀ। ਉਹੀ ਵਿੱਚੋਂ ਹੀ ਕਬੂਤਰ ਜਿਹਾ ਕੱਢ ਦੇਣਾ, ਉਹ ਚੀਜ਼ ਨੂੰ ਪਲਟਾ ਕੇ ਫਿਰ ਆਂਡਾ ਬਣਾ ਦੇਣਾ, ਕਦੇ ਕੁਛ। ਇਹ ਚੀਜ਼ਾਂ ਹੁੰਦੀਆਂ ਨੇ। ਉਹ ਤਬਦੀਲ ਜਦ ਸਾਡੀਆਂ ਅੱਖਾਂ ਦੇ ਸਾਹਮਣੇ ਹੀ ਕੀਤਾ ਹੋਇਆ ਸਾਰਾ ਕੁਛ, ਉੱਥੇ ਕੁਛ ਹੋਰ ਹੀ ਨਿਕਲ ਆਉਂਦਾ। ਬਥੇਰੇ ਆ ਪ੍ਰੋਗਰਾਮ ਜੀ ਉਹਨੇ, ਜਾਦੂਗਰ ਜੀ ਬਥੇਰੇ ਨੇ, ਕਈ ਕੁਛ ਕਰ ਦਿੰਦੇ ਨੇ। ਭਾਵੇਂ ਹੱਥ ਦੀ ਸਫਾਈ ਮੰਨ ਲਓ, ਭਾਵੇਂ ਇਹਨਾਂ ਦਾ ਕੁਝ ਜਾਣ ਲਓ, ਪਰ ਇਹ ਲੋਕ ਵੀ ਸੰਸਾਰ ਦੇ ਅੰਦਰ ਹੁੰਦੇ ਹੀ ਹਨ। ਜਾਣਤ ਹੈ ਮਨ ਮੈਂ ਸਭ ਹੀ ਸੁਧ ਚੋਰ ਚਲੈ ਨਹਿ ਬੰਧ ਜੇ ਤੇ ਆਗਾ। ਇਸ ਕਰਕੇ ਜੇ ਬੰਧ ਹੈ ਨਾ, ਬੰਧ ਜੋ ਛੱਡਿਆ ਸੀ, ਕਿਵੇਂ ਬੰਧ ਜਿਹਦੇ ਖੁੱਲ ਸਕੇ, ਇਹ ਜ਼ੋਰ ਲਾਉਂਦੇ ਹਨ ਆਪਣਾ। ਪੂਰਬ ਸੂਰਤ ਹੈ ਔਰ ਮੈਂ ਤਿਉ ਧੂਰਤ ਕੀਨ ਮੈਥੋਂ ਅਨ ਜਾਣਾ। ਇਸ ਤਰ੍ਹਾਂ ਕਹਿੰਦੇ ਨੇ ਮਾਇਆਵੀ ਛਲ ਦੇ ਨਾਲ ਇਹ ਤਰੀਕਾ ਕੀਤਾ ਹੈ ਕਿ ਅਰਥਾਤ ਦਿਲ ਦੇ ਵਿੱਚ ਬਹੁਤ ਜ਼ਿਆਦਾ ਝੂਰਦਾ ਕਿ ਇਸਤਰੀਆਂ ਨੇ ਮੈਨੂੰ ਮੂਰਖ ਬਣਾ ਦਿੱਤਾ, ਮੈਂ ਅਣਜਾਣ ਸੀ। ਭਾਵ ਹੈ ਕਿ ਇਹਨਾਂ ਦੀ ਜਾਦੂਗਰੀ ਤੋਂ ਮੈਂ ਅਣਜਾਣ ਸੀ। ਭਾਈ ਮਰਦਾਨਾ ਜੀ ਮਨ ਦੇ ਅੰਦਰ ਸੋਚਦੇ ਨੇ, ਕਿਹਾ ਤਾਂ ਸੀ ਮਹਾਰਾਜ ਨੇ ਨਾ ਜਾ ਮਰਦਾਨਿਆ ਨਾ ਜਾ, ਪਰ ਮੈਨੂੰ ਆਦਤ ਹੈ, ਮੈਂ ਆ ਕੇ ਨਾ ਕੋਈ ਗਲਤ ਕੰਮ ਹੋ ਜਾਂਦਾ, ਫਿਰ ਮੈਂ ਫਸ ਜਾਂਦਾ। ਸੋ ਇਸੇ ਤੁਕ ਤੋਂ ਸਪਸ਼ਟ ਹੋ ਜਾਂਦਾ ਕਿ ਮਰਦਾਨਾ ਧੂਰਤ ਹੋ ਗਿਆ, ਮਾਇਕ ਛਲ ਦੇ ਹੇਠ ਆ ਗਿਆ। ਸੋ ਇਹ ਦੋ ਪ੍ਰਕਾਰ ਦੀਆਂ ਚੀਜ਼ਾਂ ਹੁੰਦੀਆਂ ਨੇ, ਕਰ ਵੀ ਸਕਦੇ ਨੇ। ਪਰ ਭਾਈ ਵੀਰ ਸਿੰਘ ਵੀ ਥੋੜਾ ਜਿਹਾ ਇੱਧਰ ਨੂੰ ਖਿੱਚਦੇ ਨੇ ਵੀ ਸ਼ਾਇਦ ਜਿਵੇਂ ਅੱਜ ਕੱਲ ਕਰਦੇ ਨਾ, ਜ਼ਿਆਦਾਤਰ ਮੈਸਮਰਿਜ਼ਮ ਕਰਦੇ ਨੇ ਵੀ ਖਿਆਲ ਕਰਨ ਵਾਲਾ ਬਣਾਤਾ ਉਹ ਜਿਹਾ। ਨਹੀਂ, ਭਾਈ ਵੀਰ ਸਿੰਘ ਇਹ ਚੀਜ਼ਾਂ ਕਰ ਹੀ ਦਿੰਦੇ, ਲੋਕ ਬਣਾ ਹੀ ਦਿੰਦੇ, ਤਬਦੀਲ ਕਰ ਹੀ ਦਿੰਦੇ ਨੇ। ਪਰੇ ਤੋਂ ਪਰੇ ਪਏ ਨੇ ਪਹਾੜਾਂ ਦੇ ਵਿੱਚ, ਹੁਣ ਵੀ ਸਿੱਧ ਬੈਠੇ ਨੇ, ਹਲੇ ਬਹੁਤ ਕੁਝ ਕਰ ਦਿੰਦੇ ਨੇ। ਆਹ ਸਿੱਧ ਤਾਂ ਹੁਣ ਇੱਕ ਪਹਾੜੀ ਤੋਂ ਉੱਡ ਕੇ ਦੂਜੀ ਤੇ ਚਲੇ ਜਾਂਦੇ ਨੇ। ਸਿੱਧਾਂ 'ਚ ਕਾਫੀ ਸ਼ਕਤੀ ਹੁੰਦੀ ਹੈ। ਇਹ ਆਪਾਂ ਉਹਨਾਂ ਦੇ ਕਦੇ ਪ੍ਰਵੇਸ਼ ਹੀ ਨਹੀਂ ਹੋਈਆਂ, ਇਹ ਚੀਜ਼ਾਂ ਦੇਖੀਆਂ ਨਹੀਂ ਨਾ ਕਦੇ। ਇਸ ਕਰਕੇ ਇਹਨਾਂ ਗੱਲਾਂ ਦਾ ਆਪਾਂ ਨੂੰ ਹਲੇ ਗਿਆਨ ਨਹੀਂ ਹੈ। ਨਾਨਕ ਬੈਨ ਨਾ ਮਾਨੇ ਮੰਨੰ ਦੁੱਖ ਜਾਤੇ ਸਹਾਰੋ ਆਪਣੇ ਪਾਨਾ। ਹੁਣ ਭਾਈ ਮਰਦਾਨਾ ਉਹਦਾ ਮਨ ਕਰਕੇ ਪਤਾ ਕਿ ਮੈਂ ਫਸ ਗਿਆ ਹਾਂ। ਕਹਿੰਦੇ ਮੈਂ ਗੁਰੂ ਨਾਨਕ ਸਾਹਿਬ ਦਾ ਬਚਨ ਨਹੀਂ ਮੰਨਿਆ। ਹੁਣ ਆਪਣੇ ਮਨ ਦੇ ਅੰਦਰ ਸੋਚਦਾ, ਹੁਣ ਸਹਾਰ ਮਨਾ ਦੁੱਖ, ਗੁਰੂ ਜੀ ਦੇ ਬਚਨ ਨਾ ਮੰਨੇ, ਇਸ ਕਰਕੇ ਮਨ ਦੇ ਅੰਦਰ ਦੁਖੀ ਹੁੰਦਾ ਹੈ। ਜੌਨ ਹੇਤੂ ਕੋ ਨਾ ਮਾਨਤਾ ਬੈਨ ਕੋ ਪ੍ਰਾਪਤ ਹਵੈ ਦੁਖ ਮੁਹਿ ਸਮਾਨਾ। ਜਿਹੜਾ ਆਪਣੇ ਹਿਤੂ ਦਾ, ਪਿਆਰੇ ਦਾ ਬਚਨ ਨਾ ਮੰਨੇ, ਗੁਰੂ ਸਾਹਿਬ ਦਾ ਬਚਨ ਨਾ ਮੰਨੇ, ਉਹਨੂੰ ਫਿਰ ਇਸੇ ਤਰ੍ਹਾਂ ਹੀ ਦੁਖੀ ਹੋਣਾ ਪੈਂਦਾ, ਕਿਉਂਕਿ ਉਹ ਬਚਨ ਤਾਂ ਮੰਨਦਾ ਨਹੀਂ, ਫਿਰ ਉਹ ਦੁੱਖ ਹੀ ਸਹਾਰਦਾ ਹੈ। ਤਾਂ ਇੱਥੇ ਇਹ ਸਿੱਖਿਆ ਦਿੰਦੇ ਨੇ ਵੀ ਗੁਰੂ ਸਾਹਿਬ ਜੇ ਕਹਿਣ ਬਈ ਇੱਧਰ ਨੂੰ ਨਹੀਂ ਜਾਣਾ, ਉੱਧਰ ਫਿਰ ਨਹੀਂ ਜਾਈਦਾ। ਹਮ ਅੰਧਲੇ ਅੰਧ ਬਿਖੈ ਬਿਖਰਾਤੇ, ਕਿਉਂ ਚੱਲ ਹੈ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖ ਦਾਤਾ, ਹਮ ਲਾਵੇ ਆਪਨ ਪਾਲੀ, ਗੁਰ ਸਿੱਖ ਮੀਤ ਚਲੋ ਗੁਰ ਚਾਲੀ।
ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਇਹ ਗੁਰੂ ਸਾਹਿਬ ਦੇ ਬਚਨ ਮੰਨ ਲੈਣੇ ਚੰਗੇ। ਜੋ ਗੁਰੂ ਸਾਹਿਬ ਨੇ ਰੋਕਿਆ ਕਿ ਆਹ ਕੰਮ ਨਹੀਂ ਕਰਨਾ, ਉਹ ਨਾ ਕਰੀਏ। ਦੇਸ ਨਿਕੇਤ ਕਾਹਾ ਹਮਰੋ, ਕਿਤੇ ਆਨ ਫਸਿਓ ਪਰਦੇਸ ਸਥਾਨਾ। ਮੈਂ ਕਿੱਥੇ ਆ ਕੇ ਫਸ ਗਿਆ, ਕਿੱਥੇ ਸਾਡਾ ਘਰ, ਕਿੱਥੇ ਮੈਂ ਇੱਥੇ ਆ ਕੇ ਇਹਨਾਂ ਦੇ ਵਿੱਚ ਫਸ ਗਿਆ। ਕੌਣ ਬਤਾਵੇ ਜਾਏ ਅਬੈ ਸੁਧ, ਆਨ ਛੁਡਾਵੇ ਮੋਹ ਪ੍ਰਭੂ ਜੀਉ। ਕੌਣ ਦੱਸੇ ਜਾ ਕੇ, ਹੁਣ ਗੁਰੂ ਨਾਨਕ ਸਾਹਿਬ ਨੂੰ ਕੌਣ ਖਬਰ ਦੇਵੇ ਆ ਕੇ ਮੈਨੂੰ ਸੱਚੇ ਪਾਤਸ਼ਾਹ ਛੁਡਾ ਲੈਣ। ਬੋਲਣ ਕੀ ਸ਼ਕਤੀ ਨਾ ਰਹੀ ਮੁਝ ਬੈਨ, ਪੁਕਾਰ ਕਹਿਉ ਵਿਦ ਕਿਉ। ਹੁਣ ਮੇਰੇ 'ਚ ਬੋਲਣ ਦੀ ਸ਼ਕਤੀ ਨਹੀਂ ਰਹੀ, ਔਰ ਮੈਂ ਕਿਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਨੂੰ ਪੁਕਾਰਾਂ, ਕਿਉਂਕਿ ਤਨ ਪਲਟਾ ਦਿੱਤਾ ਹੈ। ਇਹ ਵੀ ਇੱਕ ਸਿੱਧੀ ਵੀ ਹੁੰਦੀ ਹੈ ਤਨ ਪਲਟਾਉਣ ਦੀ। 18 ਸਿੱਧੀਆਂ ਚ ਆਉਂਦੀਆਂ ਇਹ। ਸਰੀਰ ਪਲਟਾ ਲੈਣਾ, ਗੁਪਤ ਹੋ ਜਾਣਾ, ਮੱਖੀ ਬਣ ਜਾਣਾ, ਉੱਡ ਕੇ ਚਲੇ ਜਾਣਾ, ਦੂਰ ਦੀ ਗੱਲ ਸੁਣ ਲੈਣੀ। ਸੋ ਉਹ ਸਾਰਾ ਕੁਝ ਤਾਂ ਹੈ ਹੀ ਆ ਨਾ। ਭਗਤੀ ਦੇ ਵਿੱਚ ਵੀ ਇਹ ਚੀਜ਼ਾਂ ਆ ਜਾਂਦੀਆਂ। ਭਗਤੀ ਕਰਨ ਵਾਲੇ ਚੀਜ਼ਾਂ ਸਾਰੀਆਂ ਦਿਖ ਵੀ ਜਾਂਦੀਆਂ, ਕੁਝ ਵੀ ਕਰ ਸਕਦੇ ਨੇ। ਅਸੀਂ ਇੰਨਿਆਂ ਦੇ ਨਾਲ ਰਹੇ ਹੋਏ ਕਰਕੇ ਸਾਨੂੰ ਮਹਾਂਪੁਰਖਾਂ ਨੇ ਕਈ ਚੀਜ਼ਾਂ ਐਸੀਆਂ ਦਿਖਾਈਆਂ ਵੀ ਹੋਈਆਂ ਨੇ। ਪਲਟਾ ਹੀ ਮਾਰ ਦਿੰਦੇ ਨੇ। ਬੰਦਾ ਇਹ ਨਹੀਂ ਲੱਗਦਾ ਵੀ ਇਹ ਬੰਦਾ ਉਹੀ ਹੈ ਕਿ ਹੋਰ ਕੋਈ ਖੜਾ ਇੱਥੇ, ਹੋਰ ਹੀ ਕੁਝ ਦਿਖਣ ਲੱਗ ਜਾਂਦਾ ਉੱਥੇ। ਸੋ ਇਸ ਕਰਕੇ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਅੱਗੇ ਜਾ ਕੇ ਆਉਂਦੀਆਂ ਜਦੋਂ ਆਪਾਂ ਭਗਤੀ ਕਰਦੇ ਹਾਂ। ਭਗਤੀ ਦੇ ਮਾਰਗ ਤੇ ਰਿੱਧੀਆਂ ਸਿੱਧੀਆਂ ਨਿੱਧੀਆਂ ਸਾਰੀਆਂ ਤਾਕਤਾਂ ਆ ਜਾਂਦੀਆਂ ਹਨ। ਕੈਸੇ ਛੁਟ ਚਿਤ ਵਿੱਚ ਵਿਚਾਰਤ, ਆ ਤੁਰਤਾ ਉਰ ਧਰਤ ਏਉ। ਹੁਣ ਮਨ ਦੇ ਅੰਦਰ ਵਿਚਾਰਾ ਦੁਖੀ ਹੋ ਕਰਕੇ ਇਸ ਤਰ੍ਹਾਂ ਸੋਚਦਾ ਹੈ, ਕਿਵੇਂ ਬਚਾਂ, ਕਿਵੇਂ ਛੁਟਾਂ। ਚਿੱਤ ਦੇ ਵਿੱਚ ਦੁਖੀ ਹੋ ਕੇ ਵਿਚਾਰਦਾ, ਜਾਨਤ ਜੋ ਸਭ ਕੇ ਘਟ ਅੰਤਰ, ਤੋ ਅਬ ਸ੍ਰੀ ਪ੍ਰਭ ਆਨ ਛੁਟਿਓ। ਬਸ ਕਹਿੰਦੇ ਇੱਕ ਤਾਂ ਹੁਣ ਗੁਰੂ ਨਾਨਕ ਦੇਵ ਜੀ ਆ ਜੋ ਸਾਰਿਆਂ ਦੇ ਦਿਲਾਂ ਦੀ ਜਾਣਦੇ ਨੇ। ਹੁਣ ਉਹੀ ਜਾਣ ਕੇ ਮੈਨੂੰ ਇੱਥੇ ਆ ਕੇ ਬਚਾਉਣਗੇ। ਉਹਨਾਂ ਨੂੰ ਅਰਦਾਸ ਕਰਾਂ, ਨਾਲੇ ਜਾਣਦਾ ਵੀ ਹੈ ਵੀ ਅੰਤਰਜਾਮੀ ਨੇ, ਨਾਲੇ ਫਿਰ ਬਚਨ ਵੀ ਨਹੀਂ ਕਮਾਇਆ ਹੈ। ਦੋਹਰਾ ਇਹ ਵਿਦ ਉਰ ਮੈਂ ਧਾਰਿਕੈ, ਦੈਦ ਸੋਦਰ ਗਦੀਨ। ਇਸ ਤਰ੍ਹਾਂ ਮਨ ਦੇ ਅੰਦਰ ਧਾਰ ਕੇ ਚਾਰੇ ਪਾਸੇ ਹੁਣ ਦੇਖਦਾ, ਖੱਬਾ ਸੱਜਾ, ਕਿ ਮੈਨੂੰ ਕੌਣ ਛਡਾਵੇ। ਕਿਉਂਕਿ ਅੰਦਰਲੀ ਸੋਝੀ ਤਾਂ ਉਸੇ ਤਰ੍ਹਾਂ ਰਹਿੰਦੀ ਹੈ, ਬਾਹਰਲੇ ਰੂਪ ਨੂੰ ਤਬਦੀਲ ਕਰ ਦਿੱਤਾ ਹੈ। ਆਵਨ ਗੁਰ ਕੋ ਹੇਰਈ, ਪ੍ਰੇਮ ਚਰਨ ਕੋ ਕੀਨ। ਹੁਣ ਗੁਰਾਂ ਦੇ ਚਰਨਾਂ ਨਾਲ ਪ੍ਰੇਮ ਕਰਨ ਲੱਗਿਆ, ਗੁਰਾਂ ਦਾ ਆਉਣਾ ਤੱਕਦਾ। ਇਹ ਮਹਾਰਾਜ ਆ ਜਾਓ, ਗੁਰੂ ਨਾਨਕ ਦੇਵ ਜੀ ਮੈਨੂੰ ਛੁਡਾ ਲਓ, ਸੱਚੇ ਪਾਤਸ਼ਾਹ ਮੈਂ ਫਸ ਗਿਆ ਇੱਥੇ। ਸਵਈਆ ਦੋਏ ਮੁਹੂਰਤ ਬੀਤ ਗਏ, ਜਬ ਸ੍ਰੀ ਗੁਰ ਬੈਨ ਕਹੇ ਸੁਨ ਬਾਲਾ। 2 ਮੁਹੂਰਤ ਬੀਤ ਗਏ, ਇੱਕ ਘੜੀ ਭਾਵ 2 ਘੜੀਆਂ ਬੀਤ ਗਈਆਂ। ਸੋ 50 ਕੁ ਮਿੰਟ ਜਦੋਂ ਲੰਘ ਗਏ, ਭਾਈ ਮਰਦਾਨਾ ਆਇਆ ਨਾ। ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਭਾਈ ਬਾਲਾ ਉਹ ਆਪਣਾ ਸਾਥੀ ਨਹੀਂ ਮੁੜ ਕੇ ਆਇਆ, ਬੜੀ ਦੇਰ ਹੋ ਗਈ ਨਗਰ ਦੇ ਵਿੱਚ ਪ੍ਰਵੇਸ਼ ਹੋਏ ਨੂੰ। ਆਨੈ ਤਾਹੇ ਅਵੈ ਚਲ ਕੈ, ਉਠ ਠੰਡ ਭਏ ਸੁਖ ਦਾਤ ਤਕਾਲਾ। ਸੁਖ ਦੇ ਦੇਣ ਵਾਲੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਉਸ ਵਕਤ ਇਨ ਬੇਦੀਨ ਕੀ ਕੁਲ ਬਿਖੈ ਪ੍ਰਗਟੇ, ਨਾਨਕ ਰਾਏ ਸਭ ਸਿੱਖਨ ਕੋ ਸੁਖ ਦੇ। ਜਹ ਤਹ ਭਏ ਸਹਾਏ, ਤਿੱਥੈ ਤੂੰ ਸਮਰੱਥ ਜਿੱਥੈ ਕੋਈ ਨਾ ਹੈ। ਕਹਿੰਦੇ ਚੱਲ ਬਾਲਿਆ, ਸਾਥੀ ਆਪਣਾ ਗਿਆ ਫਸ, ਚੱਲ ਉਹਨਾਂ ਨੂੰ ਕਢਾ ਕੇ ਲਿਆਈਏ, ਨਾਲੇ ਇੱਥੇ ਜਿਹੜਾ ਕੰਮ ਕਰਨਾ ਹੈ ਨਾ ਸਾਰਿਆਂ ਦਾ ਭਲਾ ਵੀ ਕਰ ਦਈਏ। ਹੈ ਕਿਹ ਥਾਨ ਚਲੈ ਕਿ ਵਿਆਪ, ਬਤਾਵੋ ਬੁਝੇ ਮੈਂ ਐਸ ਕਿਰਪਾਲਾ। ਕਹਿੰਦੇ ਉਸ ਵਕਤ ਮੈਂ ਬੇਨਤੀ ਕੀਤੀ ਮਹਾਰਾਜ ਸੱਚੇ ਪਾਤਸ਼ਾਹ ਨੂੰ, ਭਾਈ ਬਾਲਾ ਕਹਿੰਦੇ ਮਹਾਰਾਜ ਹੈ ਕਿਹੜੇ ਥਾਂ ਉਹ। ਤੋ ਚਲੇ ਕਿ ਆਪ ਸੱਚੇ ਪਾਤਸ਼ਾਹ ਕਿਉਂ ਚੱਲੇ ਹੋ ਆਪ ਦੱਸੋ ਤਾਂ ਸਹੀ। ਬੂਝੇ ਮੈਂ ਆਇਸ ਕਿਰਪਾਲਾ, ਇਉਂ ਮੈਂ ਕਿਰਪਾਲੂ ਗੁਰੂ ਨਾਨਕ ਦੇਵ ਜੀ ਨੂੰ ਪੁੱਛਿਆ। ਏਨਕ ਕੀਨ ਭਇਓ ਮਨ ਦੀਨ, ਕੁਮੰਤਨ ਸੋ ਤਿਨ ਬੰਧਨ ਘਾਲਾ। ਉਹ ਏਂਡਕ ਹੁੰਦਾ ਛਤਰਾ, ਮੇਂਢਾ ਬਣ ਗਿਆ। ਮਨ ਦੇ ਅੰਦਰ ਵਿਚਾਰਾ ਹੁਣ ਬੜਾ ਦੀਨ ਹੋ ਕੇ ਅਰਦਾਸਾਂ ਕਰ ਰਿਹਾ ਹੈ। ਇਹਨਾਂ ਨੇ ਕੁਮੰਤਨ ਸੋ ਤਿਨ ਬੰਧਨ ਘਾਲਾ, ਉਹਨਾਂ ਨੇ ਫਾਹੀਆਂ ਪਾ ਦਿੱਤੀਆਂ ਖੋਟੀਆਂ, ਮੰਤਰ ਮਾਰ ਕੇ ਉਹਨੂੰ ਐਸਾ ਬਣਾ ਦਿੱਤਾ ਹੈ। ਮਰ ਹਰੀ ਛੰਦ ਪਨਹੀ ਬਚ ਬਾਲਾ, ਇਉਂ ਤਹ ਨਾਲਾ ਚਾਹੀਏ ਸੁਨਹੁ ਕਿਰਪਾਲ। ਹੇ ਕਿਰਪਾਲੂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਭਾਈ ਬਾਲਾ ਬਚਨ ਕਹਿਣ ਲੱਗਿਆ, ਇਉਂ ਤੇ ਨਾਲਾ ਚਾਹੀਏ। ਮਹਾਰਾਜ ਇਹ ਨਾਲ ਨਾ ਐ ਹੋਣੀ ਹੀ ਚਾਹੀਦੀ ਆ। ਭਾਈ ਬਾਲਾ ਜੀ ਕਹਿੰਦੇ ਇਹ ਕਿਹੜਾ ਹਟਦਾ, ਤੁਹਾਡਾ ਕਦੇ ਬਚਨ ਤਾਂ ਮੰਨਦਾ ਨਹੀਂ, ਇਸ ਕਰਕੇ ਇਹਦੇ ਨਾਲ ਐਂ ਹੋਣੀ ਚਾਹੀਦੀ ਸੀ। ਤਬ ਤੁਮ ਨੇ ਹਟਕਿਓ ਮਨ ਨਾ ਅਟਕਿਓ, ਸਟਕਿਓ ਪੁਰਤ ਕਾਲ। ਦੇਖ ਲੋ ਚਲਿਆ ਹੀ ਗਿਆ ਨਾ ਉਸ ਵਕਤ, ਤੁਸੀਂ ਹਟਕਿਆ ਦੋਕਿਆ, ਇਹਦਾ ਮਨ ਨਹੀਂ ਅਟਕਿਆ, ਮੰਨਿਆ ਨਹੀਂ ਬਚਨ, ਇਹ ਉਸੇ ਵਕਤ ਤੁਰ ਗਿਆ ਹੈ। ਗੋਚਰ ਦੁਖ ਦੀਜੈ ਮੋਖ ਨ ਕੀਜੈ, ਜਾਣੇ ਤਬ ਮਨ ਮਾਹੀ।
ਮਹਾਰਾਜ ਇਉਂ ਕਰੋ, ਥੋੜਾ ਚਿਰ ਹੋਰ ਦੁਖੀ ਹੋ ਲੈਣ ਦਿਓ, ਮੁਕਤੀ ਨਾ ਕਰਾਓ ਇਹਦੀ। ਆ ਜਦੋਂ ਮਨ ਦੇ ਅੰਦਰ ਚੰਗੀ ਤਰ੍ਹਾਂ ਸਿੱਧਾ ਹੋ ਗਿਆ ਨਾ, ਇਹਦਾ ਮਨ ਜਾਣ ਗਿਆ, ਫੇਰ ਹੀ ਬਚਾਵਾਂਗੇ ਜਾ ਕੇ। ਬਹੁਰ ਨਾ ਬਚ ਹੋ ਰਹਾ ਕਹੋ ਸੋ ਲੋ ਰਹਾ ਆਏ ਸੇ ਮੁਖੀ ਤਾਹੀ। ਸੋ ਉਸ ਵਕਤ ਕਹਿੰਦੇ ਨਹੀਂ, ਬਹੁਰ ਨਾ ਬਚ ਹੋ ਰਹਾ ਕਹੋ ਸੋ ਲੋ ਰਹਾ, ਜੋ ਕਹੋਗੇ ਉਹੀ ਕਰੇਗਾ, ਫਿਰ ਤੁਹਾਡਾ ਬਚਨ ਨਹੀਂ ਮੋੜੇਗਾ। ਫਿਰ ਇਸ ਤਰ੍ਹਾਂ ਉਹ ਅਸੇ ਮੁਖੀ ਤੋਂ ਭਾਵ ਹੁੰਦੀ, ਫਿਰ ਉਹਨੂੰ ਅਕਲ ਆ ਜਾਏਗੀ। ਸੁਣੀਏ ਸਰਤ ਵਾਲਾ ਬੁੱਧ ਵਿਸਾਲਾ ਸੰਗ ਲਏ ਕੀ ਲਾਜ। ਭਾਈ ਬਾਲਾ ਤੂੰ ਤਾਂ ਕਹਿ ਦਿੱਤਾ, ਮੈਂ ਤਾਂ ਲੈ ਕੇ ਆਇਆ ਨਾ ਪਿੰਡੋਂ ਨਾਲ ਇਹਦੀ ਲਾਜ ਹੈ, ਆਪਣਾ ਸਾਥੀ ਹੈ, ਕਾਹਨੂੰ ਤੰਗ ਕਰਨਾ, ਵਿਚਾਰਾ ਉਹ ਤਾਂ ਪਹਿਲਾਂ ਹੀ ਦੁਖੀ ਹੋਇਆ ਬੈਠਾ ਹੈ। ਬਹੁ ਭੂਖ ਸੁਭਾਉ ਤੀਰ ਨਸਾਉ ਪੁਨ ਤਹਿ ਸੋ ਹਮ ਕਾਜ। ਬਹੁਤ ਜ਼ਿਆਦਾ ਭੁੱਖ ਲੱਗਦੀ ਹੈ ਇਹਨੂੰ, ਧੀਰਜ ਵਿਚਾਰਾ ਛੱਡ ਦਿੰਦਾ, ਫਿਰ ਉਹਦੇ ਨਾਲ ਸਾਨੂੰ ਕੰਮ ਵੀ ਬਹੁਤ ਨੇ। ਸਿਮਨ ਮਮ ਕਰਤਾ ਅਬੁਰ ਡਰਤਾ ਚਲੋ ਛੁਟਕਾ ਛੁਟਾਵਹਿ ਤਾਸ। ਉਹ ਭਾਈ ਸਾਨੂੰ ਯਾਦ ਕਰ ਰਿਹਾ, ਹੁਣ ਚੱਲ ਚੱਲੀਏ, ਮਨ ਦੇ ਅੰਦਰ ਡਰੀ ਜਾ ਰਿਹਾ, ਚੱਲ ਕੇ ਉਹਨੂੰ ਹੁਣ ਛੁਡਾਈਏ ਆਪਣੇ ਸਾਥੀ ਨੂੰ। ਇਉਂ ਕਹੇ ਗੁਰ ਪੂਰਨ ਗਵਨੈ ਤੂੰ ਨ ਦੁਖ ਭੰਜਨ ਨਿਜ ਦਾਸ। ਇਉਂ ਕਹਿ ਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਪੂਰਨ ਸਤਿਗੁਰੂ ਚੱਲੇ ਨੇ, ਆਪਣੇ ਜਿਹੜੇ ਦਾਸ ਨੇ ਨਾ, ਦਾਸਾਂ ਦੇ ਦੁੱਖ ਨੂੰ ਦੂਰ ਕਰਨ ਵਾਸਤੇ ਧੰਨ ਗੁਰੂ ਨਾਨਕ ਦੇਵ ਜੀ ਛਡਾਉਣ ਚੱਲੇ ਨੇ। ਗਲਤੀਆਂ ਆਪਾਂ ਕਰਦੇ ਆ, ਫਸ ਆਪਾਂ ਜਾਂਦੇ ਆ, ਫਿਰ ਕਢਾਉਣ ਵੀ ਗੁਰੂ ਨਾਨਕ ਦੇਵ ਜੀ ਹੁਣ ਵੀ ਐਂ ਆਉਂਦੇ ਆ। ਆਪਾਂ ਕਈ ਵਾਰ ਫਿਰ ਗਲਤੀਆਂ ਕਰ ਲੈਂਦੇ ਆ, ਫਿਰ ਪਛਤਾਉਂਦੇ ਆ, ਫਿਰ ਮਹਾਰਾਜ ਆ ਜਾਂਦੇ। ਮਹਾਰਾਜ ਨੂੰ ਪਤਾ ਇਹ ਗਲਤੀਆਂ ਕਰਨਗੇ, ਆਪਾਂ ਨੂੰ ਪਤਾ ਨਿਆਣੇ ਹਟਦੇ ਨਹੀਂ ਹੁੰਦੇ ਗਲਤੀਆਂ ਕਰਨੋਂ, ਪਰ ਆਪਾਂ ਵੀ ਗੁੱਸਾ ਨਹੀਂ ਕਰਦੇ। ਪਤਾ ਹੀ ਹੈ ਵੀ ਇਹਨਾਂ ਨੇ ਹੁਣ ਮਿੱਟੀ ਜੀ ਸਿਰ 'ਚ ਪਾ ਲਿਆਉਣੀ। ਮਾਂ ਚੰਗੀ ਤਰ੍ਹਾਂ ਪਿੰਡਾਂ ਦੇ ਵਿੱਚ ਆ ਦੇਖਿਆ, ਸਵਾਰ ਕੇ ਸੋਹਣੇ ਕੱਪੜੇ ਪਾਉਂਦੀ ਹੈ, ਥੋੜੀ ਦੇਰ ਬਾਅਦ ਲਿਬੜਿਆ ਹੁੰਦਾ ਨਿਆਣਾ, ਕੋਈ ਨਾ ਕੋਈ ਸ਼ਰਾਰਤ ਕਰਦੇ, ਕੋਈ ਭੰਨ ਕਰ ਦਿੰਦੇ, ਕੁਛ ਕਰ ਦਿੰਦੇ ਆ। ਕਿਉਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਵੀ ਆਪਣੇ ਗੁਰਸਿੱਖਾਂ ਨੂੰ, ਪਿਆਰਿਆਂ ਨੂੰ, ਉਹਨੂੰ ਲਾਜ ਵੀ ਰੱਖਦੇ ਆ। ਬਥੇਰੇ ਲੋਕ ਗਲਤੀਆਂ ਕਰਦੇ ਆ, ਫਿਰ ਸਤਿਗੁਰੂ ਕੱਢ ਲੈਂਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਰਾਖੇ ਨੇ, ਸਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖਦੇ ਨੇ। ਉਹਨਾਂ ਨੂੰ ਪਤਾ ਇਹਨਾਂ ਦੀ ਤੁੱਛ ਜੀ ਬੁੱਧੀ ਹੈ, ਇਹਨਾਂ ਦੀ ਸੋਚਣੀ ਵੀ ਤੁੱਛ ਜੀ ਹੋਈ ਹੈ, ਇਹਨਾਂ ਨੂੰ ਇੰਨਾ ਗਿਆਨ ਤਾਂ ਹੈ ਨਹੀਂ ਵਿਚਾਰਿਆਂ ਨੂੰ। ਇਸ ਕਰਕੇ ਸਮਝਦੇ ਤਾਂ ਆਪਣੇ ਆਪ ਨੂੰ ਬਹੁਤ ਸਿਆਣੇ ਨੇ, ਗੁਰਮਤ ਨਹੀਂ ਲੈਂਦੇ, ਮਨਮੱਤੀਏ ਹੋ ਜਾਂਦੇ ਨੇ। ਫਿਰ ਸਤਿਗੁਰੂ ਸਮਝਾਉਂਦੇ ਨੇ, ਪਿਆਰ ਨਾਲ ਮੋੜ ਲਿਆਉਂਦੇ ਨੇ। 6 ਮਹੀਨੇ ਵਧੀਆ ਕੱਢਦਾ, ਫਿਰ ਗਲਤੀ ਕਰ ਲੈਂਦਾ। ਕਿਉਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰਸਿੱਖ ਨੂੰ ਆਪ ਪਾਲਦੇ ਨੇ, ਆਪਣਾ ਬੱਚਾ ਜਾਣ ਕੇ ਪਾਲਦੇ ਰਹਿੰਦੇ ਨੇ। ਸੱਚੇ ਪਾਤਸ਼ਾਹ ਸਾਡੇ ਤੇ ਮਿਹਰ ਹੀ ਰੱਖਣ, ਕਿਉਂਕਿ ਅਸੀਂ ਤਾਂ ਭੁੱਲਣ ਅੰਦਰ ਹੀ ਆ, ਸਾਰੇ ਜਾਣੇ ਗਲਤੀਆਂ ਕਰਨ ਵਾਲੇ ਆ। ਸਤਿਗੁਰੂ ਸਾਡੇ ਮਾਤਾ ਪਿਤਾ ਨੇ, ਹਮੇਸ਼ਾ ਸਾਡਾ ਧਿਆਨ ਰੱਖਦੇ ਨੇ। ਇਉਂ ਨਹੀਂ ਆਪਾਂ ਕਹਿ ਸਕਦੇ ਕਿ ਹੁਣ ਮੈਂ ਗਲਤੀ ਨਹੀਂ ਕਰਦਾ। ਨਹੀਂ, ਮਹਾਰਾਜ ਸਾਡੇ ਤਾਂ ਪਤਾ ਨਹੀਂ ਕਿਹੜੇ ਵੇਲੇ ਮਾਇਆ ਪੈ ਜਾਂਦੀ, ਦਿਮਾਗ ਤੇ ਪਰਦਾ ਪੈ ਜਾਂਦਾ। ਅਸੀਂ ਭੁੱਲਣਹਾਰ ਹਾਂ, ਤੁਸੀਂ ਬਖਸ਼ਣਹਾਰ ਹੋ। ਇਉਂ ਮਹਾਰਾਜ ਸੱਚੇ ਪਾਤਸ਼ਾਹ ਚਰਨਾਂ 'ਚ ਆਪਾਂ ਬੇਨਤੀਆਂ ਕਰਦੇ ਰਹੀਏ ਹਮੇਸ਼ਾ।